ਕੀ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਕਿਵੇਂ ਹੋਵੇ। ਇਸ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਨੇ ਬੜੇ ਹੀ ਸਪਸ਼ਟ ਪਰ ਸਥਾਪਿਤ ਢੰਗ ਨਾਲ ਵਿਚਾਰ ਪ੍ਰਗਟਾਏ ਹਨ। ਜਪਜੀ ਇਸ ਉਦੇਸ਼ ਦੇ ਪ੍ਰਾਪਤੀ ਦੇ ਸਾਧਨਾਂ ਦੀ ਬੌਧਿਕ ਸੂਝ ਦੇਣ ਵਾਲੀ ਬਾਣੀ ਹੈ। ਮਨੁੱਖ ਦੇ ਆਲੇ ਦੁਆਲੇ ਕੂੜ ਅਰਥਾਤ ਮਾਇਆ ਦੀ ਕੰਧ ਬਣੀ ਹੋਈ ਹੈ ਜੋ ਉਸਨੂੰ ਪਰਮਾਤਮਾ ਨਾਲੋਂ ਨਿਖੇੜਦੀ ਹੈ। ਮਾਇਆ ਦਾ ਇਹ ਪਰਦਾ ਕਿਵੇਂ ਹਟੇ ਅਤੇ ਮਨੁੱਖ ਉਸ ਸੱਚੇ ਨੂੰ ਪ੍ਰਾਪਤ ਕਰਨ ਵਾਲੀ ਪਾਵਨਾ ਅਵਸਥਾ ਨੂੰ ਕਿਵੇਂ ਪਹੁੰਚੇ ਅਰਥਾਤ ਸੱਚਿਆਰਾ ਕਿਵੇਂ ਬਣੇ, ਕਿਵੇਂ ਸੱਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ, ਇਹ ਹੈ ਮੂਲ ਪ੍ਰਸ਼ਨ ਜਿਸ ਦਾ ਉੱਤਰ ਜਪਜੀ ਵਿੱਚ ਦਿੱਤਾ ਗਿਆ ਹੈ। ਕੂੜ ਦੀ ਇਸ ਕੰਧ ਨੂੰ ਤੋੜਨ ਲਈ ਅਨੇਕ ਪ੍ਰਕਾਰ ਦੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਸਾਹਿਬਾਨ ਨੇ ਪਹਿਲੇ ਇਹਨਾਂ ਸਾਰੇ ਸਾਧਨਾਂ ਅਰਥਾਤ ਕਰਮ ਕਾਂਡ ਦਾ ਵਰਣਨ ਕਰਕੇ ਦੱਸਿਆ ਹੈ ਕਿ ਹਉਮੈ ਅਧੀਨ ਕਿੱਥੇ ਸਭ ਧਰਮ ਕਰਮ ਵਿਅਰਥ ਹੁੰਦਾ ਹੈ। ਸੱਚਿਆਰਾ ਬਣਨ ਲਈ ਤੀਰਥ ਇਸ਼ਨਾਨ, ਵਰਤ ਨੇਮ, ਤਨ ਪਦਾਰਥ, ਚਤਰੀਆਂ ਦਾ ਸਿਆਪਣਾ ਆਦਿ ਦੀ ਲੋੜ ਨਹੀਂ ਹੁੰਦੀ। ਇਹਨਾਂ ਦੀ ਸਹਾਇਤਾ ਨਾਲ ਮਨੁੱਖ ਕਦੇ ਵੀ ਬ੍ਰਹਮ ਨੂੰ ਹਿਰਦੇ ਵਿੱਚ ਨਹੀਂ ਵਸਾ ਸਕਦਾ। ਜੇ ਇਹ ਨਹੀਂ ਤਾਂ ਫਿਰ ਸੱਚ ਨੂੰ ਹਿਰਦੇ ਵਿੱਚ ਵਸਾਉਣ ਦਾ ਸੁਪਨਾ ਕੀ ਹੋਇਆ। ਮਨੁੱਖੀ ਮਨ ਨੂੰ ਪਵਿੱਤਰ ਅਰਥਾਤ ਸੱਚਿਆਰਾ ਬਣਾਉਣ ਲਈ ਹੁਕਮੀ ਰਜਾਈ ਚੱਲਣਾ, ਉਸ ਪ੍ਰਭੂ ਦੇ ਹੁਕਮ ਅਨੁਸਾਰ ਤੁਰਨਾ ਅਤਿਅੰਤ ਜ਼ਰੂਰੀ ਹੈ। ਉਸ ਪਰਮਾਤਮਾ ਦੇ ਹੁਕਮ ਅਨੁਸਾਰ ਚੱਲ ਕੇ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਪਰ ਹੁਕਮ ਹੈ ਕਿ ਉਸ ਦੀ ਸੋਝੀ ਕਿਵੇਂ ਹੋਵੇ, ਇਸ ਬਾਰੇ ਕਹਿਣਾ ਔਖਾ ਹੈ ਕਿਉਂਕਿ ਉਸ ਦੇ ਹੁਕਮ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ। ਇਸ ਹੁਕਮ ਦੀ ਪਛਾਣ ਕਿਸੇ ਨੂੰ ਨਹੀਂ ਹੁੰਦੀ ਅਤੇ ਜੋ ਇਸ ਹੁਕਮ ਨੂੰ ਸਮਝਦੇ ਹਨ ਉਸ ਵਿੱਚ ਹਉਮੈ ਨਹੀਂ ਹੁੰਦੀ ਕਿਉਂਕਿ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਇ। ਬਸ ਸੱਚਿਆਰੇ ਬਣਨ ਦਾ ਮੁੱਢਲਾ ਸਿਧਾਂਤ ਹੀ ਇਹ ਹੈ ਕਿ ਮਨੁੱਖ ਹੁਕਮ ਦੀ ਪਛਾਣ ਕਰਕੇ ਹਉਮੈ ਦਾ ਤਿਆਗ ਕਰੇ। ਨਾਮ ਸਿਮਰਨ ਲਈ ਹਉਮੈ ਨੂੰ ਛੱਡਣਾ ਬੜਾ ਜ਼ਰੂਰੀ ਹੈ ਕਿਉਂਕਿ ਹਉਮੈ ਦਾ ਨਾਮ ਨਾਲ ਵਿਰੋਧ ਹੈ। ਇਸੋ ਲਈ ਜਪਜੀ ਵਿੱਚ ਸਭ ਤੋਂ ਪਹਿਲਾਂ ਇਸ ਪਾਸੇ ਵੱਲ ਹੀ ਧਿਆਨ ਦਿਵਾਇਆ ਗਿਆ ਹੈ। ਸੰਸਾਰ ਦੇ ਲੋਕ ਉਸ ਪਰਮਾਤਮਾ ਦਾ ਵਰਣਨ ਤਾਂ ਕਰਦੇ ਹਨ ਪਰ ਉਸ ਦੇ ਸਰੂਪ ਦਾ ਗਿਆਨ ਨਹੀਂ ਦੇ ਸਕਦੇ। ਉਸ ਦੇ ਤਾਣ, ਉਸ ਦੀਆਂ ਦਾਤਾਂ, ਉਸ ਦੀਆਂ ਸਾਜਣ ਦਾ ਢਾਉਣ ਦੀਆਂ ਸ਼ਕਤੀਆਂ ਦਾ ਵਰਣਨ ਤਾਂ ਕੀਤਾ ਜਾਂਦਾ ਹੈ ਪਰ ਉਸ ਦੇ ਬਾਰੇ ਗੁਣਾ ਗਾਉਣ ਮਨੁੱਖ ਦੇ ਵੱਸ ਦੀ ਗੱਲ ਨਹੀਂ। ਜੇ ਉਸ ਦੇ ਗੁਣ ਨਹੀਂ ਗਾਏ ਜਾ ਸਕਦੇ ਤਾਂ ਉਸਨੂੰ ਦਾਨ ਦੇ ਕੇ ਵੀ ਭਰਮਾਇਆ ਨਹੀਂ ਜਾ ਸਕਦਾ ਕਿਉਂਕਿ ਦਾਤਾ ਦੇਣ ਵਾਲਾ ਤਾਂ ਉਹ ਆਪ ਹੀ ਹੈ। ਫਿਰ ਉਸ ਤੱਕ ਪਹੁੰਚਿਆ ਕਿਵੇਂ ਜਾਵੇ। ਪ੍ਰੇਮ ਸਾਹਿਤ ਅੰਮ੍ਰਿਤ ਵੇਲੇ ਸੱਚ ਦਾ ਨਾਮ ਜਪਣਾ ਅਤੇ ਉਸ ਦੀ ਵਡਿਆਈ ਸੰਬੰਧੀ ਵਿਚਾਰ ਕਰਨ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਪਰ ਨਾਮ ਸਿਮਰਨ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਸੱਚ ਰੂਪ ਵਿੱਚ ਬ੍ਰਹਮ ਦਾ ਨਾਮ ਸੁਣਦਿਆਂ ਮਨੁੱਖ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਉਹ ਵਿਕਾਰਾਂ ਨੂੰ ਤਿਆਗ ਕੇ ਸਿਫਤ ਸਲਾਹ ਵਿੱਚ ਜੁੜਦਾ ਅਤੇ ਗਿਆਨ ਦੀ ਪ੍ਰਾਪਤੀ ਕਰਦਾ ਹੈ। ਸਹਿਜ ਅਵਸਥਾ ਦੀ ਪ੍ਰਾਪਤੀ ਵੀ ਨਾਮ ਦੇ ਸੁਣਨ ਨਾਲ ਹੋ ਜਾਂਦੀ ਹੈ। ਨਾਮ ਸੁਣਿਆ ਹੀ ਮਨੁੱਖ ਇਸ ਭਵ ਸਾਗਰ ਨੂੰ ਤੁੱਛੂ ਜਿਹਾ ਸਮਝਦਾ ਹੈ ਅਤੇ ਆਪਣੇ ਸਹੀ ਮਾਰਗ ਦੀ ਪਛਾਣ ਕਰ ਲੈਂਦਾ ਹੈ। ਜੇ ਸੁਣਨ ਵਾਲੇ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਤਾਂ ਨਾਮ ਨੂੰ ਮੰਨਣ ਵਾਲਾ ਤਾਂ ਹੋਰ ਵੀ ਉੱਚੇ ਮੰਡਲਾਂ ਦਾ ਵਾਸੀ ਬਣ ਜਾਂਦਾ ਹੈ। ਹੁਕਮ ਨੂੰ ਮੰਨ ਕੇ ਨਾਮ ਵਿੱਚ ਲਿਵ ਜੋੜਨ ਵਾਲਾ ਮਾਇਆ ਦੀ ਮੈਲ ਤੋਂ ਦੂਰ ਕਰਕੇ ਗਿਆਨ ਪ੍ਰਾਪਤ ਕਰਦਾ ਅਤੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਉਸ ਵਿੱਚ ਸਹੀ ਮਾਰਗ ਤੇ ਚੱਲਣ ਦੀ ਸ਼ਕਤੀ ਆ ਜਾਂਦੀ ਹੈ। ਸੰਸਾਰ ਦੀ ਕੋਈ ਰੁਕਾਵਟ ਵੀ ਉਸ ਨੂੰ ਆਪਣੇ ਰਾਹੋਂ ਹਟਾ ਨਹੀਂ ਸਕਦੀ। ਨਾਮ ਨੂੰ ਸੁਣਨ ਤੇ ਮੰਨਣ ਵਾਲੇ ਜੀਵ ਉਸ ਦੀ ਦਰਗਾਹ ਵਿੱਚ ਮਾਣ ਪਾਉਂਦੇ ਅਰਥਾਤ ਪੰਚ ਦੀ ਪਦਵੀ ਪ੍ਰਾਪਤ ਕਰਦੇ ਸ੍ਰੇਸ਼ਟ ਬਣਦੇ ਹਨ।
ਪੰਚ ਬਣ ਕੇ ਸ੍ਰੇਸ਼ਟ ਪਦਵੀ ਜਾਂ ਅਵਸਥਾ ਅਵੰਸ਼ ਮਿਲ ਜਾਂਦੀ ਹੈ, ਪਰ ਉਹ ਪਰਮਾਤਮਾ ਅਤੇ ਉਸ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਪੀ ਤਪੀ ਜੋਗੀ ਸਿੱਧ ਚੋਰ ਪੜਵੀ ਮੂਰਖ ਅਸੰਖਾ ਹੀ ਹਨ। ਉਹਨਾਂ ਦੀ ਗਿਣਤੀ ਕਿਵੇਂ ਕੀਤੀ ਜਾਵੇ, ਉਸ ਪ੍ਰਭੂ ਦੇ ਨਾਵਾਂ ਥਾਵਾਂ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਨਿਰੰਕਾਰ ਦਾ ਅੰਤ ਪਾਉਣਾ ਮਨੁੱਖ ਦੀ ਸ਼ਕਤੀ ਜਾਂ ਸਮਰੱਥਾ ਦੇ ਬਾਹਰ ਹੈ। ਉਸ ਲਈ ਤਾਂ ਕੇਵਲ ਰਜਾ ਨੂੰ ਮੰਨਣਾ ਹੀ ਬਣਦਾ ਹੈ। ਉਹ ਪਰਮਾਤਮਾ ਬੇਅੰਤ ਹੈ, ਪਰ ਮਨੁੱਖ ਨੂੰ ਉਸ ਦੀ ਬੇਅੰਤਤਾ ਦੀ ਸੋਝੀ ਨਹੀਂ। ਇਸ ਲਈ ਮਨੁੱਖ ਕਈ ਪ੍ਰਕਾਰ ਦੇ ਭੁਲੇਖਿਆਂ ਵਿੱਚ ਫਸਦਾ ਅਤੇ ਆਪਣੀ ਬੁੱਧੀ ਨੂੰ ਮਲੀਨ ਕਰ ਲੈਂਦਾ ਹੈ। ਉਸ ਦੀ ਰਚਨਾ ਦਾ ਭੇਦ ਪ੍ਰਾਪਤ ਕਰਨ ਦਾ ਦਾਅਵਾ ਕਰਦਿਆਂ ਹੋਇਆ ਮਨੁੱਖ ਹਉਮੈ ਵਿੱਚ ਆ ਕੇ ਮਨ ਮੈਲਾ ਕਰ ਬੈਠਦਾ ਹੈ ਅਤੇ ਇਹ ਮੈਲ ਕੇਵਲ ਨਾਮ ਸਿਮਰਨ ਨਾਲ ਹੀ ਉਤਰ ਸਕਦੀ ਹੈ। ਪੰਡਿਤ, ਜੋਗੀ, ਕਾਜ਼ੀ ਆਦਿ ਕੋਈ ਵੀ ਸ੍ਰਿਸ਼ਟੀ ਰਚਨਾ ਦੇ ਭੇਦ ਪਾ ਨਹੀਂ ਸਕੇ। ਭਗਤੀ ਦੇ ਪ੍ਰੇਮ ਦੀ ਸਹਾਇਤਾ ਨਾਲ ਉਸ ਨੂੰ ਹਿਰਦੇ ਵਿੱਚ ਤਾਂ ਵਸਾਇਆ ਜਾ ਸਕਦਾ ਹੈ, ਪਰ ਉਸ ਦਾ ਨਾ ਉਸ ਦੀ ਰਚਨਾ ਦਾ ਗਿਆਨ ਪ੍ਰਾਪਤ ਕਰਨਾ ਅਸੰਭਵ ਹੈ। ਉਹ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਅਮੋਲ ਹੈ, ਉਸ ਦਾ ਮੋਲ ਨਹੀਂ ਪਾਇਆ ਜਾ ਸਕਦਾ। ਜੇ ਉਸ ਜਿੰਨਾ ਵੱਡਾ ਕੋਈ ਹੋਵੇ ਤਾਂ ਵੀ ਉਸ ਨੂੰ ਜਾਣ ਸਕੇ, ਪਰ ਉਸ ਜਿਹਾ ਤਾਂ ਕੋਈ ਹੈ ਹੀ ਨਹੀਂ। ਅਨੇਕ ਰੰਗਾਂ ਦੀ ਰਚਨਾ ਕਰਕੇ ਉਹ ਆਪ ਇਸ ਦੀ ਸੰਭਾਲ ਕਰ ਰਿਹਾ ਹੈ, ਪਰ ਇਹ ਸਭ ਕੁਝ ਉਹ ਕਿੱਥੇ ਬਹਿ ਕੇ ਕਰਦਾ ਹੈ, ਇਸ ਦਾ ਉੱਤਰ ਨਹੀਂ ਦਿੱਤਾ ਜਾ ਸਕਦਾ। ਮਨੁੱਖ ਨੂੰ ਤਾਂ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਦੀ ਰਾਜੀ ਵਿੱਚ ਰਹਿਣਾ ਹੀ ਬਣਦਾ ਹੈ। ਉਸ ਦੀ ਪ੍ਰਾਪਤੀ ਲਈ ਮਨੁੱਖ ਯੋਗੀ ਬਣਦਾ ਹੈ, ਯਤਨ ਵੀ ਕਰਦਾ ਹੈ, ਪਰ ਸੱਚਾ ਯੋਗੀ ਉਹ ਹੀ ਹੈ ਜੋ ਮਨ ਨੂੰ ਵਸ ਵਿੱਚ ਰੱਖੇ ਅਤੇ ਉਦਮ, ਸੰਤੋਖ, ਸਿਮਰਨ ਤੇ ਸੰਜਮ ਵਾਲਾ ਜੀਵਨ ਬਿਤਾਏ। ਰਿੱਧੀਆਂ ਸਿੱਧੀਆਂ ਨੂੰ ਝੂਠੇ ਸਵਾਦ ਮੰਨ ਕੇ ਇਹਨਾਂ ਤੋਂ ਦੂਰ ਰਹਿਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਸ੍ਰਿਸ਼ਟੀ ਦੀ ਸੰਭਾਲ ਕਰਨ ਵਾਲਾ ਉਹ ਆਪ ਹੀ ਹੈ ਅਤੇ ਅਟੁੱਟ ਭੰਡਾਰੇ ਦਾ ਭੰਡਾਰੀ ਵੀ ਉਹ ਆਪ ਹੀ ਹੈ। ਇਸ ਲਈ ਕੇਵਲ ਉਸ ਨੂੰ ਹੀ ਨਮਸਕਾਰ ਕਰਨਾ ਬਣਦਾ ਹੈ। ਸਹੀ ਅਰਥਾਂ ਵਿੱਚ ਜੋਗੀ ਬਣ ਕੇ ਸੱਚਿਆਰਾ ਹੋਣ ਲਈ ਮਨੁੱਖ ਨੂੰ ਪੰਜ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ, ਜਿਨ੍ਹਾਂ ਨੂੰ ਪੰਜ ਖੰਡ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਮਨੁੱਖ ਧਰਮ ਖੰਡ ਵਿੱਚ ਪ੍ਰਵੇਸ਼ ਕਰਦਾ ਹੈ। ਜੋ ਕੁਝ ਹੁੰਦਾ ਹੈ ਉਸ ਦੇ ਹੁਕਮ ਅਤੇ ਉਸ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ, ਪਰ ਮਨੁੱਖ ਦਾ ਫਰਜ਼ ਹੈ ਕਿ ਆਪਣੇ ਜੀਵਨ ਮਨੋਰਥ ਦੀ ਪਛਾਣ ਕਰਕੇ ਫਰਜ਼ ਨੂੰ ਨਿਭਾਉਣ ਦਾ ਯਤਨ ਕਰੇ। ਫਰਜ਼ ਪਛਾਣਨ ਵਾਲੀ ਇਸ ਅਵਸਥਾ ਨੂੰ ਹੀ ਧਰਮ ਖੰਡ ਦਾ ਨਾਂ ਦਿੱਤਾ ਗਿਆ ਹੈ। ਧਰਮ ਦੀ ਸਹੀ ਵਰਤੋਂ ਕਰਦਿਆਂ ਹੋਇਆਂ ਮਨੁੱਖ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦਾ ਹੈ, ਅਰਥਾਤ ਗਿਆਨ ਪ੍ਰਾਪਤ ਕਰਦਾ ਹੈ। ਉਸ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਬੇਅੰਤ ਅਤੇ ਸਰਬ ਸਮਰੱਥ ਹੈ। ਮਨੁੱਖ ਨੂੰ ਉਸ ਦੀ ਪ੍ਰਾਪਤੀ ਲਈ ਮਾਇਆ ਦੇ ਜਾਲ ਤੋਂ ਬਚਣਾ ਚਾਹੀਦਾ ਹੈ, ਪਰ ਗਿਆਨ ਦੀ ਪ੍ਰਾਪਤੀ ਹੀ ਕਾਫੀ ਨਹੀਂ। ਗਿਆਨ ਦੁਆਰਾ ਮਨੁੱਖ ਸੋਝੀ ਪ੍ਰਾਪਤ ਕਰਦਾ ਹੈ, ਪਰ ਪਹਿਲੇ ਸੰਸਕਾਰਾਂ ਨੂੰ ਤੋੜਨ ਅਤੇ ਮਨ ਦੀਆਂ ਵਾਂਗਾਂ ਪ੍ਰਭੂ ਵੱਲ ਮੋੜਨ ਲਈ ਮਨੁੱਖ ਨੂੰ ਕਲਾ ਘਾਲਣ ਦੀ ਲੋੜ ਹੁੰਦੀ ਹੈ। ਘਾਲਣ ਵਾਲੇ ਇਸ ਪੜਾਅ ਨੂੰ ਕਰਮ ਖੰਡ ਕਿਹਾ ਜਾਂਦਾ ਹੈ, ਪਰੰਤੂ ਯਤਨ ਕਰਦਿਆਂ ਹੋਇਆਂ ਵੀ ਜੇ ਮਨੁੱਖ ਕਰਮ ਖੰਡ ਵਿੱਚੋਂ ਲੰਘੇ, ਅਰਥਾਤ ਉਸ ਦੀ ਬਖਸ਼ਿਸ਼ ਦਾ ਪਾਤਰ ਬਣੇ, ਤਾਂ ਹੀ ਉਹ ਸੱਚ ਖੰਡ ਵਿੱਚ ਪਹੁੰਚ ਸਕਦਾ ਹੈ। ਸੱਚ ਖੰਡ ਸੱਚ ਰੂਪ ਬ੍ਰਹਮ ਨਾਲ ਅਭੇਦਤਾ ਦੀ ਅਵਸਥਾ ਤੇ ਪੁੱਜਣ ਵਾਲਾ ਮਨੁੱਖ ਆਪ ਹੀ ਉਸੇ ਵਰਗਾ ਹੋ ਜਾਂਦਾ ਹੈ। ਫਿਰ ਸਭ ਉਸ ਨੂੰ ਆਪਣੇ ਹੀ ਦਿਸਦੇ ਹਨ, ਕਿਉਂਕਿ ਕੂੜ ਦੀ ਪਾਲੀ ਕੰਧ ਟੁੱਟ ਜਾਂਦੀ ਹੈ ਅਤੇ ਉਹ ਪਰਮਾਤਮਾ ਨੂੰ ਹਰ ਥਾਂ ਰਵੱਈਆ ਦੇਖਦਾ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਜਪਜੀ ਵਿੱਚ ਗੁਰੂ ਸਾਹਿਬਾਨ ਦੇ ਅਕਾਲ ਪੁਰਖ ਦੇ ਸਰੂਪ ਦਾ ਵਰਣਨ ਕਰਕੇ ਉਸ ਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਫਿਰ ਕੁਦਰਤ ਦੇ ਬੇਅੰਤਤਾ ਦਾ ਵਰਣਨ ਕਰਕੇ ਦੱਸਿਆ ਹੈ ਕਿ ਜੇ ਕੁਦਰਤ ਬੇਅੰਤ ਹੈ ਤਾਂ ਕਾਦਰ ਦਾ ਅੰਤ ਵੀ
ਕਿਵੇਂ ਪਾਇਆ ਜਾ ਸਕਦਾ ਹੈ। ਉਸ ਦੀ ਸਿਫਤ ਸਲਾਹ ਕਰਨੀ ਹੀ ਮਨੁੱਖ ਦਾ ਫਰਜ਼ ਹੈ। ਸਿਫਤ ਸਲਾਹ ਕਰਦਿਆਂ ਹੋਇਆਂ ਮਨੁੱਖ 5 ਖੰਡਾਂ ਵਿੱਚੋਂ ਲੰਘਦਾ ਹੈ। ਅੰਤਿਮ ਖੰਡ ਸੱਚਖੰਡ ਹੈ, ਜਿੱਥੇ ਸ਼ਬਦ ਦੀ ਘਾੜਤ ਹੁੰਦੀ ਹੈ, ਪਰ ਇਸ ਦੀ ਪ੍ਰਾਪਤੀ ਉਸ ਦੀ ਬਖਸ਼ਿਸ਼ ਨਾਲ ਹੀ ਹੁੰਦੀ ਹੈ। ਸੰਦੇਸ਼ ਵਿਸਤਾਰ। ਜਪਜੀ ਦੇ ਆਰੰਭ ਵਿੱਚ ਏਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਪਦ ਹਨ, ਉਹਨਾਂ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਮੂਲ ਮੰਤਰ ਜਪਜੀ ਦਾ ਅੰਗ ਨਹੀਂ, ਸਗੋਂ ਇਹ ਜਪਜੀ ਦੇ ਆਰੰਭ ਵਿੱਚ ਇਸੇ ਤਰ੍ਹਾਂ ਆਇਆ ਹੈ ਜਿਵੇਂ ਹੋਰ ਬਹੁਤ ਸਾਰੀਆਂ ਬਾਣੀਆਂ ਜਾਂ ਗ੍ਰੰਥਾਂ ਦੇ ਆਰੰਭ ਵਿੱਚ ਆਉਂਦਾ ਹੈ। ਮੂਲ ਮੰਤਰ ਵਿੱਚ ਅਕਾਲ ਪੁਰਖ ਦਾ ਜੋ ਸਰੂਪ ਵਰਣਨ ਕੀਤਾ ਗਿਆ ਹੈ, ਉਸੇ ਸਰੂਪ ਉੱਤੇ ਸਿੱਖ ਧਰਮ ਦੇ ਸਾਰੇ ਨੇਮਾਂ ਦੀ ਨੀਂਹ ਰੱਖੀ ਗਈ ਹੈ। ਇਹ ਸਰੂਪ ਕਿਹੋ ਜਿਹਾ ਹੈ, ਮੂਲ ਮੰਤਰ ਦੇ ਸਾਰੇ ਪਦਾਂ ਦੀ ਵਿਆਖਿਆ ਕਰਨ ਨਾਲ ਸਪਸ਼ਟ ਹੋ ਜਾਵੇਗਾ। ਸੋ ਏਕ ਓਂਕਾਰ ਦਾ ਭਾਵ ਹੈ ਕਿ ਬ੍ਰਹਮ ਇੱਕ ਹੈ ਅਤੇ ਉਹ ਸਦਾ ਇੱਕ ਰਸ ਰਹਿਣ ਵਾਲਾ ਹੈ, ਅਰਥਾਤ ਉਸ ਵਿੱਚ ਕਦੇ ਕੋਈ ਤਬਦੀਲੀ ਨਹੀਂ ਆਉਂਦੀ। ਸਾਡੇ ਦੇਸ਼ ਦੇ ਪੁਰਾਤਨ ਧਰਮ ਪੁਸਤਕ ਓਮ ਤੋਂ ਆਰੰਭ ਹੁੰਦੇ ਹਨ ਅਤੇ ਇਸ ਪਦ ਨੂੰ ਬ੍ਰਹਮ ਦਾ ਵਾਚਕ ਮੰਨਿਆ ਜਾਂਦਾ ਹੈ। ਪਰ ਸਮਾਂ ਪਾ ਕੇ ਲੋਕਾਂ ਨੇ ਇਸ ਦੇ ਭਿੰਨ-ਭਿੰਨ ਅਰਥ ਕਰਨੇ ਸ਼ੁਰੂ ਕਰ ਦਿੱਤੇ ਅਤੇ ਜਿਸ ਨੂੰ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ ਦੇਵਤਿਆਂ ਦੀ ਸੂਚਕ ਮੰਨਣ ਲੱਗ ਪਏ। ਪਰ ਗੁਰੂ ਸਾਹਿਬਾਨ ਨੇ ਇਸ ਦੇ ਆਰੰਭ ਵਿੱਚ ਇੱਕ ਲਿਖ ਕੇ ਇਸ ਨੂੰ ਕੇਵਲ ਬ੍ਰਹਮ ਦਾ ਵਾਚਕ ਬਣਾ ਦਿੱਤਾ ਅਤੇ ਅੰਤ ਵਿੱਚ ਕਾਰ ਲਿਖ ਕੇ ਉਸ ਦੀ ਸਦੀਵੀ ਅਰਥਾਤ ਸਰਵ ਵਿਆਪਕਤਾ ਨੂੰ ਸਿੱਧ ਕਰ ਵਿਖਾਇਆ। ਅਗਲੇ ਪਦਾਂ ਵਿੱਚ ਬ੍ਰਹਮ ਅਰਥਾਤ ਅਕਾਲ ਪੁਰਖ ਦੇ ਸਰੂਪ ਦਾ ਹੋਰ ਵਧੇਰੇ ਸਪਸ਼ਟੀਕਰਨ ਕੀਤਾ ਗਿਆ ਹੈ। ਸਤਨਾਮ। ਸਤ ਦਾ ਸੰਸਕ੍ਰਿਤ ਧਾਤੂ ਸਤਯ ਹੈ, ਜਿਸ ਦਾ ਭਾਵ ਹੈ ਹੋਂਦ ਵਾਲਾ, ਅਰਥਾਤ ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ, ਜੋ ਸਦਾ ਸਥਿਰ ਰਹਿੰਦਾ ਹੈ। ਉਹ ਅਕਾਲ ਪੁਰਖ ਜੋ ਇੱਕ ਹੈ ਅਤੇ ਇੱਕ ਰਸ ਵਿਆਪਕ ਹੈ, ਉਸਨੂੰ ਜੇ ਕਿਸੇ ਨਾਮ ਨਾਲ ਪੁਕਾਰਿਆ ਜਾ ਸਕਦਾ ਹੈ ਤਾਂ ਉਹ ਨਾਮ ਸਤ ਹੀ ਹੋ ਸਕਦਾ ਹੈ। ਸੰਸਾਰ ਦੇ ਸਭ ਜੀਵਾਂ ਦੇ ਨਾਮ ਹਨ, ਪਰ ਕਿਉਂਕਿ ਜੀਵ ਨਾਸ਼ਵਾਨ ਹਨ, ਇਸ ਲਈ ਉਹ ਨਾਮ ਵੀ ਨਾਲ ਹੀ ਮਿਟ ਜਾਂਦੇ ਹਨ। ਉਸ ਅਕਾਲ ਪੁਰਖ ਨੂੰ ਜੋ ਸਦਾ ਹੈ ਅਤੇ ਜਿਸ ਦੀ ਹੋਂਦ ਕਦੇ ਮਿਟਦੀ ਨਹੀਂ, ਉਹਨਾਂ ਨਾਵਾਂ ਨਾਲ ਪੁਕਾਰਿਆ ਨਹੀਂ ਜਾ ਸਕਦਾ। ਉਸਦਾ ਨਾਮ ਤਾਂ ਕੇਵਲ ਸਤ ਹੀ ਹੈ। ਕਰਤਾ ਪੁਰਖ। ਕਰਤਾ ਤੋਂ ਭਾਵ ਹੈ ਕਰਨ ਵਾਲਾ, ਸਭ ਕੁਝ ਕਰਨ ਵਾਲਾ ਉਹ ਆਪ ਹੀ ਹੈ। ਸ੍ਰਿਸ਼ਟੀ ਉਸ ਨੇ ਰਚੀ ਹੈ ਅਤੇ ਉਸ ਤੋਂ ਬਿਨਾਂ ਹੋਰ ਕੋਈ ਐਸਾ ਰਚਨਹਾਰ ਨਹੀਂ। ਪਰ ਇਸ ਰਚਨਹਾਰੀ ਸ਼ਕਤੀ ਨੂੰ ਕਿਵੇਂ ਐਵੇਂ ਕਲਪਿਤ ਸ਼ਕਤੀ ਨਾ ਸਮਝ ਲਿਆ ਜਾਵੇ, ਇਸ ਲਈ ਗੁਰੂ ਸਾਹਿਬਾਨਾਂ ਨੇ ਉਸਨੂੰ ਪੁਰਖ ਕਹਿ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਰਚਨਹਾਰ ਅਕਾਲ ਪੁਰਖ ਸ੍ਰਿਸ਼ਟੀ ਦੀ ਰਚਨਾ ਕਰਕੇ ਆਪ ਇਸ ਤੋਂ ਵੱਖਰਾ ਕਿਸੇ ਹੋਰ ਆਕਾਸ਼ ਵਿੱਚ ਨਹੀਂ ਬੈਠ ਰਿਹਾ ਹੈ, ਇਸ ਦੇ ਕਿਣਕੇ ਵਿੱਚ ਵਿਆਪਕ ਹੈ। ਨਿਰਭਉ। ਸ੍ਰਿਸ਼ਟੀ ਦਾ ਰਚਨਹਾਰ ਉਹ ਆਪ ਹੈ, ਉਸਦੀ ਹੋਂਦ ਸਥਿਰ ਹੈ, ਸਭ ਥਾਂਓਂ ਆਪ ਵਿਆਪਕ ਹੈ, ਇਸ ਲਈ ਉਹ ਭਉ ਤੋਂ ਰਹਿਤ ਹੈ, ਅਰਥਾਤ ਉਸਨੂੰ ਕਿਸੇ ਦਾ ਡਰ ਨਹੀਂ। ਸੰਸਾਰ ਦੀ ਕੋਈ ਵਸਤੂ ਉਸਨੂੰ ਹਾਨੀ ਨਹੀਂ ਪਹੁੰਚਾ ਸਕਦੀ। ਨਿਰਵੈਰ। ਉਹ ਵੈਰ ਤੋਂ ਵੀ ਰਹਿਤ ਹੈ। ਜਦੋਂ ਸੰਸਾਰ ਦੀ ਸਾਜਨਾ ਹੀ ਉਸਨੇ ਕੀਤੀ ਤਾਂ ਫਿਰ ਉਸ ਨਾਲ ਕਿਸ ਦਾ ਵੈਰ ਕੀ ਕਰਨਾ ਹੋਇਆ। ਆਪਣੀ ਕਿਰਤ ਨਾਲ ਤਾਂ ਪਿਆਰ ਹੀ ਹੋ ਸਕਦਾ ਹੈ, ਵੈਰ ਨਹੀਂ। ਵੈਰ ਕਿਸੇ ਸਮੇਂ ਹੁੰਦਾ ਹੈ ਜਦੋਂ ਕਿਸੇ ਕੋਲ ਕੋਈ ਡਰ ਹੋਵੇ। ਜੇ ਉਸਨੂੰ ਕਿਸੇ ਕੋਲੋਂ ਕੋਈ ਡਰ ਹੀ ਨਹੀਂ, ਕੋਈ ਉਸਨੂੰ ਹਾਨੀ ਨਹੀਂ ਪਹੁੰਚਾ ਸਕਦਾ, ਕੋਈ ਉਸਦੇ ਟਾਕਰੇ ਤੇ ਖੜ ਨਹੀਂ ਹੋ ਸਕਦਾ, ਤਾਂ ਉਸਦਾ ਵੈਰ ਕਿਵੇਂ ਨਾਲ ਹੋਵੇ। ਉਹ ਸਾਰਿਆਂ ਦਾ ਰਚਨਹਾਰ ਹੈ, ਸਾਰੇ ਉਸ ਕੋਲੋਂ ਸ਼ਕਤੀ ਪ੍ਰਾਪਤ ਕਰਦੇ ਹਨ, ਸਭ ਨੂੰ ਉਹ ਕੋਲੋਂ ਦਾਤਾਂ ਮਿਲਦੀਆਂ ਹਨ, ਇਸ ਲਈ ਉਹ ਕਿਸੇ ਦਾ ਵੈਰੀ ਨਹੀਂ ਹੁੰਦਾ। ਅਣਗਿਣਤ ਤੇ ਅਮਿਤ ਸ਼ਕਤੀਆਂ ਵਾਲੇ ਦੀ ਧਰਮ ਆਤਮਾ ਸਦਾ ਨਿਰਵੈਰ ਹੀ ਰਹਿੰਦੀ ਹੈ।
ਗੁਰੂ ਸਾਹਿਬਾਨ ਨੇ ਵੇਖਿਆ ਕਿ ਰੱਬ ਨੂੰ ਜਬਾਰ ਤੇ ਕਹਾਰ ਆਦਿ ਨਾਵਾਂ ਨਾਲ ਹੀ ਪੁਕਾਰਿਆ ਜਾਂਦਾ ਹੈ। ਦੇਵਤਿਆਂ ਦੀ ਕਰੋਪੀ ਤੇ ਸਧਾਰਨ ਮਨੁੱਖ ਸਦਾ ਡਰਦਾ ਰਹਿੰਦਾ ਸੀ, ਪਰ ਆਪ ਨੇ ਦੱਸਿਆ ਕਿ ਅਕਾਲ ਪੁਰਖ ਨਿਰਵੈਰ ਹੈ, ਜਿਸ ਲਈ ਉਸ ਕੋਲੋਂ ਕਿਸੇ ਪ੍ਰਕਾਰ ਦੇ ਜਬਰ ਆਦਿ ਡਰ ਨਹੀਂ। ਨਿਰਵੈਰ ਸਦਾ ਬਖਸ਼ਿੰਦ ਹੀ ਹੁੰਦਾ ਹੈ। ਅਕਾਲ ਮੂਰਤ ਉਹ ਕਾਲ ਰਹਿਤ ਹੈ, ਅਰਥਾਤ ਸਮੇਂ ਦੀ ਕੈਦ ਵਿੱਚ ਨਹੀਂ। ਕਾਲ ਅਰਥਾਤ ਸਮੇਂ ਦਾ ਉਸ ਉੱਤੇ ਕੋਈ ਅਸਰ ਨਹੀਂ ਹੁੰਦਾ। ਸਮਾਂ ਆਉਂਦਾ ਹੈ, ਜਾਂਦਾ ਹੈ, ਪਰ ਉਸ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਉਸਨੂੰ ਜੀਵਨ ਦੇ ਵੱਖੋ ਵੱਖਰੇ ਪੜਾਵਾਂ ਵਿੱਚੋਂ ਨਹੀਂ ਲੰਘਣਾ ਪੈਂਦਾ। ਬਾਲਪਨ, ਜਵਾਨੀ ਅਤੇ ਬੁਢਾਪੇ ਦਾ ਉਸ ਨਾਲ ਕੋਈ ਸੰਬੰਧ ਨਹੀਂ। ਉਹ ਸਦਾ ਇੱਕ ਰਸ ਹੈ, ਨਾ ਵੱਡਾ ਹੁੰਦਾ ਹੈ ਨਾ ਛੋਟਾ। ਉਹ ਨਾ ਕੇਵਲ ਆਪ ਅਕਾਲ ਹੈ, ਸਗੋਂ ਆਪਣੇ ਭਗਤਾਂ ਨੂੰ ਵੀ ਅਕਾਲ ਬਣਾ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਥਾਂ ਇਸ ਵਿਚਾਰ ਦੀ ਪ੍ਰਵਰਤਾ ਕੀਤੀ ਗਈ ਹੈ। ਕਈ ਸਾਈ ਸਿਓ ਪੀਰੜ ਹਰੀ ਰੰਗ ਨਵੇਲਾ ਹੋਏ, ਗੁਰਮੁਖ ਬੁੱਢੇ ਕਦੇ ਨਹੀਂ। ਜੇ ਉਹ ਅਕਾਲ ਹੈ ਤਾਂ ਇਸ ਦਾ ਭਾਵ ਇਹ ਨਾ ਸਮਝ ਲਿਆ ਜਾਵੇ ਕਿ ਉਸਦੀ ਹੋਂਦ ਕਲਪਨਾ ਦੁਆਰਾ ਹੀ ਮੰਨ ਲਈ ਗਈ ਹੈ। ਉਹ ਕੇਵਲ ਅਕਾਲ ਹੀ ਨਹੀਂ, ਸਗੋਂ ਅਕਾਲ ਮੂਰਤ ਹੈ, ਅਰਥਾਤ ਉਸਦਾ ਸਰੂਪ ਹੈ, ਉਸਦੀ ਕੋਈ ਹਸਤੀ ਹੈ, ਪਰ ਉਹ ਹਸਤੀ ਮਨੁੱਖੀ ਹਸਤੀਆਂ ਨਾਲੋਂ ਵੱਖਰੀ ਹੈ, ਕਿਉਂਕਿ ਉਹ ਕਾਲ ਰਹਿਤ ਹੈ। ਸਮੇਂ ਦੇ ਗੋੜ ਦਾ ਉਸ ਉੱਤੇ ਕੋਈ ਅਸਰ ਨਹੀਂ ਹੁੰਦਾ। ਅਜੂਨੀ ਜੇ ਉਸਨੂੰ ਮੂਰਤ ਮੰਨ ਲਿਆ ਤਾਂ ਭੁਲੇਖਾ ਪੈਂਦਾ ਹੈ ਕਿ ਹੋਰ ਮਨੁੱਖੀ ਸ਼ਖਸੀਅਤਾਂ ਵਾਂਗ ਉਹ ਵੀ ਜਨਮ ਮਰਨ ਦੇ ਚੱਕਰ ਵਿੱਚ ਨਾ ਹੋਵੇ। ਇਸ ਲਈ ਗੁਰੂ ਸਾਹਿਬਾਨ ਨੇ ਉਸਨੂੰ ਅਜੂਨੀ ਕਹਿ ਕੇ ਸਪਸ਼ਟ ਕਰ ਦਿੱਤਾ ਕਿ ਉਸਦੀ ਮੂਰਤ ਨਾ ਜੰਮਦੀ ਹੈ ਨਾ ਮਰਦੀ ਹੈ, ਉਹ ਜੂਨਾਂ ਤੋਂ ਰਹਿਤ ਹੈ। ਜੇ ਉਹ ਜੂਨਾਂ ਤੋਂ ਰਹਿਤ ਹੈ ਤਾਂ ਉਸਦੀ ਹੋਂਦ ਕਿਵੇਂ ਮੰਨੀਏ? ਉਸਨੂੰ ਬਣਾਇਆ ਕਿਸ ਨੇ ਤੇ ਕਿਵੇਂ? ਇਸ ਦਾ ਉੱਤਰ ਅਗਲੇ ਪਦ ਵਿੱਚ ਦਿੱਤਾ ਗਿਆ ਹੈ। ਸਭੈ ਉਸਨੂੰ ਬਣਾਉਣ ਵਾਲਾ ਕੋਈ ਨਹੀਂ, ਉਸਦਾ ਪ੍ਰਕਾਸ਼ ਆਪਣੇ ਤੋਂ ਹੀ ਹੋਇਆ। ਉਹ ਸਭੈ ਹੈ। ਸੈ ਅਰਥਾਤ ਆਪੇ ਤੋਂ, ਭੈ ਮਤਲਬ ਅਰਥਾਤ ਹੋਣ ਵਾਲਾ। ਉਹ ਜੂਨਾਂ ਤੋਂ ਰਹਿਤ ਹੈ। ਉਸਨੂੰ ਸਾਜਿਆ ਵੀ ਕਿਸੇ ਹੋਰ ਨੇ ਨਹੀਂ, ਸਗੋਂ ਉਸਦਾ ਸਰੂਪ ਆਪਣੇ ਆਪ ਤੋਂ ਹੀ ਹੋਂਦ ਵਿੱਚ ਆਇਆ। ਉਸਨੂੰ ਸਵੈ ਪ੍ਰਕਾਸ਼ਿਤ ਹਸਤੀ ਹੈ। ਗੁਰਪ੍ਰਸਾਦ ਸੰਕੇਤਕ ਢੰਗ ਨਾਲ ਦੱਸਿਆ ਗਿਆ ਹੈ ਕਿ ਜਿਸ ਅਕਾਲ ਪੁਰਖ ਦੇ ਸਰੂਪ ਅਤੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ, ਉਸਦੀ ਪ੍ਰਾਪਤੀ ਆਪਣੇ ਆਪ ਨਹੀਂ ਹੋ ਸਕਦੀ। ਉਸ ਨਾਲ ਅਭੇਦ ਹੋਣ ਲਈ, ਉਸਦੇ ਗੁਣਾਂ ਦਾ ਧਾਰਨੀ ਬਣਨ ਲਈ ਗੁਰੂ ਦੀ ਕਿਰਪਾ ਦੀ ਲੋੜ ਹੈ। ਉਹ ਮਿਲਦਾ ਹੈ ਤੇ ਕੇਵਲ ਗੁਰੂ ਦੀ ਕਿਰਪਾ ਦਾ ਸਦਕਾ। ਸਹੀ ਰਸਤੇ ਉੱਤੇ ਚੱਲਣ ਲਈ ਗੁਰੂ ਦੀ ਲੋੜ ਹੁੰਦੀ ਹੈ। ਉਸਦੀ ਨਦਰ ਤੇ ਮਿਹਰ ਨਾਲ ਮਨੁੱਖ ਇਸੇ ਮਾਰਗ ਦੀ ਬਣਦਾ ਹੈ। ਜਪਜੀ ਵਿੱਚ ਥਾਂ ਥਾਂ ਇਸ ਨਦਰ, ਮਿਹਰ ਜਾਂ ਪ੍ਰਸਾਦ ਦਾ ਵਰਣਨ ਆਇਆ ਹੈ। ਜੇ ਤਿਸ ਨਦਰ ਨ ਆਵੇ ਤਾਂ ਮਾਤ ਨ ਪੁੱਛੇ ਕੇ, ਜਿਨਕੋ ਨਦਰ ਕਰਮ ਤਿਨਕਾਰ, ਨਾਨਕ ਨਦਰ ਨਿਹਾਲ। ਮੂਲ ਮੰਤਰ ਵਿੱਚ ਪਰਮਾਤਮਾ ਦੇ ਪੂਰਨ ਸਰੂਪ ਦਾ ਜੋ ਚਿੱਤਰ ਖਿੱਚਿਆ ਗਿਆ ਹੈ, ਉਸ ਨਾਲ ਸਿੱਖ ਧਰਮ ਦੇ ਮੂਲ ਸਿਧਾਂਤਾਂ ਨਾਲ ਜਾਣ ਪਛਾਣ ਆਪਣੇ ਆਪ ਹੀ ਹੋ ਜਾਂਦੀ ਹੈ। ਕਬੀਰ ਜੀ ਦੇ ਕਥਨ ਅਨੁਸਾਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਗੁਰੂ ਨਾਨਕ ਦੇਵ ਜੀ ਨੇ ਹਰ ਦਾ ਪੂਰਨ ਸਰੂਪ ਚਿੱਤਰ ਕੇ ਸਾਡੇ ਲਈ ਪੂਰਨੇ ਪਾ ਦਿੱਤੇ ਹਨ। ਉਹ ਇੱਕ ਹੈ, ਸਭ ਉਸਦੇ ਰਚੇ ਹੋਏ ਹਨ, ਇਸ ਲਈ ਸਭ ਇੱਕ ਸਮਾਨ ਹਨ। ਰਚਨਹਾਰ ਸੱਚ ਹੈ ਤਾਂ ਉਸਦੀ ਰਚਨਾ ਮਿਥਿਆ ਨਹੀਂ ਹੋ ਸਕਦੀ। ਆਪ ਸੱਚ ਕੀਆ ਸਭ ਸੱਚ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜੋ ਸੰਸਾਰ ਨੂੰ ਮਿਥਿਆ ਮੰਨ ਕੇ ਤਿਆਗਣਾ ਠੀਕ ਨਹੀਂ, ਸਗੋਂ ਉਸ ਵਾਂਗ ਹੀ ਨਿਰਭਉ ਤੇ ਨਿਰਵੈਰ ਬਣ ਕੇ ਆਪ ਜਿਉਣ ਤੇ ਦੂਜਿਆਂ ਨੂੰ ਜਿਉਣਾ ਦੇਣਾ ਚਾਹੀਦਾ ਹੈ। ਪਰ ਇਹ ਸਭ ਕੁਝ ਤਾਂ ਹੀ
ਹੋ ਸਕੇਗਾ ਜੇ ਗੁਰੂ ਸ਼ਰਨ ਆ ਕੇ ਉਸ ਦੀ ਕਿਰਪਾ ਦੇ ਪਾਤਰ ਬਣਿਆ ਜਾਵੇ। ਮੂਲ ਮੰਤਰ ਤੋਂ ਅੱਗੇ ਜਾਪ ਸਿਰਲੇਖ ਹੇਠ ਬਾਣੀ ਆਰੰਭ ਹੁੰਦੀ ਹੈ। ਜਾਪ ਅਰਥਾਤ ਸਿਮਰਨ ਦੁਆਰਾ ਨਿਰੰਕਾਰ ਦੀ ਹੋਂਦ ਦਾ ਖਿਆਲ ਕਰ ਸਮੇਂ ਹਿਰਦੇ ਵਿੱਚ ਰਹਿੰਦਾ ਹੈ ਅਤੇ ਹੌਲੀ ਹੌਲੀ ਮਨੁੱਖ ਉਸ ਵਿੱਚ ਲੀਨ ਹੋ ਜਾਂਦਾ ਹੈ। ਜਾਪ ਕਰਨਾ ਹੈ ਤਾਂ ਕਿਉਂਕਿ ਇਸ ਦਾ ਅਤੇ ਕਿਵੇਂ, ਇਹਨਾਂ ਤਿੰਨਾਂ ਪ੍ਰਸ਼ਨਾਂ ਦਾ ਉੱਤਰ ਇਸ ਬਾਣੀ ਵਿੱਚ ਦਿੱਤਾ ਗਿਆ ਹੈ। ਬਾਣੀ ਦੇ ਆਰੰਭ ਵਿੱਚ ਜਾਪ ਸਿਰਲੇਖ ਦੇ ਮੰਗਲਾਚਰਨ ਵਜੋਂ ਇੱਕ ਸ਼ਲੋਕ ਲਿਖਿਆ ਗਿਆ ਹੈ। ਜਿਸ ਅਕਾਲ ਪੁਰਖ ਦਾ ਜਨਮ ਜਪਿਆ ਜਾਣਾ ਹੈ, ਉਸ ਦੀ ਸਤ ਸਰੂਪ ਦਾ ਇੱਥੇ ਫਿਰ ਵਰਣਨ ਨਹੀਂ ਕੀਤਾ ਗਿਆ ਹੈ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਫਰਮਾਉਂਦੇ ਹਨ ਕਿ ਹੇ ਨਾਨਕ, ਉਹ ਅਕਾਲ ਮੁੱਢ ਤੋਂ ਹੀ ਹੈ। ਉਸ ਦੀ ਹੋਂਦ ਸਮੇਂ ਦੀ ਰਚਨਾ ਤੋਂ ਪਹਿਲਾਂ ਦੀ ਹੈ ਅਤੇ ਜਦੋਂ ਜੁਗਾਂ ਦੀ ਰਚਨਾ ਹੋਈ ਉਦੋਂ ਵੀ ਉਹ ਸਤੀ ਸਰੂਪ ਸੀ। ਉਹ ਇਸ ਵੇਲੇ ਵੀ ਮੌਜੂਦ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਸ ਦੀ ਹੋਂਦ ਸਦਾ ਸਥਿਰ ਰਹੇਗੀ। ਇਸ ਸਤੀ ਰੂਪ ਵਿੱਚ ਬ੍ਰਹਮਾ ਦਾ ਜਾਪ ਕਰਨ ਲਈ ਸਾਰੀ ਬਾਣੀ ਵਿੱਚ ਉਪਦੇਸ਼ ਦਿੱਤਾ ਗਿਆ ਹੈ। ਹੁਣ ਅਸੀਂ ਜਪਜੀ ਦੀ ਪੌੜੀਵਾਰ ਭਾਵ ਦੱਸਣ ਦਾ ਯਤਨ ਕਰਾਂਗੇ। ਭਾਵਾਰਥ। ਪੌੜੀ ਪਹਿਲੀ। ਜੇ ਅਸੀਂ ਲੱਖਾਂ ਵਾਰ ਪਰਮਾਤਮਾ ਬਾਰੇ ਸੋਚੀਏ ਤਾਂ ਵੀ ਉਸ ਬਾਰੇ ਸੋਚ ਨਹੀਂ ਸਕਦੇ। ਜੇ ਅਸੀਂ ਚੁੱਪ ਕਰਕੇ ਅਖੰਡ ਸਮਾਧੀ ਲਈ ਰੱਖੀਏ ਤਾਂ ਵੀ ਚੁੱਪ ਕਰ ਰਹਿਣ ਨਾਲ ਮਨ ਦੀਆਂ ਬਿਰਤੀਆਂ ਸ਼ਾਂਤ ਨਹੀਂ ਹੋ ਸਕਦੀਆਂ। ਜੇ ਅਸੀਂ ਸਾਰੇ ਲੋਕਾਂ ਅਰਥਾਤ ਸਾਰੇ ਭਾਵਾਂ ਦਾ ਪਾਰ ਬੰਨ ਲਈਏ ਤਾਂ ਵੀ ਭੁੱਖਿਆਂ ਦੀ ਭੁੱਖ ਨਹੀਂ ਮਿਟਣੀ। ਸਾਡੇ ਕੋਲ ਹਜ਼ਾਰਾਂ ਲੱਖਾਂ ਸਿਆਣਪਾਂ ਕਿਉਂ ਨਾ ਹੋਣ, ਪਰ ਅੰਤ ਸਮੇਂ ਸਾਡੇ ਨਾਲ ਇੱਕ ਵੀ ਨਹੀਂ ਨਿਭਦੀ। ਫਿਰ ਅਸੀਂ ਸਚਿਆਰੇ ਅਰਥਾਤ ਸੱਚ ਨੂੰ ਪ੍ਰਾਪਤ ਕਰਨ ਯੋਗ ਕਿਵੇਂ ਬਣੀਏ ਅਤੇ ਕੂੜ ਦੀ ਕੰਧ ਨੂੰ ਕਿਵੇਂ ਢਾਇਆ ਜਾਵੇ। ਮਾਇਆ ਰੂਪੀ ਕੂੜ ਨੇ ਸਾਡੇ ਅਤੇ ਉਸ ਅਕਾਲ ਪੁਰਖ ਦੇ ਵਿੱਚ ਜੋ ਵਿੱਥ ਪਾ ਦਿੱਤੀ ਹੈ, ਉਹ ਕਿਵੇਂ ਦੂਰ ਹੋਵੇ। ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਅਰਥਾਤ ਉਸ ਦੀ ਰਜ਼ਾ ਅਨੁਸਾਰ ਜੀਵਨ ਬਿਤਾਉਣਾ ਕੂੜ ਦੀ ਕੰਧ ਨੂੰ ਢਾਉਣ ਦੀ ਇਹ ਵਿਧੀ ਹੈ। ਪਰ ਹੇ ਨਾਨਕ, ਇਹ ਵਿਧੀ ਪੂਰ ਦਰਗਾਹੋਂ ਨਾਲ ਲਿਖੀ ਆਉਂਦੀ ਹੈ, ਬੰਦੇ ਦੇ ਵੱਸ ਦੀ ਗੱਲ ਨਹੀਂ। ਇਸ ਪੌੜੀ ਵਿੱਚ ਜਪਜੀ ਦੀ ਮੂਲ ਸਮੀਖਿਆ ਕਿਵੇਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਨੂੰ ਮੁੱਖ ਰੱਖ ਕੇ ਦੱਸਿਆ ਹੈ ਕਿ ਮਨੁੱਖ ਇਸ ਸੰਸਾਰ ਵਿੱਚ ਮਾਇਆ ਦੇ ਪ੍ਰਭਾਵ ਅਧੀਨ ਆਪਣੇ ਜੀਵਨ ਆਦਰਸ਼ ਨੂੰ ਭੁੱਲ ਕੇ ਕੁਕਰਮਾਂ ਵਿੱਚ ਫਸ ਜਾਂਦਾ ਹੈ ਅਤੇ ਇਸ ਪ੍ਰਕਾਰ ਦੁਰਲਭ ਜਨਮ ਵਿਰਥਾ ਗੁਆ ਦਿੰਦਾ ਹੈ। ਮੁਕਤ ਹੋਣ ਲਈ ਉਹ ਜਿਹੜੇ ਯਤਨ ਕਰਦਾ ਹੈ, ਉਨ੍ਹਾਂ ਵਿੱਚੋਂ ਕੁਝ ਵਿਸ਼ੇਸ਼ ਸਮਝੇ ਜਾਂਦੇ ਯਤਨ ਬਾਰੇ ਵਰਣਨ ਕਰਦਿਆਂ ਹੋਇਆਂ ਗੁਰੂ ਸਾਹਿਬਾਨ ਨੇ ਮੂਲ ਰੋਗ ਵੱਲ ਧਿਆਨ ਦਿਵਾ ਕੇ ਉਸ ਨੂੰ ਦੂਰ ਕਰਨ ਦੀ ਪ੍ਰੇਰਣਾ ਦਿੱਤੀ ਹੈ। ਜਿਸ ਸਮੱਸਿਆ ਦਾ ਵਰਣਨ ਸਾਰੀ ਬਾਣੀ ਵਿੱਚ ਕੀਤਾ ਜਾਣਾ ਹੈ, ਉਸ ਨੂੰ ਇੱਕ ਪ੍ਰਸ਼ਨ ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਸਚਿਆਰਾ ਹੋਇਆ ਕਿਵੇਂ ਕੂੜੇ ਟੁੱਟੇ ਪਾਲ। ਪੌੜੀ 2। ਪਰਮਾਤਮਾ ਦੇ ਹੁਕਮ ਨਾਲ ਸਾਰਾ ਆਕਾਰ ਸ੍ਰਿਸ਼ਟੀ ਬਣਿਆ ਹੈ। ਹੁਕਮ ਕੀ ਹੈ, ਇਸ ਬਾਰੇ ਦੱਸਿਆ ਨਹੀਂ ਜਾ ਸਕਦਾ, ਪਰ ਇਹ ਆਵੰਸ਼ ਹੀ ਕਿਹਾ ਜਾ ਸਕਦਾ ਹੈ ਕਿ ਹੁਕਮ ਨਾਲ ਹੀ ਜੀਵਾਂ ਦੀ ਉਤਪਤੀ ਹੁੰਦੀ ਹੈ ਅਤੇ ਹੁਕਮ ਨਾਲ ਹੀ ਵਡਿਆਈ ਮਿਲਦੀ ਹੈ। ਹੁਕਮ ਨਾਲ ਹੀ ਉੱਤਮ ਤੇ ਨੀਚ ਬਣਦਾ ਹੈ। ਹੁਕਮ ਦੁਆਰਾ ਲਿਖੇ ਲੇਖਾਂ ਅਨੁਸਾਰ ਦੁੱਖ ਸੁੱਖ ਪਾਈਦਾ ਹੈ। ਹੁਕਮ ਅਨੁਸਾਰ ਹੀ ਕੁਝ ਮਨੁੱਖਾਂ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਅਤੇ ਹੁਕਮ ਵਿੱਚ ਹੀ ਕਈ ਜੀਵ ਆਵਾਗਮਨ ਤੇ ਚੱਕਰ ਵਿੱਚ ਘੁੰਮਦੇ ਰਹਿੰਦੇ ਹਨ। ਸਭ ਸ੍ਰਿਸ਼ਟੀ ਹੁਕਮ ਦੇ ਅਧੀਨ ਹੈ। ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਹੇ ਨਾਨਕ, ਜੋ ਵਿਅਕਤੀ ਪਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਸਮਝ ਲੈਂਦਾ ਹੈ ਅਤੇ ਫਿਰ ਉਸਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ, ਉਹ ਫਿਰ ਹਉਮੈ ਵਾਲੇ ਬਚਨ ਨਹੀਂ ਬੋਲਦਾ। ਹੁਕਮ ਨੂੰ ਬੁੱਝ ਲੈਂਦਾ ਹੈ, ਉਹ ਹਉਮੈ ਦਾ ਤਿਆਗ ਕਰਕੇ
ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਨੇੜੇ ਪਹੁੰਚ ਜਾਂਦਾ ਹੈ। ਪੌੜੀ 3। ਜੇ ਕਿਸੇ ਵਿੱਚ ਉਸਤਤ ਕਰਨ ਦਾ ਬਲ ਹੁੰਦਾ ਹੈ ਤਾਂ ਉਹ ਪਰਮਾਤਮਾ ਦੀ ਤਾਕਤ ਦਾ ਜਸ ਗਾਉਂਦਾ ਹੈ। ਕੋਈ ਪਰਮਾਤਮਾ ਨੂੰ ਦਾਨ ਦਾ ਪ੍ਰਤੀਕ ਮਿੱਥ ਕੇ ਉਸਦੇ ਗੀਤ ਗਾਉਂਦਾ ਹੈ। ਕੋਈ ਉਸ ਦੀਆਂ ਵਡਿਆਈਆਂ ਤੇ ਪ੍ਰਸ਼ੰਸਾ ਕਰਦਾ, ਕੋਈ ਵਿਦਿਆ ਦੁਆਰਾ ਉਸ ਤੋਂ ਕਠਿਨ ਅਰਥਾਤ ਵਿਖਮ ਗਿਆਨ ਦੀ ਵਿਖਿਆਨ ਕਰਦਾ ਹੈ। ਕੋਈ ਪ੍ਰਭੂ ਦੀ ਸਿਰਜਣਾ ਅਤੇ ਵਿਨਾਸ਼ ਕਰਨ ਦੀ ਸ਼ਕਤੀ ਨੂੰ ਮੁੱਖ ਰੱਖ ਕੇ ਉਸਦੇ ਗੁਣ ਗਾਉਂਦਾ ਹੈ। ਕੋਈ ਉਸਦੀ ਇਸ ਲਈ ਉਸਤਤ ਕਰਦਾ ਹੈ ਕਿ ਉਹ ਹੀ ਜੀਵ ਆਤਮਾ ਦਾ ਦਾਨ ਦਿੰਦਾ ਹੈ ਅਤੇ ਫਿਰ ਉਹ ਹੀ ਉਸ ਨੂੰ ਵਾਪਿਸ ਲੈਂਦਾ ਹੈ। ਕੋਈ ਉਸ ਨੂੰ ਇਸ ਲਈ ਗਾਉਂਦਾ ਹੈ ਕਿ ਉਹ ਦੂਰ ਵਸਦਾ ਪ੍ਰਤੀਤ ਹੁੰਦਾ ਹੈ। ਕੋਈ ਇਸ ਲਈ ਉਸ ਨੂੰ ਇਸ ਲਈ ਗਾਉਂਦਾ ਹੈ ਕਿ ਉਸ ਨੂੰ ਹਰ ਥਾਂ ਹਾਜ਼ਰ ਨਾਜ਼ਰ ਵੇਖਦਾ ਹੈ। ਉਹਦੇ ਗੁਣਾਂ ਦਾ ਕਿਤਨਾ ਵੀ ਕਥਨ ਕਿਉਂ ਨਾ ਕੀਤਾ ਜਾਵੇ, ਫਿਰ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਰੋੜਾਂ ਵਿਅਕਤੀਆਂ ਉਸ ਦੇ ਗੁਣਾਂ ਦਾ ਕਥਨ ਕਰਦੇ ਰਹਿੰਦੇ ਹਨ, ਪਰ ਉਸ ਦਾ ਪਾਰਾਵਾਰ ਨਹੀਂ ਪਾ ਸਕਦੇ। ਉਹ ਦਾਤਾਂ ਦਿੰਦਾ ਹੀ ਰਹਿੰਦਾ ਹੈ। ਲੈਣ ਵਾਲੇ ਲੈ ਲੈ ਕੇ ਥੱਕ ਜਾਂਦੇ ਹਨ ਅਤੇ ਜੁਗਾਂ ਜੁਗੰਤਰਾਂ ਤੱਕ ਉਹਨਾਂ ਨੂੰ ਖਾਂਦੇ ਰਹਿੰਦੇ ਹਨ, ਪਰ ਫਿਰ ਵੀ ਪਰਮਾਤਮਾ ਦੀ ਦਾਤ ਵਿੱਚ ਤੋਟ ਨਹੀਂ ਆਉਂਦੀ। ਹਰ ਕੋਈ ਆਪਣੀ ਤੁੱਛ ਸ਼ਕਤੀ ਅਨੁਸਾਰ ਪਰਮਾਤਮਾ ਨੂੰ ਸਮਝ ਕੇ ਉਸਦੇ ਕਿਸੇ ਨਾ ਕਿਸੇ ਪੱਖ ਦਾ ਜਸ ਗਾਉਂਦਾ ਹੈ, ਪਰ ਪਰਮਾਤਮਾ ਇਤਨਾ ਵਿਸ਼ਾਲ ਅਤੇ ਵਿਰਾਟ ਹੈ ਕਿ ਕਰੋੜਾਂ ਮਨੁੱਖਾਂ ਦੁਆਰਾ ਉਸਦੇ ਗੁਣਾਂ ਨੂੰ ਗਾਏ ਜਾਣ ਦਾ ਉਪਰੰਤ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਆਪਣੇ ਹੁਕਮ ਨਾਲ ਹੀ ਸਭ ਸ੍ਰਿਸ਼ਟੀ ਨੂੰ ਆਪਣੇ ਮਾਰਗ ਤੇ ਤੱਗੇ ਚਲਾ ਰਿਹਾ ਹੈ। ਹੇ ਨਾਨਕ, ਫਿਰ ਵੀ ਉਹ ਬੇਪਰਵਾਹ ਪਰਮਾਤਮਾ ਇਸ ਦ੍ਰਿਸ਼ਟੀ ਵਿਧਾਨ ਨੂੰ ਵੇਖ ਕੇ ਸਦਾ ਆਨੰਦਮਈ ਅਵਸਥਾ ਵਿੱਚ ਰਹਿੰਦਾ ਹੈ। ਪੌੜੀ 4। ਪਰਮਾਤਮਾ ਸੱਚਾ ਹੈ, ਉਸ ਦਾ ਨਾਮ ਸੱਚਾ ਹੈ। ਉਸ ਦੇ ਗੁਣਾਂ ਦਾ ਵਰਣਨ ਪ੍ਰੇਮ ਦੀ ਬੋਲੀ ਵਿੱਚ ਵੀ ਕੀਤਾ ਜਾ ਸਕਦਾ ਹੈ। ਲੋਕੀ ਉਸ ਦੇ ਗੁਣਾਂ ਦੀ ਸਿਫਤ ਕਰਦੇ ਰਹਿੰਦੇ ਹਨ ਅਤੇ ਦੇ ਕੇ ਕਹਿ ਕੇ ਉਸ ਪਾਸੋਂ ਮੰਗਦੇ ਹਨ। ਪਰਮਾਤਮਾ ਸਦਾ ਦਿੰਦਾ ਹੀ ਰਹਿੰਦਾ ਹੈ। ਜਦ ਸਭ ਵਸਤਾਂ ਉਸੇ ਦੀਆਂ ਦਿੱਤੀਆਂ ਹੋਈਆਂ ਹਨ, ਤਾਂ ਫਿਰ ਕਿਹੜੀ ਵਸਤ ਉਸ ਅੱਗੇ ਭੇਟ ਕਰੀਏ ਜਿਸ ਦੁਆਰਾ ਉਸ ਦੇ ਦਰਬਾਰ ਦੇ ਦਰਸ਼ਨ ਪ੍ਰਾਪਤ ਹੋ ਸਕੇ। ਅਰਥਾਤ ਕਿਸ ਤਰ੍ਹਾਂ ਦਾ ਦਾਨ ਪੁੰਨ ਕਰਕੇ ਅਸੀਂ ਉਸਦੀ ਬਖਸ਼ੀਸ਼ ਦੇ ਪਾਤਰ ਬਣ ਸਕਦੇ ਹਾਂ। ਅਸੀਂ ਮੂੰਹਾਂ ਕੀ ਬੋਲੀਏ ਜਿਸ ਤੋਂ ਤਰੇ, ਜਿਸ ਨੂੰ ਸੁਣ ਕੇ ਉਹ ਸਾਨੂੰ ਪਿਆਰ ਕਰਨ ਲੱਗ ਜਾਵੇ। ਪ੍ਰਭਾਤ ਵੇਲੇ ਉੱਠ ਕੇ ਸਤਿਨਾਮ ਵਾਲੇ ਪਰਮਾਤਮਾ ਦਾ ਧਿਆਨ ਕਰੀਏ। ਉਹ ਬੇਅੰਤ ਪਰਮਾਤਮਾ ਬੇਅੰਤ ਦਾਤਾ ਦੇਣ ਵਾਲਾ ਹੈ। ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਉਸ ਦੇ ਸਾਹਮਣੇ ਰੱਖ ਕੇ ਉਸ ਦੇ ਦਰਸ਼ਨਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਸ ਨੂੰ ਪ੍ਰਾਪਤ ਕਰਨ ਦਾ ਸਾਧਨ ਤਾਂ ਕੇਵਲ ਇਹ ਹੀ ਹੈ ਕਿ ਅੰਮ੍ਰਿਤ ਵੇਲੇ ਸਚ ਨਾਮ ਵਿੱਚ ਲਿਵ ਜੋੜ ਲਈ ਜਾਵੇ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਜਾਵੇ। ਇਸ ਪ੍ਰਕਾਰ ਪ੍ਰਭੂ ਦੀ ਮਿਹਰ ਨਾਲ ਸਰੀਰ ਰੂਪੀ ਵਸਤਰਾ ਮਿਲਦੀ ਹੈ ਅਤੇ ਮਿਹਰ ਦੀ ਦ੍ਰਿਸ਼ਟੀ ਨਾਲ ਮੁਕਤੀ ਦਾ ਦੁਆਰ ਪ੍ਰਾਪਤ ਹੁੰਦਾ ਹੈ। ਹੇ ਨਾਨਕ, ਇਸ ਅਵਸਥਾ ਤੇ ਪਹੁੰਚ ਕੇ ਤਾਂ ਫਿਰ ਇਹ ਹੀ ਪ੍ਰਤੀਤ ਹੁੰਦਾ ਹੈ ਕਿ ਹਰ ਥਾਂ ਉਹ ਪ੍ਰਭੂ ਆਪ ਹੀ ਪਸਾਰ ਰਿਹਾ ਹੈ। ਪੌੜੀ 5। ਉਸ ਪਰਮਾਤਮਾ ਨੂੰ ਸਾਜਿਆ ਨਹੀਂ ਜਾ ਸਕਦਾ ਅਤੇ ਨਾ ਹੀ ਉਹ ਕਿਸੇ ਦਾ ਬਣਿਆ ਹੈ, ਕਿਉਂਕਿ ਸਭ ਕੁਝ ਉਹ ਆਪ ਹੀ ਆਪ ਹੈ। ਜਿਨ੍ਹਾਂ ਨੇ ਉਸ ਪਰਮਾਤਮਾ ਦੇ ਅਰਾਧਨਾ ਕੀਤੀ ਹੈ, ਉਹਨਾਂ ਦੇ ਮਾਣ ਪ੍ਰਾਪਤ ਕੀਤਾ ਹੈ। ਹੇ ਨਾਨਕ, ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਗੁਣਾਂ ਦੇ ਭੰਡਾਰ ਪਰਮਾਤਮਾ ਦੀ ਸਿਫਤ ਕਰੀਏ, ਉਸ ਦੇ ਗੁਣਾਂ ਦਾ ਗਾਇਨ ਕਰੀਏ, ਉਸ ਦਾ ਨਾਮ ਸੁਣੀਏ ਅਤੇ ਉਸ ਦੇ ਪ੍ਰੇਮ ਦੀ ਭਾਵਨਾ ਨੂੰ ਮਨ ਵਿੱਚ ਟਿਕਾਈਏ। ਇਹ ਕੁਝ ਕਰਨ ਨਾਲ ਹੀ ਮਨੁੱਖ ਆਪਣੇ ਦੁੱਖ ਦੂਰ ਕਰਕੇ ਹਿਰਦੇ ਰੂਪੀ ਘਰ ਵਿੱਚ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਸਿੱਖਿਆ ਦੁਆਰਾ ਹੀ ਉਸ ਦੇ ਨਾਮ ਤੇ ਤਿਆਗ
ਨਾਮ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ ਦੀ ਸਿੱਖਿਆ ਰਾਹੀਂ ਹੀ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਪਰਮਾਤਮਾ ਹਰ ਥਾਂ ਸਮਾਇਆ ਹੋਇਆ ਹੈ। ਗੁਰੂ ਹੀ ਸਾਡੇ ਲਈ ਸ਼ਿਵ ਜੀ, ਗੋਰਖ ਤੇ ਬ੍ਰਹਮਾ ਤੇ ਗੁਰੂ ਹੀ ਹੈ ਤੇ ਮਾਈ ਪਾਰਵਤੀ ਹੈ। ਅਕਾਲ ਪੁਰਖ ਦਾ ਗਿਆਨ ਪ੍ਰਾਪਤ ਕਰਨ ਕਰਕੇ ਵੀ ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ, ਕਿਉਂਕਿ ਉਸ ਦਾ ਵਰਣਨ ਕਥਨੀ ਦੁਆਰਾ ਹੋ ਹੀ ਨਹੀਂ ਸਕਦਾ। ਹੇ ਸਤਿਗੁਰ, ਮੈਨੂੰ ਇਸ ਗੱਲ ਦੀ ਸੋਝੀ ਕਰਾ ਦੇ ਕਿ ਸਾਰਿਆਂ ਜੀਵਾਂ ਦਾ ਦਾਤਾ ਉਹ ਇੱਕੋ ਪਰਮਾਤਮਾ ਹੀ ਹੈ ਅਤੇ ਮੈਂ ਉਸਨੂੰ ਕਿਸੇ ਸਮੇਂ ਵੀ ਭੁੱਲ ਨਾ ਜਾਵਾਂ। ਪੌੜੀ 6। ਮੈਂ ਤੀਰਥਾਂ ਉੱਪਰ ਜਾ ਕੇ ਤਦ ਹੀ ਇਸ਼ਨਾਨਾਂ ਕਰਕੇ ਪਰਮਾਤਮਾ ਨੂੰ ਚੰਗਾ ਲੱਗਾ। ਜੇ ਮੈਂ ਪਰਮਾਤਮਾ ਨੂੰ ਚੰਗਾ ਹੀ ਨਹੀਂ ਲੱਗਦਾ ਤਾਂ ਇਸ਼ਨਾਨਾਂ ਕਰਕੇ ਕੀ ਕਰਨਾ ਹੈ। ਜਿਤਨੀ ਵੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ ਉਸ ਵਿੱਚ ਕਿਸੇ ਨੂੰ ਵੀ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਮਿਲਦਾ ਅਤੇ ਨਾ ਹੀ ਕੋਈ ਕੁਝ ਲੈ ਸਕਦਾ ਹੈ। ਜੇ ਗੁਰੂ ਦੀ ਸਿੱਖਿਆ ਸੁਣ ਲਈ ਜਾਵੇ ਤਾਂ ਮਨੁੱਖ ਦੀ ਬੁੱਧੀ ਅੰਦਰ ਵੀ ਮੋਤੀ, ਜਵਾਹਰ, ਰਤਨ ਆਦਿ ਪ੍ਰਾਪਤ ਹੋ ਸਕਦੇ ਹਨ। ਹੇ ਸਤਿਗੁਰ, ਮੈਨੂੰ ਇਸ ਗੱਲ ਦਾ ਗਿਆਨ ਦੇ ਕੇ ਸਭਨਾ ਜੀਵਾਂ ਨੂੰ ਦਾਨ ਦੇਣ ਵਾਲਾ ਉਹ ਪਰਮਾਤਮਾ ਹੀ ਹੈ ਅਤੇ ਮੈਂ ਸਦਾ ਉਸ ਨੂੰ ਹਿਰਦੇ ਵਿੱਚ ਵਸਾਈ ਰੱਖਾਂ, ਕਿਉਂਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਜੇ ਇਸ ਸੰਸਾਰ ਵਿੱਚ ਕੁਝ ਪ੍ਰਾਪਤ ਹੋ ਸਕਦਾ ਹੈ ਤਾਂ ਕੇਵਲ ਪ੍ਰਭੂ ਦੀ ਮਿਹਰ ਨਾਲ ਹੀ ਹੋ ਸਕਦਾ ਹੈ ਅਤੇ ਪ੍ਰਭੂ ਦੀ ਕਿਰਪਾ ਦਾ ਪਾਤਰ ਬਣਨ ਲਈ ਗੁਰੂ ਦੀ ਸਿੱਖਿਆ ਦੀ ਅਤਿ आवश्यकता ਹੁੰਦੀ ਹੈ। ਪੌੜੀ 7। ਜੇ ਕਿਸੇ ਵਿਅਕਤੀ ਦੀ ਉਮਰ 4 ਯੁਗਾਂ ਜਿਤਨੀ ਹੋ ਜਾਵੇ, ਇਤਨੀ ਹੀ ਨਹੀਂ ਸਗੋਂ ਇਸ ਤੋਂ ਵੀ 10 ਗੁਣਾ ਵਧੇਰੀ ਉਮਰ ਹੋ ਜਾਵੇ ਤਾਂ ਉਸ ਵਿਅਕਤੀ ਨੂੰ ਸਾਰੀ ਸ੍ਰਿਸ਼ਟੀ ਵਿੱਚ ਜਾਣਿਆ ਜਾਂਦਾ ਹੋਵੇ। ਲੋਕੀ ਉਸ ਪਿੱਛੇ ਲੱਗੇ ਤੁਰਦੇ ਹੋਣ ਅਤੇ ਚੰਗਾ ਨਾਮ ਖੱਟ ਕੇ ਜਗਤ ਵਿੱਚ ਉਸ ਦੀ ਕੀਰਤੀ ਅਤੇ ਜਸ ਵਿਆਪਤ ਹੋ ਜਾਵੇ, ਪਰ ਇਹ ਕੁਝ ਹੁੰਦਿਆਂ ਵੀ ਜੇ ਉਸ ਉੱਤੇ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ ਤਾਂ ਉਸ ਦੀ ਕੋਈ ਬਾਤ ਵੀ ਨਹੀਂ ਪੁੱਛਦਾ। ਅਜਿਹਾ ਮਨੁੱਖ ਕੀੜਿਆਂ ਵਿੱਚੋਂ ਇੱਕ ਕੀੜਾ ਹੀ ਸਮਝਿਆ ਜਾਂਦਾ ਹੈ ਅਤੇ ਉਸ ਉੱਤੇ ਕਈ ਤਰ੍ਹਾਂ ਦੇ ਦੋਸ਼ ਥੱਪੇ ਜਾ ਸਕਦੇ ਹਨ। ਪਰ ਹੇ ਨਾਨਕ, ਉਹ ਪਰਮਾਤਮਾ ਗੁਣਹੀਨ ਨੂੰ ਗੁਣਵਾਨ ਅਤੇ ਗੁਣਵਾਨਾਂ ਨੂੰ ਤੇ ਹੋਰ ਅਧਿਕ ਗੁਣਵਾਨ ਬਣਾ ਦਿੰਦਾ ਹੈ। ਉਹ ਜਿਹਾ ਉਸ ਬਿਨਾਂ ਕੋਈ ਹੋਰ ਨਜ਼ਰ ਨਹੀਂ ਆਉਂਦਾ ਜੋ ਗੁਣਹੀਨਾਂ ਨੂੰ ਗੁਣਵਾਨ ਬਣਾ ਸਕਦਾ ਹੋਵੇ। ਜੇ ਕੋਈ ਵਿਅਕਤੀ ਆਪਣਾ ਸਾਧਨਾ ਮਾਰਗ ਦੁਆਰਾ ਕਿਤਨੀ ਵੀ ਆਯੂ ਲੰਬੀ ਕਰਕੇ ਚੁਕੱਟੀ ਆਪਣੀ ਕੀਰਤੀ ਕਿਉਂ ਨਾ ਫੈਲਾ ਲਵੇ, ਪਰ ਫਿਰ ਵੀ ਪ੍ਰਭੂ ਦੀ ਮਿਹਰ ਦਾ ਪਾਤਰ ਬਣਨ ਲਈ ਪ੍ਰਭੂ ਦੀ ਬੇਦੰਗੀ ਧਰਮ आवश्यक ਹੈ। ਪੌੜੀ 8। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸੁਣਿਆ ਹੈ ਉਹ ਸਿੱਧ, ਪੀਰ, ਦੇਵਤੇ ਤੇ ਨਾਥਾਂ ਤੇ ਤੁਲ ਹੋ ਗਏ ਹਨ। ਜਿਨ੍ਹਾਂ ਨੇ ਨਾਮ ਸੁਣਿਆ ਹੈ ਉਹ ਧਰਤੀ ਦੀ ਭਾਰ ਚੁੱਕਣ ਵਾਲੇ ਬਲਦ ਅਤੇ ਆਕਾਸ਼ ਵਿੱਚ ਸੋਝੀ ਪ੍ਰਾਪਤ ਕਰ ਲੈਂਦੇ ਹਨ। ਜਿਨ੍ਹਾਂ ਨੇ ਨਾਮ ਸੁਣਿਆ ਹੈ ਉਹ ਦੀਪਾਂ, ਲੋਕਾਂ ਅਤੇ ਪਾਤਾਲਾਂ ਵਿੱਚ ਜਾਣੇ ਗਏ ਹਨ। ਜਿਨ੍ਹਾਂ ਦੇ ਨਾਮ ਸੁਣਿਆ ਹੈ ਉਹਨਾਂ ਨੂੰ ਕਾਲ ਪੋ ਨਹੀਂ ਸਕਦਾ। ਹੇ ਨਾਨਕ, ਭਗਤ ਲੋਕ ਸਦਾ ਹੀ ਅਸੰਦਮਈ ਅਵਸਥਾ ਵਿੱਚ ਰਹਿੰਦੇ ਹਨ, ਕਿਉਂਕਿ ਨਾਮ ਦੇ ਸੁਣਨ ਕਰਕੇ ਉਹਨਾਂ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਗਿਆ ਹੈ। ਪ੍ਰਭੂ ਦਾ ਨਾਮ ਸੁਣਨਾ ਬਹੁਤ ਹੀ ਲਾਭਦਾਇਕ ਅਤੇ ਉੱਨਤੀ ਪ੍ਰਦਾਨ ਕਰਨ ਵਾਲਾ ਹੈ। ਜੋ ਵਿਅਕਤੀ ਨਾਮ ਸੁਣਦਾ ਹੈ ਉਸਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਮੌਤ ਦੇ ਪੰਜੇ ਤੋਂ ਸਦਾ ਲਈ ਮੁਕਤ ਹੋ ਜਾਂਦਾ ਹੈ। ਪੌੜੀ 9। ਨਾਮ ਸ਼ਰਵਣ ਕਰਨ ਵਾਲਾ ਸਾਧਾਰਨ ਵਿਅਕਤੀ ਵੀ ਸ਼ਿਵ, ਬ੍ਰਹਮਾ, ਇੰਦਰ ਦੀ ਪਦਵੀ ਪ੍ਰਾਪਤ ਕਰਦਾ ਹੈ। ਨਾਮ ਸੁਣਨ ਨਾਲ ਮਾੜੀਆਂ ਰੁਚੀਆਂ ਵਾਲੇ ਮਨੁੱਖ ਦੇ ਮੁਖ ਵਿੱਚ ਪ੍ਰਭੂ ਦੀ ਸਿਫਤ ਕਰਨ ਯੋਗ ਹੋ ਜਾਂਦਾ ਹੈ। ਸੁਣਨ ਨਾਲ ਹੀ ਯੋਗ ਦੀ ਯੁਕਤੀ ਅਤੇ ਸਰੀਰ ਦੇ ਭੇਦਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਸੁਣਨ ਨਾਲ ਹੀ ਵੇਦ, ਸ਼ਾਸਤਰਾਂ ਅਤੇ ਸਿਮਰਤੀਆਂ ਦਾ ਗਿਆਨ ਮਿਲਦਾ ਹੈ।
हे ਨਾਨਕ, ਭਗਤ ਜਨ ਸਦਾ ਪ੍ਰਸੰਨ ਰਹਿੰਦੇ ਹਨ ਅਤੇ ਨਾਮ ਸੁਣਨ ਦੇ ਨਾਲ ਉਹਨਾਂ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਪੌੜੀ 10th। ਪ੍ਰਭੂ ਦਾ ਨਾਮ ਸੁਣਨ ਨਾਲ ਸਤ ਸੰਤੋਖ ਅਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੁਣਨ ਨਾਲ 18 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲਦਾ ਹੈ। ਸੁਣਨ ਨਾਲ ਉਹ ਮਾਣ ਪ੍ਰਾਪਤ ਹੁੰਦਾ ਹੈ ਜੋ ਪੜ੍ਹ ਕੇ ਲੋਕ ਪ੍ਰਾਪਤ ਕਰਦੇ ਹਨ। ਪ੍ਰਭੂ ਦਾ ਨਾਮ ਸੁਣਨ ਨਾਲ ਸਹਿਜੇ ਹੀ ਚਿੰਤਾ ਜੁੜ ਜਾਂਦੀ ਹੈ ਅਤੇ ਸਮਾਧੀ ਦੀ ਅਵਸਥਾ ਵਿਆਪਤ ਹੋ ਜਾਂਦੀ ਹੈ। ਪੌੜੀ 11th। ਪ੍ਰਭੂ ਦਾ ਨਾਮ ਸੁਣਨ ਨਾਲ ਸਾਧਾਰਨ ਵਿਅਕਤੀ ਗੁਣਾਂ ਦੇ ਸਮੁੰਦਰਾਂ ਵਰਗੇ ਹੋ ਜਾਂਦੇ ਹਨ। ਸੁਣਨ ਨਾਲ ਸ਼ੇਖਾਂ, ਪੀਰਾਂ ਅਤੇ ਪਾਤਸ਼ਾਹਾਂ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਸੁਣਨ ਨਾਲ ਅੰਨੇ ਵਿਅਕਤੀ ਵੀ ਰਾਹ ਲੱਭ ਲੈਂਦੇ ਹਨ, ਭਾਵ ਅਗਿਆਨੀ ਪ੍ਰਸ਼ਨ ਦੀ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਸੁਣਨ ਨਾਲ ਸੰਸਾਰ ਰੂਪੀ ਮਹਾਨ ਸਾਗਰ ਦੀ ਥਾਂ ਵੀ ਮਿਲ ਜਾਂਦੀ ਹੈ, ਅਰਥਾਤ ਸੰਸਾਰ ਦੀ ਵਾਸਤਵਿਕਤਾ ਦਾ ਗਿਆਨ ਹੋ ਜਾਂਦਾ ਹੈ। ਇਹਨਾਂ ਦੋਹਾਂ ਪੌੜੀਆਂ ਵਿੱਚ ਸ਼ਰਵਣ ਦਾ ਮਹੱਤਵ ਦੱਸਿਆ ਗਿਆ ਹੈ। ਜੋ ਵਿਅਕਤੀ ਪ੍ਰਭੂ ਦਾ ਨਾਮ ਸੁਣਦਾ ਹੈ, ਉਸ ਨੂੰ ਇਸ ਸੰਸਾਰ ਵਿੱਚ ਅਪ੍ਰਾਪਤ, ਦੁਰਲਭ ਤੇ ਮਹਾਨ ਤੋਂ ਮਹਾਨ ਵਸਤਾਂ ਮਿਲ ਜਾਂਦੀਆਂ ਹਨ ਅਤੇ ਉਸ ਦਾ ਗੌਰਵ ਵੀ ਵੱਧ ਜਾਂਦਾ ਹੈ। ਪੌੜੀ 12th। ਮਨਨ ਕਰਨ ਵਾਲੇ ਵਿਅਕਤੀ ਦੀ ਗਤ ਕਿਸੇ ਤੋਂ ਵੀ ਕਹੀ ਨਹੀਂ ਜਾ ਸਕਦੀ, ਅਰਥਾਤ ਉਸਦੀ ਦਸ਼ਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਹਠ ਕਰਕੇ ਕਹੇਗਾ ਵੀ ਤਾਂ ਵੀ ਪਿੱਛੋਂ ਪਛਤਾਵੇਗਾ, ਕਿਉਂਕਿ ਉਸ ਨੂੰ ਗਿਆਨ ਹੋ ਜਾਵੇਗਾ ਕਿ ਉਸਨੇ ਜੋ ਕਿਹਾ ਹੈ ਉਹ ਥੋੜ੍ਹਾ ਹੈ। ਨਾਮ ਨੂੰ ਮੰਨਣ ਵਾਲੇ ਵਿਅਕਤੀ ਦੀ ਗਤੀ ਲਿਖਣ ਵਾਸਤੇ ਨਾ ਕੋਈ ਕਾਗਜ਼ ਹੈ, ਨਾ ਕਲਮ ਅਤੇ ਨਾ ਹੀ ਲਿਖਾਰੀ। ਮਨਨ ਕਰਨ ਵਾਲੇ ਦਾ ਕਿਸ ਨਾਲ ਬਹਿ ਕੇ ਵਿਚਾਰ ਕੀਤਾ ਜਾਵੇ? ਅਜਿਹਾ ਕੋਈ ਹੈ ਹੀ ਨਹੀਂ। ਇਹੋ ਜਿਹਾ ਹੈ ਨਿਰੰਜਨ, ਮਾਇਆ ਤੋਂ ਰਹਿਤ ਪਰਮਾਤਮਾ ਦਾ ਨਾਮ। ਜੇ ਕੋਈ ਅਜਿਹਾ ਨਾਮ ਨੂੰ ਮਿਲੇਗਾ, ਉਹੀ ਉਸਨੂੰ ਮਨ ਵਿੱਚ ਜਾਣੇਗਾ। ਇਸ ਪੌੜੀ ਵਿੱਚ ਮਨਨ ਬਾਰੇ ਦੱਸਦਿਆਂ ਹੋਇਆ ਕਿਹਾ ਗਿਆ ਹੈ ਕਿ ਜੋ ਪ੍ਰਭੂ ਦੇ ਨਾਮ ਨੂੰ ਮੰਨਦੇ ਹਨ, ਉਹਨਾਂ ਦੀ ਅਵਸਥਾ ਮਹਾਨ ਹੋ ਜਾਂਦੀ ਹੈ, ਉਹਨਾਂ ਦੀ ਵਡਿਆਈ ਕਥਨੀ ਤੋਂ ਬਾਹਰ ਹੋ ਜਾਂਦੀ ਹੈ। ਗੁਰਮਤਿ ਵਿੱਚ ਮਨਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਪੌੜੀ 13th। ਜੋ ਨਾਮ ਨੂੰ ਮੰਨੇਗਾ, ਉਸਦਾ ਮਨ ਅਤੇ ਉਸਦੀ ਬੁੱਧੀ ਦੋਵੇਂ ਹੀ ਨਾਮ ਵਿੱਚ ਲੀਨ ਹੋ ਜਾਣਗੇ। ਜੋ ਨਾਮ ਨੂੰ ਮੰਨੇਗਾ, ਉਸਨੂੰ ਸਾਰੇ ਲੋਕਾਂ ਦੀ ਖਬਰ ਹੋ ਜਾਵੇਗੀ। ਜੋ ਨਾਮ ਨੂੰ ਮੰਨੇਗਾ, ਉਸਨੂੰ ਮੂੰਹ ਦੀ ਮਾਰ ਨਹੀਂ ਪਵੇਗੀ, ਭਾਵ ਉਹ ਅਪਮਾਨਿਤ ਨਹੀਂ ਹੋਵੇਗਾ। ਜੋ ਨਾਮ ਨੂੰ ਮੰਨੇਗਾ, ਉਸਨੂੰ ਜਮਾਂ ਨਾਲ ਨਹੀਂ ਜਾਣਾ ਪਵੇਗਾ, ਅਰਥਾਤ ਉਹ ਜਨਮ ਮਰਨ ਤੋਂ ਰਹਿਤ ਹੋ ਜਾਵੇਗਾ। ਨਾਮ ਦਾ ਮੰਨਣ ਮਨੁੱਖ ਨੂੰ ਬਹੁਤ ਯੋਗ ਅਤੇ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। ਫਿਰ ਉਸ ਦੇ ਕਿਸੇ ਕਿਸਮ ਦੇ ਬਾਹਰਲਾ ਪ੍ਰਭਾਵ ਨਹੀਂ ਪੈ ਸਕਦਾ ਅਤੇ ਨਾ ਹੀ ਉਸ ਨੂੰ ਅਵਾਗਨ ਵਿੱਚੋਂ ਲੰਘਣਾ ਪੈਂਦਾ ਹੈ। ਉਹ ਸੁੱਤੇ ਸਿੱਧ ਮੁਕਤ ਹੋ ਜਾਂਦਾ ਹੈ। ਪੌੜੀ 14। ਜੋ ਨਾਮ ਨੂੰ ਮੰਨੇਗਾ, ਉਸਦੇ ਮਾਰਗ ਵਿੱਚ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਪਵੇਗੀ। ਜੋ ਨਾਮ ਨੂੰ ਮੰਨੇਗਾ, ਉਹ ਪ੍ਰਗਟ ਰੂਪ ਵਿੱਚ ਇੱਜ਼ਤ ਨਾਲ ਇਸ ਸੰਸਾਰ ਤੋਂ ਜਾਵੇਗਾ। ਜੋ ਨਾਮ ਨੂੰ ਮੰਨੇਗਾ, ਉਹ ਹੋਰਨਾਂ ਭੇਖਾਂ ਦੇ ਰਸਤੇ ਤੇ ਨਹੀਂ ਚੱਲੇਗਾ। ਜੋ ਮਨੁੱਖ ਪ੍ਰਭੂ ਦੇ ਨਾਮ ਦਾ ਮੰਨਨ ਕਰਦਾ ਹੈ, ਉਸ ਦਾ ਧਰਮ ਨਾਲ ਸੰਬੰਧ ਸਥਾਪਿਤ ਹੋ ਜਾਂਦਾ ਹੈ ਅਤੇ ਉਹ ਵਿਅਰਥ ਦੇ ਮਾਰਗਾਂ ਦਾ ਅਨੁਯਾਈ ਨਾ ਰਹਿ ਕੇ ਵਾਸਤਵਿਕ ਮਾਰਗ ਵੱਲ ਵੱਧਦਾ ਹੈ ਅਤੇ ਉਸਦੇ ਮਾਰਗ ਵਿੱਚ ਕੋਈ ਰੁਕਾਵਟ ਨਹੀਂ ਰਹਿ ਜਾਂਦੀ। ਜੋ ਨਾਮ ਦਾ ਮੰਨਨ ਕਰੇਗਾ, ਧਰਮ ਨਾਲ ਉਸਦਾ ਸੰਬੰਧ ਸਥਾਪਿਤ ਹੋਵੇਗਾ। ਪੌੜੀ 15। ਜੋ ਨਾਮ ਨੂੰ ਮੰਨੇਗਾ, ਉਹ ਮੁਕਤੀ ਦੇ ਦਰ ਨੂੰ ਪ੍ਰਾਪਤ ਕਰੇਗਾ, ਅਰਥਾਤ ਮੁਕਤ ਹੋ ਜਾਵੇਗਾ। ਜੋ ਨਾਮ ਨੂੰ ਮੰਨੇਗਾ, ਉਹ ਆਪਣੇ ਪਰਿਵਾਰ ਨੂੰ ਆਦਰ ਸਹਿਤ ਕਰ ਦੇਵੇਗਾ, ਅਰਥਾਤ ਉਹਨਾਂ ਵਿੱਚ ਮੁਕਤੀ ਦੀ ਪ੍ਰਾਪਤੀ ਲਈ ਦ੍ਰਿੜਤਾ ਵੱਧ ਜਾਵੇਗੀ ਅਤੇ ਉਹ
ਉਸੇ ਦੀ ਟੇਕ ਅਤੇ ਉਸ ਦੇ ਆਸਰੇ ਵਿੱਚ ਰਹਿਣਗੇ। ਜੋ ਨਾਮ ਨੂੰ ਮੰਨੇਗਾ ਉਹ ਗੁਰੂ ਦੀ ਮਿਖਿਆ ਨਾਲ ਆਪ ਤਰੇਗਾ ਅਤੇ ਹੋਰਨਾਂ ਨੂੰ ਵੀ ਤਾਰੇਗਾ। ਹੇ ਨਾਨਕ, ਜੋ ਨਾਮ ਮੰਨਨ ਕਰੇਗਾ ਉਸਨੂੰ ਫਿਰ ਸੰਸਾਰ ਵਿੱਚ ਭਿਖਿਆ ਮੰਗਣ ਲਈ ਨਹੀਂ ਪਾਉਣਾ ਪਵੇਗਾ, ਅਰਥਾਤ ਉਸਨੂੰ 84 ਦੇ ਗੇੜੇ ਵਿੱਚ ਚੱਕਰ ਨਹੀਂ ਕੱਟਣੇ ਪੈਣਗੇ। ਮਨਨ ਕਰਨ ਵਾਲਾ ਵਿਅਕਤੀ ਨਾ ਕੇਵਲ ਆਪ ਮੁਕਤੀ ਨੂੰ ਪ੍ਰਾਪਤ ਕਰਕੇ 84 ਦੇ ਗੇੜੇ ਤੋਂ ਮੁਕਤ ਹੋ ਜਾਂਦਾ ਹੈ, ਸਗੋਂ ਗੁਰੂ ਦੀ ਸਿੱਖਿਆ ਦੁਆਰਾ ਆਪਣੇ ਸਾਰੇ ਪਰਿਵਾਰ ਅਤੇ ਹੋਰ ਜੋ ਵੀ ਕੋਈ ਉਸ ਨੂੰ ਸੰਪਰਕ ਵਿੱਚ ਆਉਂਦੇ ਹਨ, ਉਸ ਨੂੰ ਇਸ ਭਵਸਾਗਰ ਤੋਂ ਪਾਰ ਕਰ ਦਿੰਦਾ ਹੈ। ਸੱਚਮੁੱਚ ਹੀ ਮਨਨ ਦਾ ਬਹੁਤ ਮਹੱਤਵ ਹੈ। ਪੌੜੀ 16। ਸ਼੍ਰਵਣ ਅਤੇ ਮਨਨ ਨਾਲ ਜੋ ਵਿਅਕਤੀ ਅੰਤਰ ਧਿਆਨ ਹੋ ਜਾਂਦੇ ਹਨ, ਉਹ ਪੰਜ ਅਰਥਾਤ ਸ਼੍ਰੇਸ਼ਟ ਪ੍ਰਸ਼ਨ ਹਨ। ਉਹ ਪ੍ਰਭੂ ਦੇ ਦਰ ਤੇ ਪ੍ਰਵਾਨ ਹਨ। ਉਹ ਦੀ ਪ੍ਰਧਾਨ ਜਾਂ ਪ੍ਰਮੁੱਖ ਹਨ। ਉਹਨਾਂ ਨੂੰ ਹੀ ਪ੍ਰਭੂ ਦੇ ਦਰ ਦੇ ਅੰਦਰ ਦੇ ਸਤਿਕਾਰ ਮਿਲਦਾ ਹੈ। ਉਹ ਰਾਜਿਆਂ ਦੇ ਦਰਬਾਰ ਵਿੱਚ ਵੀ ਸੋਭਾ ਪ੍ਰਾਪਤ ਕਰਦੇ ਹਨ। ਇਹੋ ਜਿਹੇ ਪੰਜ ਪ੍ਰਮੁੱਖ ਪੁਰਖਾਂ ਦੇ ਧਿਆਨ ਦਾ ਕੇਂਦਰ ਬਿੰਦੂ ਸਦਾ ਗੁਰੂ ਹੀ ਰਹਿੰਦਾ ਹੈ। ਜੇ ਕੋਈ ਪਰਮਾਤਮਾ ਦੇ ਸੰਬੰਧ ਵਿੱਚ ਕੋਈ ਗੱਲ ਕਹੇ ਤਾਂ ਉਸਨੂੰ ਇਹ ਗੱਲ ਚੰਗੀ ਤਰ੍ਹਾਂ ਨਾਲ ਵਿਚਾਰ ਕੇ ਕਹਿਣੀ ਚਾਹੀਦੀ ਹੈ, ਕਿਉਂਕਿ ਪਰਮਾਤਮਾ ਕਰਤਾ ਦੇ ਕੀਤੇ ਹੋਏ ਕੰਮਾਂ ਜਾਂ ਉਸਦੀ ਸਾਜੀ ਹੋਈ ਸ੍ਰਿਸ਼ਟੀ ਦਾ ਕੋਈ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ। ਰੂਪਕ ਅਲੰਕਾਰ ਦੁਆਰਾ ਦੱਸਦਿਆਂ ਗੁਰੂ ਜੀ ਨੇ ਕਿਹਾ ਹੈ ਕਿ ਧਰਮ ਦੀ ਸ੍ਰਿਸ਼ਟੀ ਦਾ ਭਾਰ ਚੁੱਕਣ ਵਾਲਾ ਬਲਦ ਹੈ ਅਤੇ ਧਰਮ ਦੀ ਉਤਪਤੀ ਦਇਆ ਦੁਆਰਾ ਹੋਈ ਹੈ। ਧਰਮ ਨਾਲ ਸੰਤੋਖ ਦੀ ਸਥਾਪਨਾ ਕਰਕੇ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਸਰਜੀਅਤਾ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ। ਜੋ ਕੋਈ ਇਸ ਗੁੰਝੇ ਭੇਤ ਨੂੰ ਬੁੱਝ ਲਵੇਗਾ, ਉਹ ਸਤ ਰੂਪ ਪਰਮਾਤਮਾ ਦੀ ਪ੍ਰਾਪਤੀ ਕਰਨ ਦੇ ਯੋਗ ਹੋ ਜਾਵੇਗਾ। ਇਹ ਕੁੰਝਾ ਦਾ ਭੇਤ ਕੀ ਹੈ? ਧਰਤੀ ਨੂੰ ਚੁੱਕਣ ਵਾਲੇ ਬਲਦ ਉੱਤੇ ਕਿਤਨਾ ਭਾਰ ਹੈ? ਧਰਤੀਆਂ ਤਾਂ ਪਰੇ ਤੋਂ ਪਰੇ ਹਨ। ਜੇ ਇਸ ਧਰਤੀ ਦੇ ਹੇਠ ਕੋਈ ਬਲਦ ਖੜਾ ਹੈ ਤਾਂ ਹੋਰ ਹੇਠਲੀਆਂ ਧਰਤੀਆਂ ਦਾ ਭਾਰ ਚੁੱਕਣ ਵਾਲੀ ਕਿਹੜੀ ਸ਼ਕਤੀ ਹੈ? ਭਾਵ ਇਹ ਹੈ ਕਿ ਧਰਤੀ ਦੇ ਹੇਠਾਂ ਕੋਈ ਬਲਦ ਨਹੀਂ, ਸਗੋਂ ਧਰਮ ਹੀ ਇੱਕ ਅਜਿਹਾ ਬਲਦ ਹੈ ਜਿਸ ਦੇ ਆਸਰੇ ਸਭ ਕੁਝ ਹੋ ਰਿਹਾ ਹੈ। ਜੀਵ ਅਨੰਤ ਹਨ, ਅਨੰਤ ਉਹਨਾਂ ਦੀਆਂ ਜਾਤੀਆਂ ਹਨ, ਅਨੰਤ ਦੇ ਰੰਗ ਹਨ ਅਤੇ ਅਨੰਤ ਉਹਨਾਂ ਦੇ ਨਾਂ ਹਨ। ਇਹਨਾਂ ਸਾਰਿਆਂ ਦੀ ਕਿਸਮਤ ਪ੍ਰਭੂ ਦੀ ਸਦਾ ਚਲਦੀ ਰਹਿਣ ਵਾਲੀ ਕਲਮ ਨਾਲ ਲਿਖੀ ਹੋਈ ਹੈ। ਇਸ ਸੰਸਾਰ ਵਿੱਚ ਕੋਈ ਵੀ ਇਹੋ ਜਿਹਾ ਵਿਅਕਤੀ ਨਹੀਂ ਹੈ ਜੋ ਇਹ ਲੇਖਾ ਲਿਖਾ ਸਕੇ ਅਤੇ ਇਹ ਲੇਖਾ ਲਿਖ ਲਿਆ ਜਾ ਕੇ ਪਤਾ ਨਹੀਂ ਉਹ ਕਿਤਨਾ ਕੁ ਵੱਡਾ ਹੋਵੇਗਾ। ਪਰਮਾਤਮਾ ਦੀ ਕਿੰਨੀ ਕੁ ਸ਼ਕਤੀ ਹੈ, ਕਿਤਨਾ ਕੁ ਉਸਦਾ ਸੁੰਦਰ ਰੂਪ ਹੈ, ਕਿਤਨੀਆਂ ਕੁ ਉਸਦੀਆਂ ਦਾਤਾਂ ਹਨ, ਕੌਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣ ਸਕਦਾ ਹੈ ਜਾਂ ਇਹਨਾਂ ਦਾ ਅਨੁਮਾਨ ਲਗਾ ਸਕਦਾ ਹੈ। ਪਰਮਾਤਮਾ ਨੇ ਆਪਣੇ ਇੱਕ ਸ਼ਬਦ ਨਾਲ ਸਾਰੀ ਸ੍ਰਿਸ਼ਟੀ ਦਾ ਪਸਾਰ ਕੀਤਾ ਹੈ। ਉਸੇ ਸ੍ਰਿਸ਼ਟੀ ਵਿੱਚੋਂ ਲੱਖਾਂ ਹੀ ਜੀਵਨ ਰੋਵਾਂ ਚੱਲ ਪਈਆਂ ਹਨ। ਹੇ ਪਰਮਾਤਮਾ, ਮੈਂ ਤੇਰੀ ਸ਼ਕਤੀ ਬਾਰੇ ਕਿਵੇਂ ਵਿਚਾਰ ਕਰਾਂ? ਮੈਂ ਆਪਣੇ ਆਪ ਨੂੰ ਤੇਰੇ ਉੱਤੇ ਇੱਕ ਵਾਰ ਨਹੀਂ ਅਨੇਕਾਂ ਵਾਰ ਨਿਛਾਵਰ ਕਰਦਾ ਹਾਂ। ਤੂੰ ਸਦਾ ਨਿਰੰਕਾਰ ਅਤੇ ਕਾਇਮ ਰਹਿਣ ਵਾਲਾ ਹੈ ਅਤੇ ਜੋ ਤੈਨੂੰ ਚੰਗਾ ਲੱਗ ਰਿਹਾ ਹੈ ਉਹ ਹੀ ਉਚਿਤ ਕੰਮ ਹੈ। ਇਸ ਪੌੜੀ ਵਿੱਚ ਦੱਸਿਆ ਗਿਆ ਹੈ ਕਿ ਜੋ ਮਨੁੱਖ ਇਸ ਸੰਸਾਰ ਵਿੱਚ ਪ੍ਰਭੂ ਦੇ ਨਾਮ ਦਾ ਸ਼੍ਰਵਣ ਅਤੇ ਮਨਨ ਕਰਦੇ ਹਨ, ਉਹ ਆਪਣੇ ਵਿਅਕਤਿਤਵ ਦਾ ਸਰੂਪ ਇਸ ਹੱਦ ਤੱਕ ਸੁਧਾਰ ਲੈਂਦੇ ਹਨ ਕਿ ਉਹਨਾਂ ਦਾ ਨਾ ਕੇਵਲ ਇਸ ਸੰਸਾਰ ਵਿੱਚ ਸਨਮਾਨ ਹੈ, ਸਗੋਂ ਉਹ ਪਰਮਾਤਮਾ ਦੇ ਦਰਗਾਹ ਵਿੱਚ ਹੀ ਸਤਿਕਾਰ ਪ੍ਰਾਪਤ ਕਰਦੇ ਹਨ। ਇਸ ਪੌੜੀ ਵਿੱਚ ਦੂਜੀ ਗੱਲ ਜਿਸ ਨੂੰ ਬਹੁਤ ਜ਼ੋਰ ਦਿੱਤਾ ਗਿਆ ਹੈ ਉਹ ਹੈ ਸ੍ਰਿਸ਼ਟੀ ਦੀ ਰਚਨਾ ਅਤੇ ਉਸਦਾ ਵਿਧਾਨ।
ਗੁਰੂ ਸਾਹਿਬਾਂ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਧਰਮ ਅਤੇ ਸੰਤੋਖ ਦੇ ਸੂਤਰ ਵਿੱਚ ਇਸ ਪ੍ਰਕਾਰ ਪਰੋਈ ਹੋਈ ਹੈ ਕਿ ਉਹ ਆਪਣੇ ਆਪ ਹੀ ਚਲਦੀ ਰਹਿੰਦੀ ਹੈ। ਗੁਰੂ ਜੀ ਨੇ ਬਲਦ ਦੁਆਰਾ ਧਰਤੀ ਨੂੰ ਸਹਾਰਾ ਦੇਣ ਦੀ ਗੱਲ ਅਪਵਾਨ ਕੀਤੀ ਹੈ ਅਤੇ ਬਲਦ ਦੀ ਥਾਂ ਤੇ ਧਰਮ ਦੇ ਕਲਾਪਨ ਕੀਤੀ ਹੈ। ਇਸ ਲਈ ਸਿਧਾਂਤ ਅਨੁਸਾਰ ਜਦੋਂ ਪਰਮਾਤਮਾ ਨੂੰ ਸ੍ਰਿਸ਼ਟੀ ਉਤਪੰਨ ਕਰਨ ਦੀ ਇੱਛਾ ਹੋਈ ਤਾਂ ਕੇਵਲ ਕਣ ਸ਼ਬਦ ਕਿਹਾ ਤੇ ਸਾਰਾ ਬ੍ਰਹਿਮੰਡ ਹੋਂਦ ਵਿੱਚ ਆ ਗਿਆ। ਗੁਰੂ ਜੀ ਨੇ ਇੱਕ ਸ਼ਬਦ ਕਵਾਉਣ ਦੁਆਰਾ ਸ੍ਰਿਸ਼ਟੀ ਦੀ ਉਤਪਤੀ ਹੋਈ ਮੰਨਿਆ ਹੈ। ਇੱਕ ਗੱਲ ਇਸ ਪੌੜੀ ਵਿੱਚ ਸਪਸ਼ਟ ਹੈ ਕਿ ਪਰਮਾਤਮਾ ਦੀ ਇਸ ਸ਼ਕਤੀ ਬਾਰੇ ਮਨੁੱਖ ਕੁਝ ਨਹੀਂ ਦੱਸ ਸਕਦਾ। ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਹ ਸਭ ਠੀਕ ਹੈ। ਪੌੜੀ 17 ਪਰਮਾਤਮਾ ਦੀ ਪ੍ਰਾਪਤੀ ਲਈ ਇਸ ਸੰਸਾਰ ਵਿੱਚ ਅਨੇਕਾਂ ਪ੍ਰਕਾਰ ਦੇ ਜਾਪ ਕੀਤੇ ਜਾ ਰਹੇ ਹਨ। ਅਸੰਖਾ ਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਪੂਜਾ ਅਤੇ ਤਪੱਸਿਆ ਦੀਆਂ ਅਨੇਕਾਂ ਵਿਧੀਆਂ ਹਨ। ਅਨੇਕਾਂ ਧਾਰਮਿਕ ਗ੍ਰੰਥ ਨੇ ਵੇਦ ਹਨ ਜਿਨ੍ਹਾਂ ਨਾਲ ਮਨ ਕੇ ਸੰਸਾਰਕ ਪੱਧਿਆਂ ਤੋਂ ਉਦਾਸੀਨ ਰੱਖਿਆ ਹੈ। ਅਸੰਖਾ ਭਗਤ ਹਨ ਜੋ ਪਰਮਾਤਮਾ ਦੇ ਗੁਣਾਂ ਦੇ ਗਿਆਨ ਦੁਆਰਾ ਵਿਚਾਰ ਕਰਦੇ ਹਨ। ਅਸੰਖਾ ਹੀ ਸਤਿਵਾਦੀ ਪੁਰਖ ਹਨ ਅਤੇ ਅਸੰਖਾ ਹੀ ਦਾਤੇ ਹਨ। ਅਸੰਖਾ ਹੀ ਸੂਰਬੀਰ ਪੁਰਖ ਹਨ ਜੋ ਕਨਕੋਰ ਯੁੱਧ ਵਿੱਚ ਮਨੁੱਖ ਹੋ ਕੇ ਲੜਦੇ ਹਨ। ਅਸੰਖਾ ਹੀ ਮੌਨੀ ਹਨ ਜੋ ਇੱਕ ਟਕ ਸਮਾਧੀ ਲੈ ਕੇ ਮਗਨ ਰਹਿੰਦੇ ਹਨ। ਹੇ ਪਰਮਾਤਮਾ ਤੇਰੀ ਸ਼ਕਤੀ। ਇਸ ਪੌੜੀ ਵਿੱਚ ਪਰਮਾਤਮਾ ਦੀ ਪੂਜਾ ਜਾਂ ਭਗਤੀ ਕਰਨ ਵਾਲੇ ਅਨੇਕ ਪ੍ਰਕਾਰ ਦੇ ਸਾਧਕਾਂ ਤੇ ਉਨ੍ਹਾਂ ਦੀਆਂ ਸਾਧਨਾ ਪੱਤੀਆਂ ਦਾ ਵੀ ਉਲੇਖ ਕੀਤਾ ਗਿਆ ਹੈ। ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਇਸ ਸ੍ਰਿਸ਼ਟੀ ਦਾ ਹਰ ਪੱਖ ਅਨੰਤ ਹੈ ਅਤੇ ਉਸ ਦੀ ਪ੍ਰਾਪਤੀ ਦੇ ਸਾਧਨ ਵੀ ਅਨੰਤ ਹਨ। ਪੌੜੀ 18 ਇਸ ਸੰਸਾਰ ਵਿੱਚ ਅਸੰਖਾ ਹੀ ਸਾਹਾ ਮੂਰਖ ਹਨ ਅਤੇ ਇਨ੍ਹਾਂ ਤਮੋਗੁਣੀ ਸੁਭਾਅ ਵਾਲੇ ਹਨ ਅਤੇ ਅਸੰਖਾ ਹੀ ਚੋਰ ਅਤੇ ਪਰਾਈਆਂ ਮਾਲ ਖਾਣ ਵਾਲੇ ਹਨ। ਅਸੰਖਾ ਅਜਿਹੇ ਹਨ ਜੋ ਆਪਣੀ ਸ਼ਕਤੀ ਨਾਲ ਆਪਣਾ ਹੁਕਮ ਮਨਵਾਉਂਦੇ ਹਨ। ਅਸੰਖਾ ਅਜਿਹੇ ਹਨ ਜੋ ਦੂਜਿਆਂ ਦਾ ਗਲਾ ਕੱਟ ਕੇ ਉਨ੍ਹਾਂ ਦੀਆਂ ਹਿੱਤੀਆਂ ਕਰ ਦਿੰਦੇ ਹਨ। ਅਸੰਖਾ ਅਜਿਹੇ ਹਨ ਜਿਹੜੇ ਪਾਪ ਕਰਦਿਆਂ ਸਾਰੀ ਉਮਰ ਹੀ ਗੁਜ਼ਾਰ ਦਿੰਦੇ ਹਨ। ਅਸੰਖਾ ਅਜਿਹੇ ਹਨ ਜਿਹੜੇ ਹਰ ਪਾਸੇ ਕੂੜ ਦਾ ਹੀ ਪਸਾਰ ਕਰੀ ਫਿਰਦੇ ਹਨ। ਅਸੰਖਾ ਅਜਿਹੇ ਮਲੀਨ ਹਨ ਜਿਹੜੇ ਮਲ ਅਖਿਤ ਵਸਤੂ ਖਾ ਕੇ ਵਕਤ ਗੁਜ਼ਾਰਾ ਕਰ ਰਹੇ ਹਨ। ਅਸੰਖਾ ਅਜਿਹੇ ਨਿੰਦਕ ਹਨ ਜੋ ਪਰਾਈ ਨਿੰਦਾ ਦਾ ਤਾਪ ਆਪਣੇ ਸਿਰ ਤੇ ਚੁੱਕੀ ਫਿਰਦੇ ਹਨ। ਜਿਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਇਹ ਦੱਸਿਆ ਹੈ ਕਿ ਪਰਮਾਤਮਾ ਦੀ ਤਮੋਗਣੀ ਸ੍ਰਿਸ਼ਟੀ ਵੀ ਅਨੰਤ ਹੈ। ਬਹੁਤ ਸਾਰੇ ਅਜਿਹੇ ਲੋਕ ਹਨ ਜੋ ਰਾਖਸ਼ੀ ਰੁਚੀਆਂ ਨੂੰ ਪਸੰਦ ਕਰਦੇ ਹਨ। ਉਨ੍ਹਾਂ ਨੂੰ ਪਰਮਾਤਮਾ ਦੀ ਹਸਤੀ ਅਤੇ ਧਰਮ ਅਧਰਮ ਦਾ ਕੁਝ ਗਿਆਨ ਨਹੀਂ। ਉਪਰਲੀ ਪੌੜੀ ਵਿੱਚ ਜਿੱਥੇ ਪਰਮਾਤਮਾ ਦੀ ਸ੍ਰਿਸ਼ਟੀ ਵਿੱਚ ਇੱਕ ਪਾਸੇ ਜਪੀ ਤਪੀ ਮੌਨੀ ਸਤੋਗੁਣੀ ਦਾਨੀ ਭਗਤ ਗਿਆਨੀ ਯੋਗੀ ਆਦਿ ਹਨ ਅਤੇ ਦੂਜੇ ਪਾਸੇ ਅਨੇਕਾਂ ਮੂਰਖ ਤਮੋਗੁਣੀ ਹਰਾਮਖੋਰ ਝੂਠੇ ਮਲੇਛ ਅਤੇ ਨਿੰਦਕ ਵੀ ਹਨ। ਇਸੇ ਤਰ੍ਹਾਂ ਇਹ ਸ੍ਰਿਸ਼ਟੀ ਅਨੰਤ ਹੈ। ਪੌੜੀ 19 ਪਰਮਾਤਮਾ ਦੁਆਰਾ ਪੈਦਾ ਕੀਤੀਆਂ ਵਸਤੂਆਂ ਅਤੇ ਪਦਾਰਥ ਦੇ ਅਸੰਖਾ ਹੀ ਨਾਮ ਹਨ ਅਤੇ ਅਸੰਖਾ ਥਾਵਾਂ ਹਨ। ਮਨ ਬਾਣੀ ਤੇ ਬੁੱਧੀ ਤੋਂ ਪਰੇ ਅਨੰਤ ਲੋਕ ਹਨ। ਅਸਲ ਗੱਲ ਤਾਂ ਇਹ ਹੈ ਕਿ ਅਸੰਖ ਕਹਿਣਾ ਹੀ ਸਿਰ ਦੀ ਇੱਕ ਭਾਰ ਚੁੱਕਣਾ ਹੈ ਅਰਥਾਤ ਇੱਕ ਭੁੱਲ ਕਰਨ ਦੇ ਸਮਾਨ ਹੈ ਕਿਉਂਕਿ ਇਨ੍ਹਾਂ ਦੀ ਗਿਣਤੀ ਅਸੰਖ ਤੋਂ ਵੀ ਪਰੇ ਹੈ। ਅੱਖਰਾਂ ਦੁਆਰਾ ਹੀ ਪਰਮਾਤਮਾ ਦੇ ਨਾਂ ਦੀ ਪ੍ਰਾਪਤੀ ਹੁੰਦੀ ਹੈ। ਅੱਖਰਾਂ ਰਾਹੀਂ ਹੀ ਉਸ ਦੀ ਉਸਤਤ ਹੁੰਦੀ ਹੈ। ਅੱਖਰਾਂ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅੱਖਰਾਂ ਦੁਆਰਾ ਹੀ ਲਿਖਣ ਬੋਲਣ ਦੇ ਢੰਗਾਂ ਅਤੇ ਬੋਲੀ ਦਾ ਗਿਆਨ ਹੁੰਦਾ ਹੈ। ਅੱਖਰਾਂ ਦੁਆਰਾ ਹੀ ਸੰਜੋਗ ਦਾ ਨਿਰਣਾ ਹੁੰਦਾ ਹੈ। ਪਰ ਜਿਸ ਪਰਮਾਤਮਾ ਨੂੰ
ਇਹਨਾਂ ਅੱਖਰਾਂ ਦੀ ਰਚਨਾ ਕੀਤੀ ਹੈ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਪ੍ਰਕਾਰ ਉਹ ਆਗਿਆ ਦਿੰਦਾ ਹੈ ਉਸੇ ਪ੍ਰਕਾਰ ਮਨੁੱਖ ਪ੍ਰਾਪਤ ਕਰਦਾ ਹੈ। ਇਸ ਸੰਸਾਰ ਦੀ ਜੋ ਕੁਝ ਰਚਨਾ ਹੈ ਉਹ ਸਾਰੀ ਨਾਮ ਦੁਆਰਾ ਹੋਈ ਹੈ। ਨਾਮ ਤੋਂ ਬਿਨਾਂ ਇਸ ਸੰਸਾਰ ਵਿੱਚ ਕੁਝ ਵੀ ਨਹੀਂ ਹੈ। ਇਸ ਸੰਸਾਰ ਵਿੱਚ ਪਰਮਾਤਮਾ ਦੀ ਅਨੰਤਤਾ ਸਰਵ ਵਿਆਪਕ ਹੈ ਅਤੇ ਜੋ ਕੁਝ ਵੀ ਉਸ ਦੇ ਸੰਬੰਧ ਵਿੱਚ ਪ੍ਰਗਟ ਕੀਤਾ ਜਾ ਸਕਦਾ ਹੈ ਉਹ ਅੱਖਰਾਂ ਰਾਹੀਂ ਹੀ ਕੀਤਾ ਜਾਂਦਾ ਹੈ। ਪਰ ਇਹ ਅੱਖਰ ਸਧਾਰਨ ਬੋਧ ਦਾ ਚਿੰਨ੍ਹ ਹਨ। ਪਰਮਾਤਮਾ ਉੱਤੇ ਅੱਖਰ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਸਰੂਪ ਹੀ ਹੈ। ਇਸ ਪੌਣ ਵਿੱਚ ਨਾਮ ਬਾਰੇ ਇੱਕ ਵਿਸ਼ੇਸ਼ ਗੱਲ ਕਹੀ ਗਈ ਹੈ ਕਿ ਇਹ ਸੰਸਾਰ ਵਿੱਚ ਜੋ ਕੁਝ ਪੈਦਾ ਹੋਇਆ ਹੈ ਨਾਮ ਦੁਆਰਾ ਹੋਇਆ ਹੈ ਅਤੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਇਹ ਵੀ ਦੱਸਿਆ ਗਿਆ ਹੈ ਕਿ ਨਾਮ ਅਤੇ ਨਾਮੀ ਵਿੱਚ ਕੋਈ ਅੰਤਰ ਨਹੀਂ ਹੈ। ਪੌੜੀ 20 ਜੋ ਹੱਥ ਪੈਰ ਤਨ ਜਾਂ ਸਰੀਰ ਦੇ ਹੋਰ ਅੰਗ ਮਿੱਟੀ ਨਾਲ ਲਿਬੜ ਜਾਂਦੇ ਤਾਂ ਪਾਣੀ ਨਾਲ ਧੋਤਿਆਂ ਮਿੱਟੀ ਉਤਰ ਜਾਂਦੀ। ਜੇ ਕੱਪੜਾ ਪਿਸ਼ਾਬ ਨਾਲ ਅਪਵਿੱਤਰ ਹੋ ਗਿਆ ਹੋਵੇ ਤਾਂ ਸਾਬਣ ਲਗਾ ਕੇ ਉਸ ਨੂੰ ਧੋਤਾ ਜਾ ਸਕਦਾ ਹੈ। ਪਰ ਜੇ ਮਨੁੱਖ ਦੀ ਬੁੱਧੀ ਪਾਪਾਂ ਨਾਲ ਭਰੀ ਹੋਵੇ ਤਾਂ ਉਸ ਨੂੰ ਹਰੀ ਨਾਮ ਦੇ ਰੰਗ ਵਿੱਚ ਰੰਗਿਆ ਵੀ ਧੋਤਾ ਜਾ ਸਕਦਾ ਹੈ। ਕੇਵਲ ਕਹਿਣ ਨਾਲ ਅਰਥਾਤ ਪਾਪ ਪੁੰਨ ਦੀਆਂ ਗੱਲਾਂ ਕਰਨ ਨਾਲ ਹੀ ਨਾ ਕੋਈ ਪਾਪੀ ਬਣ ਸਕਦਾ ਹੈ ਤੇ ਨਾ ਕੋਈ ਪੁੰਨ ਕਰਨ ਵਾਲਾ। ਜੇ ਕੋਈ ਵਿਅਕਤੀ ਕਰਮ ਕਰਦਾ ਹੈ ਉਹੀ ਆਪਣੇ ਭਾਗ ਵਿੱਚ ਨਾਲ ਲਿਖਾ ਕੇ ਲੈ ਜਾਂਦਾ ਹੈ। ਮਨੁੱਖ ਆਪ ਹੀ ਜਿਹੋ ਜਿਹਾ ਬੀਜਦਾ ਹੈ ਉਹੋ ਜਿਹਾ ਹੀ ਉਸਦਾ ਫਲ ਭੋਗਦਾ ਜਾਂ ਖਾਂਦਾ ਹੈ ਅਤੇ ਇਸੇ ਤਰ੍ਹਾਂ ਪ੍ਰਭੂ ਦੇ ਹੁਕਮ ਅਨੁਸਾਰ ਇਸ ਸੰਸਾਰ ਵਿੱਚ ਆਉਂਦਾ ਤੇ ਜਾਂਦਾ ਹੈ। ਇਸ ਪੌੜੀ ਵਿੱਚ ਤਰਕਮਈ ਸ਼ੈਲੀ ਵਿੱਚ ਨਾਮ ਦੇ ਮਹੱਤਵ ਅਤੇ ਉਸ ਦੇ ਪ੍ਰਭਾਵ ਦਾ ਵਰਣਨ ਕਰਦਿਆਂ ਹੋਇਆ ਪ੍ਰਕਾਰ ਅੰਦਰ ਨਾਲ ਚੰਗੇ ਅਤੇ ਸ੍ਰੇਸ਼ਟ ਕੰਮ ਕਰਕੇ ਆਪਣਾ ਭਵਿੱਖ ਸੁਧਾਰਨ ਲਈ ਸੁਝਾਅ ਦਿੱਤਾ ਗਿਆ ਹੈ। ਪੌੜੀ 21 ਜੇ ਕੋਈ ਤੀਰਥ ਇਸ਼ਨਾਨ ਤਪ ਦਇਆ ਪੁੰਨ ਦਾਨ ਕਰਦਾ ਹੈ ਤਾਂ ਉਹ ਇਸ ਵਜੋਂ ਤਿਲ ਮਾਤਰ ਮਾਣ ਪ੍ਰਾਪਤ ਕਰਦਾ ਹੈ। ਪਰ ਜੋ ਵਿਅਕਤੀ ਪਰਮਾਤਮਾ ਦੇ ਨਾਮ ਨੂੰ ਸੁਣਨ ਅਤੇ ਮੰਨਣ ਨਾਲ ਮਨ ਵਿੱਚੋਂ ਪ੍ਰੇਮ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਆਪਣੇ ਅੰਦਰ ਦੇ ਆਤਮਿਕ ਤੀਰਥ ਉੱਤੇ ਮਲ ਕੇ ਇਸ਼ਨਾਨ ਕਰਦਾ ਹੈ ਉਹ ਵਿਅਕਤੀ ਆਪਣੇ ਪਾਪਾਂ ਨੂੰ ਕੱਟ ਲੈਂਦਾ ਹੈ। ਹੇ ਪਰਮਾਤਮਾ ਸਾਰੇ ਗੁਣਾਂ ਤੇਰੇ ਵਿੱਚ ਹਨ ਮੇਰੇ ਵਿੱਚ ਕੋਈ ਗੁਣ ਵੀ ਨਹੀਂ ਅਤੇ ਬਿਨਾਂ ਗੁਣਾਂ ਧਾਰਨ ਕੀਤੇ ਜੋ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਪਰਮਾਤਮਾ ਨੂੰ ਧੁਨਾ ਹੈ। ਤੇਰੀ ਸਦਾ ਜੈ ਹੋਵੇ। ਤੇਰੇ ਹੀ ਸ਼ਬਦ ਤੋਂ ਬ੍ਰਹਿਮੰਡ ਅਰਥਾਤ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਤੇਰੀ ਸੱਤਾ ਦੀ ਸ਼ੋਭਾ ਦਾ ਵਰਣਨ ਕਰਨ ਦੀ ਮੇਰੇ ਮਨ ਵਿੱਚ ਸਦਾ ਹੀ ਇੱਛਾ ਰਹਿੰਦੀ ਹੈ। ਉਹ ਕਿਹੜਾ ਵੇਲਾ ਸੀ ਕਿਹੜਾ ਸਮਾਂ ਸੀ ਕਿਹੜਾ ਤਾਰੀਖ ਸੀ ਕਿਹੜੀ ਵਾਰ ਸੀ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਹੋਈ। ਪੰਡਿਤਾਂ ਨੂੰ ਸ੍ਰਿਸ਼ਟੀਆਂ ਰਚਣ ਦਾ ਸਮਾਂ ਤਾਂ ਪਤਾ ਨਹੀਂ ਕਿਉਂਕਿ ਪੁਰਾਣਾਂ ਵਿੱਚ ਇਸ ਪ੍ਰਕਾਰ ਦਾ ਕੋਈ ਵਰਣਨ ਨਹੀਂ ਹੈ। ਕਾਜ਼ੀਆਂ ਨੂੰ ਵੀ ਸ੍ਰਿਸ਼ਟੀ ਰਚਣ ਦੇ ਵਕਤ ਦਾ ਪਤਾ ਨਹੀਂ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਤਾਂ ਇਸ ਵਰਣਨ ਕੁਰਾਨ ਵਿੱਚ ਜ਼ਰੂਰ ਮਿਲ ਜਾਂਦਾ। ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਸੰਬੰਧੀ ਤਾਰੀਖ ਅਤੇ ਵਾਰ ਦਾ ਯੋਗੀਆਂ ਨੂੰ ਵੀ ਪਤਾ ਨਹੀਂ ਨਾ ਹੀ ਉਨ੍ਹਾਂ ਨੂੰ ਉਸ ਰੁੱਤ ਤੇ ਮਹੀਨੇ ਦਾ ਪਤਾ ਹੈ ਜਦੋਂ ਇਸ ਨੂੰ ਸਾਜਿਆ ਗਿਆ ਸੀ। ਜੋ ਕਰਤਾਰ ਇਸ ਸ੍ਰਿਸ਼ਟੀ ਦੀ ਸਾਜਨਾ ਕਰਦਾ ਹੈ ਉਹੀ ਇਸ ਦੇ ਰਹੱਸ ਨੂੰ ਜਾਣਦਾ ਹੈ। ਹੇ ਪਰਮਾਤਮਾ ਕਿਵੇਂ ਤੇਰੀ ਸ੍ਰਿਸ਼ਟੀ ਰਚਨਾ ਬਾਰੇ ਆਖਾਂ ਕਿਵੇਂ ਉਸਤਤ ਕਰਾਂ ਕਿਵੇਂ ਵਰਣਨ ਕਰਾਂ ਅਤੇ ਕਿਵੇਂ ਜਾਣਾਂ। ਹੇ ਨਾਨਕ ਕਹਿਣ ਵਜੋਂ ਤਾਂ ਸਾਰੇ ਕਹਿੰਦੇ ਹਨ ਅਤੇ ਉਹ ਸਾਰੇ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਸਿਆਣੇ ਹਨ। ਉਹ ਸਾਹਿਬ ਮਹਾਨ ਹੈ ਉਸ ਦਾ ਨਾਮ ਮਹਾਨ ਹੈ ਸਭ ਕੁਝ ਉਸ ਦਾ ਕੀਤਾ ਹੋਇਆ ਹੈ ਉਸ ਦੀ ਰਚਨਾ ਹੈ। ਹੇ ਨਾਨਕ ਜੋ ਵਿਅਕਤੀ ਆਪਣੇ ਆਪ ਨੂੰ ਬਹੁਤ ਕੁਝ ਸਮਝਦਾ ਹੈ ਉਹ ਪ੍ਰਭੂ ਦੇ ਦਰ ਤੋਂ ਸ਼ੋਭਾ ਨਹੀਂ ਪਾਉਂਦਾ।
ਇਸ ਪੌੜੀ ਵਿੱਚ ਗੁਰੂ ਨਾਨਕ ਨੇ ਸ੍ਰਿਸ਼ਟੀ ਦੀ ਰਚਨਾ ਬਾਰੇ ਆਪਣਾ ਦ੍ਰਿਸ਼ਟੀਕੋਣ ਦੱਸਿਆ ਹੈ। ਉਹਨਾਂ ਦਾ ਧਾਰਨਾ ਹੈ ਕਿ ਹਿੰਦੂ ਅਤੇ ਮੁਸਲਮਾਨ, ਭਾਰਤੀ ਅਤੇ ਅਭਾਰਤੀ ਧਰਮ ਦੇ ਵਿਦਵਾਨਾਂ ਜਾਂ ਆਗੂਆਂ ਨੂੰ ਇਸ ਰਹੱਸ ਦਾ ਗਿਆਨ ਨਹੀਂ ਤਾਂ ਆਪਣੇ ਧਰਮ ਗ੍ਰੰਥਾਂ ਵਿੱਚ ਉਹ ਇਸ ਬਾਰੇ ਸਪਸ਼ਟ ਉਲੇਖ ਕਰ ਦਿੰਦੇ। ਅਸਲ ਵਿੱਚ ਇਸ ਤੱਥ ਨੂੰ ਪ੍ਰਭੂ ਆਪ ਹੀ ਸਮਝ ਸਕਦਾ ਹੈ। ਉਸ ਦੀ ਅਨੰਤਤਾ ਦਾ ਅੰਤ ਪਾਉਣਾ ਸੌਖਾ ਨਹੀਂ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਨੇ ਇਹ ਵੀ ਦੱਸਿਆ ਹੈ ਕਿ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਨਾ, ਪੁੰਨਦਾਨ ਕਰਨਾ, ਦਇਆ ਭਾਵ ਵਿਖਾਉਣਾ, ਇਹ ਸਭ ਵਿਖਾਵਾ ਹੈ ਅਤੇ ਇਸ ਨਾਲ ਮੁਕਤੀ ਦੀ ਪ੍ਰਾਪਤੀ ਅਸੰਭਵ ਹੈ। ਮੁਕਤੀ ਲਈ ਪ੍ਰਭੂ ਦੇ ਨਾਮ ਨੂੰ ਸੁਣਨਾ ਅਤੇ ਮੰਨਣਾ ਹੀ ਆਵਸ਼ਕਤਾ ਹੈ ਅਤੇ ਅੰਤਰ ਆਤਮੇ ਨੂੰ ਹੀ ਤੀਰਥ ਸਮਝ ਕੇ ਉਸ ਦੀਆਂ ਗਹਿਰਾਈਆਂ ਵਿੱਚ ਉਭਰਨ ਦੀ ਲੋੜ ਹੈ। ਪੌੜੀ 22। ਲੱਖ ਪਤਾਲਾਂ ਹਨ ਅਤੇ ਲੱਖਾਂ ਹੀ ਆਕਾਸ਼ ਹਨ। ਲੋਕੀ ਉਹਨਾਂ ਦਾ ਅੰਤ ਪਾਉਣ ਲਈ ਯਤਨ ਕਰਦਿਆਂ ਥੱਕ ਗਏ ਪਰ ਅੰਤ ਪ੍ਰਾਪਤ ਨਾ ਕਰ ਸਕੇ। ਵੇਦ ਵੀ ਇਸ ਗੱਲ ਨੂੰ ਇੱਕ ਜ਼ਬਾਨ ਹੋ ਕੇ ਕਹਿੰਦੇ ਹਨ। ਕਤੇਬਾ ਦਾ ਵੀ ਕਥਨ ਹੈ ਕਿ 18,000 ਆਲਮ ਦਾ ਸੰਸਾਰ ਹਨ, ਪਰ ਅਸਲ ਵਿੱਚ ਮੂਲ ਸੱਚ ਇਹ ਹੈ ਕਿ ਜੋ ਸਭ ਦਾ ਵਿਧਾਨ ਕਰ ਰਹੀ ਹੈ, ਜੇ ਉਹ ਲੇਖੇ ਵਿੱਚ ਆ ਸਕੇ ਤਾਂ ਲਿਖਾਈ, ਪਰ ਇਹ ਲੇਖੇ ਤਾਂ ਆਪ ਨਾਸ਼ਵਾਨ ਹਨ। ਹੇ ਨਾਨਕ, ਜਿਸ ਨੂੰ ਵੱਡਾ ਕਿਹਾ ਜਾਂਦਾ ਹੈ ਉਹ ਹੀ ਆਪਣੇ ਆਪ ਨੂੰ ਜਾਣਦਾ ਹੈ। ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਨੇ ਸ੍ਰਿਸ਼ਟੀ ਦੇ ਅਨੰਤਤਾ ਦਾ ਵਰਣਨ ਕਰਦਿਆਂ ਆਪਣੀ ਗੱਲ ਦੀ ਪੁਸ਼ਟੀ ਵੇਦਾਂ ਤੇ ਕਤੇਬਾਂ ਦੇ ਪ੍ਰਮਾਣਾਂ ਦੁਆਰਾ ਕੀਤੀ ਹੈ। ਪੌੜੀ 23। ਪ੍ਰਸ਼ੰਸਾ ਕਰਨਾ ਯੋਗ ਪ੍ਰਭੂ ਦੀ ਉਸਤਤ ਕਰਨ ਲਈ ਬੁੱਧੀ ਦੀ ਪ੍ਰਾਪਤੀ ਨਹੀਂ ਹੋਈ। ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਡਿੱਗਦੇ ਹਨ ਪਰ ਉਹ ਸਮੁੰਦਰ ਨਾਲੋਂ ਵੱਖਰੇ ਨਹੀਂ ਦਿਸਦੇ, ਅਰਥਾਤ ਉਹ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੇ ਹਨ, ਉਹਨਾਂ ਦੀ ਵੱਖਰੀ ਹਸਤੀ ਨਹੀਂ ਰਹਿੰਦੀ। ਸਮੁੰਦਰ ਵਰਗੇ ਮਹਾਨ ਬਾਦਸ਼ਾਹ ਅਤੇ ਸੁਲਤਾਨ, ਜਿਨ੍ਹਾਂ ਪਾਸੋਂ ਧਨ ਅਤੇ ਮਾਲ ਦੇ ਬਰਪਦਾ ਵਾਂਗ ਅੰਬਰ ਹਨ, ਉਹ ਉਸ ਕੀੜੇ ਦੇ ਸਮਾਨ ਵੀ ਸਿੱਧ ਨਹੀਂ ਹੋ ਸਕਦੇ ਜਿਸ ਦੇ ਮਨ ਵਿੱਚ ਖਿਣ ਭਰ ਲਈ ਵੀ ਪ੍ਰਭੂ ਨਹੀਂ ਵਿਸਰਦਾ। ਉਸ ਅਕਾਲ ਪੁਰਖ ਦੀ ਉਸਤਤ ਕਰਨ ਵੀ ਉਸ ਦਾ ਅੰਤ ਪਾਉਣ ਦੀ ਸਮਰੱਥਾ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਉਸਤਤ ਕਰਨ ਵਾਲਾ ਮਨੁੱਖ ਉਸ ਵਿੱਚ ਲੀਨ ਹੋ ਜਾਂਦਾ ਹੈ ਅਤੇ ਉਸ ਦਾ ਰੂਪ ਬਣ ਜਾਂਦਾ ਹੈ। ਸੰਸਾਰਿਕ ਵਸਤੂਆਂ ਦੀ ਪ੍ਰਾਪਤੀ ਨਾਲ ਵੱਡਾ ਬਣ ਕੇ ਬਹਿਣ ਨਾਲ ਹੀ ਵਡਿਆਈ ਨਹੀਂ ਮਿਲਦੀ, ਕਿਉਂਕਿ ਅਸਲੀ ਵਡਿਆਈ ਤੇ ਅਮੀਰੀ ਹਰ ਦੇ ਨਾਮ ਸਿਮਰਨ ਨਾਲ ਹੀ ਹੈ। ਪੌੜੀ 24। ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਉਸ ਦੇ ਗੁਣਾਂ ਦਾ ਵਿਖਿਆਨ ਕਰਨ ਵਾਲੇ ਵੀ ਉਸ ਦਾ ਅੰਤ ਨਹੀਂ ਜਾਣ ਸਕਦੇ। ਵੇਖਣ ਨਾਲ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਨਾ ਹੀ ਸੁਣਨ ਨਾਲ ਉਸ ਦਾ ਪਾਰਾਵਾਰ ਪਾਉਣ ਦੀ ਸਮਰੱਥਾ ਮਨੁੱਖ ਵਿੱਚ ਹੁੰਦੀ ਹੈ। ਉਸ ਦੇ ਮਨ ਵਿੱਚ ਕੀ ਮੰਤਵ ਹੈ, ਉਸ ਦਾ ਅੰਤ ਵੀ ਜਾਣਿਆ ਨਹੀਂ ਜਾ ਸਕਦਾ। ਉਸ ਦੇ ਕੀਤੇ ਹੋਏ ਸ੍ਰਿਸ਼ਟੀ ਆਕਾਰ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ, ਨਾ ਹੀ ਇਸ ਸ੍ਰਿਸ਼ਟੀ ਦੇ ਉਰਾਰ ਪਾਰ ਦਾ ਕੁਝ ਪਤਾ ਲੱਗਦਾ ਹੈ। ਕਈ ਮਨੁੱਖ ਉਸ ਦਾ ਅੰਤ ਜਾਣਨ ਲਈ ਵਿਲਕਦੇ ਰਹਿੰਦੇ ਹਨ, ਤਾਂ ਵੀ ਉਹਨਾਂ ਤੋਂ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਅੰਤ ਕੋਈ ਨਹੀਂ ਜਾਣ ਸਕਦਾ ਅਤੇ ਜਿਤਨਾ ਹੀ ਉਸ ਨੂੰ ਵੱਡਾ ਕਹਿੰਦੇ ਜਾਈਏ, ਉਹ ਉਤਨਾ ਹੋਰ ਵੱਡਾ ਹੁੰਦਾ ਜਾਂਦਾ ਹੈ। ਉਹ ਸਾਹਿਬ ਪਰਮਾਤਮਾ ਬਹੁਤ ਵੱਡਾ ਹੈ, ਉਸ ਦਾ ਸਥਾਨ ਬਹੁਤ ਉੱਚਾ ਹੈ, ਉਸ ਦਾ ਨਾਮ ਇਸ ਤੋਂ ਵੀ ਉੱਚਾ ਹੈ। ਜੇ ਉਸ ਚਿੰਤਨ ਉੱਚੇ ਕੋਈ ਵੀ ਤਾਂ ਨਹੀਂ ਉਸ ਨੂੰ ਜਾਣ ਸਕਦਾ, ਉਹ ਆਪ ਹੀ ਜਾਣ ਸਕਦਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ। ਹੇ ਨਾਨਕ, ਕਿਰਪਾਲੂ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸ੍ਰਿਸ਼ਟੀ ਦਾ ਅਨੰਤਤਾ, ਪਰਮਾਤਮਾ ਦੀ ਬੇਅੰਤਤਾ ਅਤੇ ਉਸ ਦੀ ਉਚਿਤਤਾ ਦਾ ਉਲੇਖ ਕਰਦਿਆਂ ਹੋਇਆਂ ਦੱਸਿਆ ਗਿਆ ਹੈ ਕਿ ਉਸ ਵੱਡੇ ਦੀ ਵਡਿਆਈ ਨੂੰ ਸਮਝਣਾ ਮਨੁੱਖ ਦੇ ਵੱਸ ਤੋਂ ਬਾਹਰੀ ਗੱਲ ਹੈ। ਨਾ ਉਸ ਜਿੱਡਾ ਕੋਈ ਵੱਡਾ ਹੋਵੇ ਅਤੇ ਨਾ ਹੀ ਉਸ ਦਾ ਅੰਤ ਪਾ ਸਕੇ। ਪੌੜੀ 25। ਪਰਮਾਤਮਾ ਦੀਆਂ ਬਖਸ਼ਿਸ਼ਾਂ ਨੂੰ
ਲਿਖਿਤ ਰੂਪ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਉਹ ਦਾਤਾ ਮਹਾਨ ਹੈ, ਉਸਨੂੰ ਰੱਤੀ ਪਰ ਵੀ ਲਾਲਚ ਨਹੀਂ ਹੈ। ਕਿਤਨੇ ਹੀ ਆਧਾਰ ਯੋਧੇ ਉਸ ਪਾਸੋਂ ਮੰਗਦੇ ਹਨ, ਮੰਗਣ ਵਾਲੇ ਕਿਤਨੇ ਹਨ, ਇਹਨਾਂ ਦੀ ਗਿਣਤੀ ਦਾ ਖਿਆਲ ਤੱਕ ਵੀ ਨਹੀਂ ਕੀਤਾ ਜਾ ਸਕਦਾ। ਕਿਤਨੇ ਹੀ ਲੋਕ ਵਿਕਾਰਾਂ ਵਿੱਚ, ਵਿਸ਼ੇ ਵਾਸ਼ਨਾਵਾਂ ਵਿੱਚ ਖਪ ਕਰਕੇ ਮਰ ਜਾਂਦੇ ਹਨ। ਕਿਤਨੇ ਹੀ ਪਰਮਾਤਮਾ ਤੋਂ ਦਾਤਾ ਲੈ ਲੈ ਕੇ ਮੁਨਕਿਰ ਹੋ ਜਾਂਦੇ ਰਹਿੰਦੇ ਹਨ। ਹੇ ਦਾਤਾ, ਇਹ ਵੀ ਬਖਸ਼ਿਸ਼ ਹੀ ਹੈ, ਕਿਉਂਕਿ ਦੁੱਖਾਂ ਦੀ ਪੀੜਤਾ ਹੋ ਕੇ ਜੀਵ ਪ੍ਰਭੂ ਨਾਲ ਜੁੜ ਕੇ ਆਪਣਾ ਭਵਿੱਖ ਸੁਧਰਦਾ ਹੈ। ਬੰਧਨ ਅਤੇ ਮੁਕਤੀ ਤੇਰੇ ਭਾਣੇ ਅਤੇ ਇੱਛਾ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸ ਤੋਂ ਛੋਟਾ ਹੋਰ ਕੋਈ ਤਰੀਕਾ ਕੋਈ ਨਹੀਂ ਦੱਸ ਕਰਦਾ। ਜੇ ਕੋਈ ਹੋਰ ਮਨੁੱਖ ਮੁਕਤੀ ਦਾ ਸਾਧਨ ਦੱਸਦਾ ਹੈ, ਯਤਨ ਕਰੇ, ਤਾਂ ਉਸਨੂੰ ਆਪਣੀ ਮੂਰਖਤਾ ਦਾ ਉਦੋਂ ਪਤਾ ਲੱਗ ਜਾਂਦਾ ਹੈ ਜਦੋਂ ਉਸਦੇ ਮੂੰਹ ਉੱਤੇ ਚੋਟਾਂ ਪੈਂਦੀਆਂ ਹਨ। ਉਹ ਪਰਮਾਤਮਾ ਆਪ ਹੀ ਦਿੰਦਾ ਹੈ ਅਤੇ ਆਪ ਹੀ ਜਾਣਦਾ ਹੈ। ਇਸ ਪ੍ਰਕਾਰ ਦਾ ਵਰਣਨ ਕਰਨ ਵਾਲੇ ਕੋਈ ਪ੍ਰਸ਼ਨ ਹੀ ਨਹੀਂ। ਹੇ ਨਾਨਕ, ਜਿਸ ਨੂੰ ਪ੍ਰਭੂ ਆਪਣੀ ਸਿਫਤ ਅਤੇ ਪ੍ਰਸ਼ੰਸਾ ਕਰਨ ਦੀ ਸਮਰੱਥਾ ਬਖਸ਼ਦਾ ਹੈ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ, ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਹੀ ਸਭ ਤੋਂ ਉੱਚੀ ਦਾਤ ਹੈ। ਇਸ ਪੌੜੀ ਵਿੱਚ ਇਹ ਦੱਸਿਆ ਗਿਆ ਹੈ ਕਿ ਪ੍ਰਭੂ ਮਹਾਨ ਹੈ ਅਤੇ ਇਸ ਸੰਸਾਰ ਵਿੱਚ ਦਿਸਣ ਵਾਲੇ ਸਭ ਮਹਾਨ ਲੋਕ ਉਸ ਦੇ ਦਰ ਤੇ ਮੰਗਤੇ ਵਾਂਗ ਹਾਜ਼ਰ ਹੁੰਦੇ ਹਨ। ਜੋ ਕੁਝ ਉਹ ਕਹਿੰਦਾ ਹੈ, ਉਹ ਕੁਝ ਹੀ ਹੁੰਦਾ ਹੈ। ਆਪਣੇ ਯਤਨਾਂ ਨਾਲ ਨਾ ਬੰਧਨ ਟੁੱਟਦੇ ਹਨ ਅਤੇ ਨਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ, ਸਗੋਂ ਇਹ ਸਭ ਕੁਝ ਪ੍ਰਭੂ ਦੀ ਕਿਰਪਾ ਦਾ ਹੀ ਫਲ ਹੈ। ਜਿਸ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ, ਉਹ ਇਸ ਸੰਸਾਰ ਵਿੱਚ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ। ਪੌੜੀ 26। ਹੇ ਪਰਮਾਤਮਾ, ਤੇਰੇ ਗੁਣ ਅਮੋਲਕ ਹਨ, ਅਰਥਾਤ ਉਹਨਾਂ ਗੁਣਾਂ ਦਾ ਮੂਲ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰੀ ਵਾਪਰੀ ਅਮੋਲਕ ਹਨ ਅਤੇ ਉਹਨਾਂ ਦੇ ਭੰਡਾਰ ਵੀ ਅਮੋਲਕ ਹਨ। ਉਹ ਅਮੋਲਕ ਹਨ ਜੋ ਤੇਰੇ ਕੋਲ ਇਸ ਜਗਤ ਵਿੱਚ ਵਪਾਰ ਕਰਨ ਲਈ ਆਉਂਦੇ ਹਨ, ਅਤੇ ਉਹ ਵੀ ਅਮੋਲਕ ਹਨ ਜੋ ਇਸ ਸੰਸਾਰ ਵਿੱਚ ਹਰੀ ਨਾਮ ਦਾ ਸੌਂਦ ਖਰੀਦ ਕੇ ਲੈ ਜਾਂਦੇ ਹਨ। ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਅਤੇ ਉਸ ਵਿੱਚ ਸਮਾਏ ਹੋਏ ਅਮੋਲਕ ਹਨ। ਪਰਮਾਤਮਾ ਦਾ ਚਲਾਇਆ ਧਰਮ ਅਮੋਲਕ ਹੈ ਅਤੇ ਉਸ ਦਾ ਦਰਬਾਰ ਵੀ ਅਮੋਲਕ ਹੈ। ਪ੍ਰਭੂ ਦਾ ਤੋਲ ਅਤੇ ਤਰਾਜੂ ਵੀ ਅਮੋਲਕ ਹਨ। ਉਸ ਦੀ ਬਖਸ਼ਿਸ਼ ਅਤੇ ਨਿਸ਼ਾਨ ਚਿੰਨ੍ਹ ਅਮੋਲਕ ਹਨ। ਉਸ ਦੀ ਕਿਰਪਾ ਅਤੇ ਆਦੇਸ਼ ਅਮੋਲਕ ਹਨ। ਪਰ ਹੇ ਪ੍ਰਭੂ, ਤੂੰ ਅਮੋਲਕ ਤੋਂ ਵੀ ਅਧਿਕ ਅਮੋਲਕ ਹੈ। ਤੇਰਾ ਵਰਣਨ ਨਹੀਂ ਕੀਤਾ ਜਾ ਸਕਦਾ। ਕਿਤਨੇ ਹੀ ਤੇਰੇ ਵਰਣਨ ਕਰਦੇ ਕਰਦੇ ਧਿਆਨ ਵਿੱਚ ਮਗਨ ਰਹਿੰਦੇ ਹਨ, ਪਰ ਤੇਰੇ ਵਰਣਨ ਦਾ ਕਿਤੇ ਵੀ ਅੰਤ ਨਹੀਂ ਪਾ ਸਕਦੇ। ਕਈ ਵੇਦਾਂ ਅਤੇ ਪੁਰਾਣਾਂ ਦੇ ਪਾਠ ਕਰਕੇ ਤੇਰਾ ਵਰਣਨ ਕਰਦੇ ਹਨ ਅਤੇ ਕਈ ਸ਼ਾਸਤਰਾਂ ਤੋਂ ਪੜ੍ਹ ਕੇ ਤੇਰੀ ਵਿਆਖਿਆ ਕਰਦੇ ਹਨ। ਬ੍ਰਹਮਾ, ਇੰਦਰ, ਗੋਪੀਆਂ, ਕ੍ਰਿਸ਼ਨ, ਸ਼ਿਵ, ਸਿੱਧ ਕਰਦੇ ਤੇ ਬੁੱਧ ਵੀ, ਦੈਂਤ ਦੇਵਤੇ, ਸੁਰ ਨਰ, ਮੁਨੀ ਸੇਵਕ ਤੇਰੇ ਹੀ ਨਾਮ ਦਾ ਵਰਣਨ ਕਰਦੇ ਹਨ। ਕਈ ਪਰਮਾਤਮਾ ਦਾ ਵਰਣਨ ਕਰ ਰਹੇ ਹਨ, ਕਈ ਉਸ ਦਾ ਅੰਦਾਜ਼ਾ ਲਗਾਉਣ ਦਾ ਯਤਨ ਕਰ ਰਹੇ ਹਨ। ਬੇਅੰਤ ਅਜਿਹੇ ਹਨ ਜੋ ਅੰਦਾਜ਼ਾ ਲਗਾ ਕੇ ਇਸ ਸੰਸਾਰ ਤੋਂ ਤੁਰਦੇ ਜਾ ਰਹੇ ਹਨ। ਹੇ ਪਰਮਾਤਮਾ, ਜਿਤਨੇ ਲੋਕ ਤੂੰ ਪੈਦਾ ਕਰ ਦਿੱਤੇ ਹਨ ਅਤੇ ਜਿਤਨੇ ਹੋਰ ਵੀ ਪੈਦਾ ਕਰ ਦੇਵੇਂ, ਤਾਂ ਵੀ ਤੇਰੇ ਸਰੂਪ ਦੀ ਬੇਅੰਤਤਾ ਦਾ ਉਹ ਵਰਣਨ ਨਹੀਂ ਕਰ ਸਕਣਗੇ। ਹੇ ਪ੍ਰਭੂ, ਤੂੰ ਜਿੰਨਾ ਚਾਹੁੰਦਾ ਹੈ ਓਨਾ ਹੀ ਵੱਡਾ ਹੋ ਜਾਂਦਾ ਹੈ। ਆਪਣੀ ਵਡਿਆਈ ਨੂੰ ਤੂੰ ਜਾਣਦਾ ਵੀ ਆਪ ਹੀ ਹੈ। ਜੋ ਕੋਈ ਤੇਰੇ ਰੂਪ ਦਾ ਵਰਣਨ ਕਰਨ ਦਾ ਯਤਨ ਕਰਦਾ ਹੈ ਤਾਂ ਉਹ ਆਪਣੀ ਬੋਲੀ ਜਾਂ ਬਚਨ ਨੂੰ ਵਿਗਾੜ ਬੈਂਦਾ ਹੈ, ਕਿਉਂਕਿ ਕੋਈ ਸ਼ਬਦ ਵੀ ਤੇਰੇ ਵਰਣਨ ਕਰਨ ਦੀ ਸਮਰੱਥਾ ਨਹੀਂ ਰੱਖਦਾ। ਇਸ ਲਈ ਉਸ ਨੂੰ ਮੂਰਖਾਂ ਵਿੱਚੋਂ ਵੀ ਮਹਾਮੂਰਖ ਗਿਣਿਆ ਜਾਂਦਾ ਹੈ। ਪੌੜੀ 27। ਹੇ ਪਰਮਾਤਮਾ, ਉਹ ਤੇਰਾ ਦਰ ਕਿਹੋ ਜਿਹਾ ਹੈ ਅਤੇ ਉਹ ਘਰ ਕਿਹੋ ਜਿਹਾ ਹੈ ਜਿੱਥੇ ਤੂੰ ਬੈਠ ਕੇ ਹਰ ਪ੍ਰਾਣੀ ਮਾਤਰ ਦੀ ਸੰਭਾਲ ਕਰਦਾ ਹੈ। ਤੇਰੇ ਦਰਵਾਜ਼ੇ ਤੇ ਅਨੇਕਾਂ ਅਤੇ ਅਸੰਖਾਂ ਨਾਦ ਹੋ
ਰਹੇ ਹਨ ਅਤੇ ਅਸੰਖਾਂ ਹੀ ਵਾਜੇ ਵਜਾਉਣ ਵਾਲੇ ਹਨ। ਅਨੇਕਾਂ ਗਾਇਕ ਰਾਗੀਆਂ ਸਮੇਤ ਤੇਰੇ ਗੁਣਗਾਨ ਅਲਾਪ ਕਰ ਰਹੇ ਹਨ। ਹੇ ਪ੍ਰਭੂ, ਪਵਨ ਨਾਲ ਅਗਨੀ ਧਰਮਰਾਜ ਤੇਰੇ ਦਰ ਬੈਠ ਕੇ ਗਾ ਰਹੇ ਹਨ। ਸਾਰਿਆਂ ਦਾ ਪਾਪ ਪੁੰਨ ਲਿਖਣ ਅਤੇ ਧਰਮ ਅਨੁਸਾਰ ਲਿਖ ਉੱਤੇ ਵਿਚਾਰ ਕਰਨ ਵਾਲੇ ਵੀ ਤੇਰੇ ਗੁਣਗਾਨ ਕਰ ਰਹੇ ਹਨ। ਸ਼ਿਵ, ਬ੍ਰਹਮਾ, ਦੇਵੀ, ਦੁਰਗਾ ਜੋ ਤੇਰੇ ਦੁਆਰਾ ਸਦਾ ਸੰਵਾਰੇ ਹੋਏ ਹਨ, ਤੇਰਾ ਜਸ ਗਾ ਰਹੇ ਹਨ। ਦੇਵਤਿਆਂ ਸਾਹਿਤ ਇੰਦਰਸਨ ਉੱਤੇ ਬੈਠੇ ਹੋਏ ਇੰਦਰ ਤੇਰੇ ਗੁਣ ਗਾ ਰਹੇ ਹਨ। ਸਿੱਧ ਲੋਕ ਸਮਾਧੀ ਦੀ ਅਵਸਥਾ ਵਿੱਚ ਤੈਨੂੰ ਗਾ ਰਹੇ ਹਨ ਅਤੇ ਸਾਧ ਲੋਕ ਵਿਚਾਰ ਦੁਆਰਾ ਤੇਰੀ ਉਸਤਤ ਕਰ ਰਹੇ ਹਨ। ਜਤੀ ਸੰਤੋਖਣੀ ਅਤੇ ਬਲਵਾਨ ਯੋਧੇ ਤੇਰਾ ਹੀ ਜਸ ਗਾ ਰਹੇ ਹਨ। ਯੁਗਾਂ ਤੋਂ ਪੰਡਿਤ ਅਤੇ ਰਿਖਿਆਸਰ ਲੋਕ ਵੇਦਾਂ ਦੇ ਅਧੀਨ ਦੁਆਰਾ ਗੁਣਾਂ ਦੀ ਗਾਇਨ ਕਰ ਰਹੇ ਹਨ। ਸੁਰੰਗ ਵਿੱਚ ਰਹਿਣ ਵਾਲੇ ਜੀਵ, ਮਨ ਨੂੰ ਮੋਹਣ ਵਾਲੀਆਂ ਪਰੀਆਂ ਅਤੇ ਪਤਾਲ ਵਿੱਚ ਰਹਿਣ ਵਾਲੇ ਮੱਛ ਆਦਿ ਤੇਰੀ ਹੀ ਪ੍ਰਸ਼ੰਸਾ ਕਰ ਰਹੇ ਹਨ। ਤੇਰੇ ਪੈਦਾ ਕੀਤੇ 18 ਰਤਨ ਅਤੇ 68 ਤੀਰਥ ਵੀ ਤੇਰੇ ਗੁਣਗਾਨ ਕਰ ਰਹੇ ਹਨ। ਤੈਨੂੰ ਮਹਾਬਲੀ, ਸ਼ੂਰਵੀਰ ਅਤੇ ਯੋਧੇ ਅਤੇ 4 ਪ੍ਰਕਾਰ ਦੀਆਂ ਜੂਨਾਂ ਤੋਂ ਪੈਦਾ ਹੋਏ ਜੀਵ ਗਾ ਰਹੇ ਹਨ। ਸਾਰੀ ਸ੍ਰਿਸ਼ਟੀ ਤੇ ਖੰਡ ਮੰਡਲ ਅਤੇ ਬ੍ਰਹਿਮੰਡ ਨੂੰ ਤੂੰ ਪੈਦਾ ਕਰਕੇ ਆਪਣੀ ਆਪਣੀ ਥਾਂ ਤੇ ਸਥਿਤ ਕੀਤਾ ਹੈ। ਉਹ ਵੀ ਤੇਰੀ ਆਰਾਧਨਾ ਕਰ ਰਹੇ ਹਨ, ਪਰ ਉਹੀ ਤੇਰਾ ਗੁਣਗਾਨ ਕਰ ਸਕਦੇ ਹਨ ਜੋ ਤੈਨੂੰ ਚੰਗੇ ਲੱਗਦੇ ਹਨ ਅਤੇ ਤੇਰੀ ਭਗਤੀ ਵਿੱਚ ਲੀਨ ਹਨ। ਹੇ ਨਾਨਕ, ਹੋਰ ਵੀ ਕਿਤਨੇ ਤੇਰੇ ਉਸਤਤ ਕਰ ਰਹੇ ਹਨ, ਪਰ ਉਨ੍ਹਾਂ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਮੈਂ ਤੈਨੂੰ ਸੰਬੰਧੀ ਕੀ ਵਿਚਾਰ ਕਰਾਂ। ਉਹ ਪਰਮਾਤਮਾ ਸਦਾ ਅਟਲ ਹੈ, ਸੱਚਾ ਸਾਹਿਬ ਹੈ, ਉਸਦਾ ਨਾਮ ਸੱਚਾ ਹੈ। ਉਹ ਪਰਮਾਤਮਾ ਵਰਤਮਾਨ ਵਿੱਚ ਵੀ ਹੈ ਅਤੇ ਭਵਿੱਖ ਵਿੱਚ ਵੀ ਉਹੀ ਰਹੇਗਾ। ਜਿਸ ਪਰਮਾਤਮਾ ਨੇ ਇਹ ਅਨੰਤ ਰਚਨਾ ਰਚੀ, ਉਹ ਕਦੇ ਵੀ ਨਸ਼ਟ ਨਹੀਂ ਹੋ ਸਕਦਾ। ਜਿਸਨੇ ਰੰਗ ਰੰਗ ਦੀਆਂ ਭਾਂਤ ਦੀਆਂ ਮਾਇਆਵੀ ਵਸਤਾਂ ਜਿਨਸ ਪੈਦਾ ਕੀਤੀਆਂ ਹਨ, ਉਨ੍ਹਾਂ ਨੂੰ ਉਤਪੰਨ ਕਰਕੇ ਉਹ ਪ੍ਰਭੂ ਆਪਣੀ ਕੀਰਤ ਨੂੰ ਵੇਖਦਾ ਹੈ ਅਤੇ ਉਸ ਦੀ ਵਡਿਆਈ ਦਾ ਮੁੱਲ ਪਾਉਂਦਾ ਹੈ। ਜੇ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਕੋਈ ਵੀ ਉਸ ਦਾ ਹੁਕਮ ਦਾ ਉਲੰਘਣ ਨਹੀਂ ਕਰ ਸਕਦਾ। ਪਰਮਾਤਮਾ ਬਾਦਸ਼ਾਹ ਹੈ, ਬਾਦਸ਼ਾਹ ਦਾ ਵੀ ਬਾਦਸ਼ਾਹ ਹੈ। ਹੇ ਨਾਨਕ, ਉਸ ਦੀ ਰਜ਼ਾ ਵਿੱਚ ਰਹਿਣਾ ਹੀ ਉਚਿਤ ਹੈ। ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਅਨੰਤਤਾ ਦਾ ਵਰਣਨ ਕੀਤਾ ਹੈ ਅਤੇ ਇਹ ਵੀ ਦੱਸਿਆ ਹੈ ਕਿ ਉਸ ਦੇ ਪੈਦਾ ਕੀਤੇ ਅਨੰਤ ਪ੍ਰਾਣੀ ਹਨ ਅਤੇ ਉਹ ਉਨ੍ਹਾਂ ਸਾਰਿਆਂ ਦੀ ਸੰਭਾਲ ਕਰਦਾ ਹੈ। ਅਨੇਕ ਜੀਵ ਉਸ ਦਾ ਗੁਣਗਾਨ ਕਰ ਰਹੇ ਹਨ, ਪਰ ਕਿਸੇ ਵਿੱਚ ਵੀ ਉਚਿਤ ਅਤੇ ਸੰਪੂਰਨ ਰੂਪ ਵਿੱਚ ਉਸ ਦੇ ਗੁਣਾਂ ਗਾਉਣ ਦੀ ਸਮਰੱਥਾ ਨਹੀਂ। ਉਹ ਪਰਮਾਤਮਾ ਆਪਣੀ ਕੁਦਰਤ ਦੇ ਮਹਾਨਤਾ ਨੂੰ ਆਪ ਹੀ ਜਾਣਦਾ ਹੈ। ਮਨੁੱਖ ਲਈ ਤਾਂ ਉਸ ਦੀ ਮਰਜ਼ੀ ਵਿੱਚ ਰਹਿਣਾ ਹੀ ਉਚਿਤ ਹੈ। ਪੌੜੀ 28। ਹੇ ਯੋਗੀ, ਸੰਤੋਖ ਅਤੇ ਮਿਹਨਤ ਨੂੰ ਕੰਨ ਵਿੱਚ ਪਾਉਣ ਵਾਲੀਆਂ ਮੁਦਰਾ ਬਣਾਓ। ਮਾਨ ਮਰਿਆਦਾ ਦੀ ਝੋਲੀ ਧਾਰਨ ਕਰੋ ਅਤੇ ਈਸ਼ਵਰ ਧਿਆਨ ਦੀ ਵਿਭੂਤੀ ਬਣਾਓ। ਮਿੱਤਰ ਨੂੰ ਗੋਦੜੀ ਬਣਾਓ। ਪਵਿੱਤਰ ਅਤੇ ਨਿਸ਼ਪਾਪ ਸਰੀਰ ਨੂੰ ਯੋਗ ਯੁਕਤੀ ਦਾ ਰੂਪ ਦਿਓ ਅਤੇ ਵਿਸ਼ਵਾਸ ਨੂੰ ਡੰਡਾ ਬਣਾਓ। ਸਮੂਹ ਪ੍ਰਾਣੀ ਮਾਤਰ ਨੂੰ ਇੱਕ ਸਮਾਨ ਸਮਝੋ, ਇਹੀ ਤੇਰੀ ਆਈ ਪੰਥ ਹੈ। ਮਨ ਨੂੰ ਜਿੱਤੋ, ਕਿਉਂਕਿ ਮਨ ਨੂੰ ਜਿੱਤਣ ਨਾਲ ਸਾਰਾ ਸੰਸਾਰ ਜਿੱਤਿਆ ਜਾ ਸਕਦਾ ਹੈ। ਜੇ ਪ੍ਰਣਾਮ ਕਰਨਾ ਹੈ ਤਾਂ ਉਸ ਪਰਮਾਤਮਾ ਨੂੰ ਪ੍ਰਣਾਮ ਕਰੋ, ਕਿਉਂਕਿ ਉਹ ਆਦਿ ਹੈ, ਵਰਣ ਜਾਂ ਕਲੰਕ ਰਹਿਤ ਹੈ, ਅਨਾਦਿ ਹੈ, ਨਾਸ਼ ਤੋਂ ਮੁਕਤ ਹੈ, ਯੁਗਾਂ ਯੁਗਾਂ ਤੋਂ ਇੱਕੋ ਹੀ ਵੇਸ਼ ਵਾਲਾ ਹੈ। ਇਹ ਤੇ ਅਗਲੀਆਂ 3 ਪੌੜੀਆਂ ਉਨ੍ਹਾਂ ਜੋਗੀਆਂ ਨੂੰ ਸੰਬੋਧਨ ਕਰਦੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਗੁਰੂ ਨਾਨਕ ਦੇ ਯੋਗ ਦੇ ਚਿੰਨ੍ਹ ਧਾਰਨ ਕਰਕੇ ਗੋਰਖਨਾਥ ਨੂੰ ਪ੍ਰਣਾਮ ਕਰਨ ਲਈ ਕਿਹਾ ਸੀ। ਇਸ ਦੇ ਉੱਤਰ ਵਿੱਚ ਗੁਰੂ ਜੀ ਨੇ ਦੱਸਿਆ ਕਿ ਬਾਹਰਲੇ ਚਿੰਨ੍ਹਾਂ ਦੀ ਕੋਈ ਆਵਸ਼ਕਤਾ
ਨਹੀਂ। ਮਨੁੱਖ ਨੂੰ ਆਪਣਾ ਅੰਦਰਲਾ ਸੁਧਾਰ ਕੇ ਅਧਿਆਤਮਕ ਕਰਮ ਕਰਨਾ ਚਾਹੀਦੇ ਹਨ। ਇਹੋ ਹੀ ਵਾਸਤਵਿਕ ਯੋਗ ਹੈ ਅਤੇ ਅਜਿਹੇ ਯੋਗੀ ਨੂੰ ਕੇਵਲ ਪਰਮਾਤਮਾ ਅੱਗੇ ਪ੍ਰਣਾਮ ਕਰਨਾ ਚਾਹੀਦਾ ਹੈ। ਪੌੜੀ 29। ਹੇ ਯੋਗੀ, ਬ੍ਰਹਮ ਗਿਆਨ ਨੂੰ ਭੁਗਤੀ ਚੂਰਮਾ ਬਣਾ ਦਇਆ ਦੀ ਭਾਵਨਾ ਨੂੰ ਪੰਡਰੀ ਅਤੇ ਹਰ ਵਿਅਕਤੀ ਦੇ ਅੰਦਰ ਸਦਾ ਵੱਜ ਰਹੇ ਅਨਾਹਦ ਨਾਦ ਨੂੰ ਸੁਣ ਪ੍ਰਭੂ ਨੂੰ ਹੀ ਨਾਦ ਸਮਝੋ, ਜਿਸ ਦੀ ਨੱਥੀ ਹੋਈ ਸਾਰੀ ਸ੍ਰਿਸ਼ਟੀ ਹੈ। ਰਿੱਧੀਆਂ ਸਿੱਧੀਆਂ ਤਾਂ ਹੋਰ ਤਰ੍ਹਾਂ ਦੇ ਸੁਆਦ ਹਨ, ਅਰਥਾਤ ਪਰਮਾਤਮਾ ਤੋਂ ਬੇਸੁੱਧ ਕਰਨ ਵਾਲੇ ਹਨ। ਸੰਜੋਗ ਅਤੇ ਵਿਜੋਗ ਇਹਨਾਂ ਦੋਵੇਂ ਹੀ ਸ੍ਰਿਸ਼ਟੀ ਦਾ ਸਾਰਾ ਕੰਮ ਚਲਾਉਣਾ ਹਨ ਅਤੇ ਆਪਣੇ ਕਰਮਾਂ ਦੇ ਲੇਖਾਂ ਅਨੁਸਾਰ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜੇ ਪ੍ਰਣਾਮ ਕਰਨਾ ਹੈ ਤਾਂ ਕੇਵਲ ਉਸ ਪਰਮਾਤਮਾ ਅੱਗੇ ਹੀ ਕਰਨਾ ਚਾਹੀਦਾ ਹੈ। ਇੱਥੇ ਵੀ ਜੋਗੀ ਨੂੰ ਸੰਬੋਧਨ ਕਰਕੇ ਉਸ ਨੂੰ ਵਾਸਤਵਿਕ ਗਿਆਨ ਦਾ ਉਪਦੇਸ਼ ਦਿੱਤਾ ਗਿਆ ਹੈ। ਪੌੜੀ 30। ਹੇ ਯੋਗੀ, ਇੱਕ ਮਾਇਆ ਦੀ ਯੁਕਤੀ ਪੂਰਨ ਪ੍ਰਮਾਣਿਕ 3 ਚੋਲੇ ਪੁੱਤਰ ਪੈਦਾ ਕੀਤੇ। ਉਨ੍ਹਾਂ ਵਿੱਚੋਂ ਇੱਕ ਤਾਂ ਸੰਸਾਰ ਦੀ ਨਿਰਮਾਤਾ ਬ੍ਰਹਮਬਾਣੀਆ, ਇੱਕ ਭੰਡਾਰਾ ਅਰਥਾਤ ਪੋਸ਼ਣ ਕਰਨ ਵਾਲਾ ਵਿਸ਼ਨੂੰ ਅਤੇ ਇੱਕ ਦੀਵਾਨ ਲਗਾਉਣ ਵਾਲਾ ਪ੍ਰਲਯ ਕਰਨ ਵਾਲਾ ਸ਼ਿਵ ਬਣਿਆ। ਉਨ੍ਹਾਂ ਨੂੰ ਪ੍ਰਭੂ ਆਪਣੀ ਇੱਛਾ ਅਨੁਸਾਰ ਚਲਾਉਂਦਾ ਹੈ ਅਤੇ ਉਸ ਦੇ ਹੁਕਮ ਅਨੁਸਾਰ ਚੱਲਦੇ ਹਨ। ਪ੍ਰਭੂ ਤ੍ਰੈ ਗੁਣ ਅਤੀਤ ਹੋਣ ਕਰਕੇ ਉਨ੍ਹਾਂ ਨੂੰ ਵੇਖਦਾ ਰਹਿੰਦਾ ਹੈ, ਪਰ ਉਨ੍ਹਾਂ ਦੇਵਤਿਆਂ ਨੂੰ ਪ੍ਰਭੂ ਨਜ਼ਰ ਨਹੀਂ ਆਉਂਦਾ। ਇਹ ਬੜੀ ਆਸ਼ਚਰਯ ਗੱਲ ਹੈ। ਇਸ ਲਈ ਜੇ ਪ੍ਰਣਾਮ ਕਰਨਾ ਹੈ ਤਾਂ ਉਸੇ ਅਗਮ ਪ੍ਰਭੂ ਨੂੰ ਕਰੋ। ਇੱਥੇ ਗੁਰੂ ਨਾਨਕ ਦੇਵ ਜੀ ਨੇ ਯੋਗੀ ਨੂੰ ਦੱਸਦਿਆਂ ਕਿਹਾ ਹੈ ਕਿ ਇਸ ਸੰਸਾਰ ਵਿੱਚ ਬ੍ਰਹਮਾ, ਵਿਸ਼ਨੂੰ, ਮਹੇਸ਼ ਕੋਈ ਸੁਤੰਤਰ ਸ਼ਕਤੀਆਂ ਨਹੀਂ ਹਨ, ਸਗੋਂ ਪ੍ਰਭੂ ਦੀ ਇੱਛਾ ਨਾਲ ਮਾਇਆ ਦੀ ਯੁਕਤੀ ਦੁਆਰਾ ਪੈਦਾ ਹੋਈਆਂ ਹਨ ਅਤੇ ਇਹ ਸ਼ਕਤੀਆਂ ਸਾਰੀਆਂ ਉਸ ਦੇ ਹੁਕਮ ਅਨੁਸਾਰ ਹੀ ਚੱਲ ਰਹੀਆਂ ਹਨ। ਪੌੜੀ 31। ਹੇ ਯੋਗੀ, ਉਸ ਪ੍ਰਭੂ ਦਾ ਆਸਣ ਹਰ ਲੋਕ ਵਿੱਚ ਸਥਾਪਿਤ ਹੈ ਅਤੇ ਹਰ ਲੋਕ ਵਿੱਚ ਉਸ ਦਾ ਭੰਡਾਰ ਵੀ ਹੈ। ਜੋ ਕੁਝ ਵੀ ਪ੍ਰਾਣੀਆਂ ਨੇ ਪਾਉਣਾ ਹੈ, ਇੱਕੋ ਵਾਰ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਸਾਰੇ ਸੰਸਾਰ ਦੀ ਰਚਨਾ ਕਰਕੇ ਉਸ ਵੱਲ ਵੇਖਦਾ ਹੈ ਅਤੇ ਉਸ ਦੀ ਸਾਰ ਲੈਂਦਾ ਰਹਿੰਦਾ ਹੈ। ਹੇ ਨਾਨਕ, ਉਸ ਸੱਚੇ ਪਰਮਾਤਮਾ ਦੀ ਕਿਰਤ ਅਰਥਾਤ ਪੈਦਾ ਕੀਤੀ ਸ੍ਰਿਸ਼ਟੀ ਦੀ ਸੱਚੀ ਹੈ। ਇਸ ਲਈ ਜੇ ਪ੍ਰਣਾਮ ਕਰਨਾ ਹੈ ਤਾਂ ਉਸੇ ਨੂੰ ਕਰੋ। ਪਰਮਾਤਮਾ ਸਰਵ ਵਿਆਪਕ ਅਤੇ ਸਭ ਨੂੰ ਵੇਖਣ ਵਾਲਾ ਹੈ। ਉਸ ਦੇ ਭੰਡਾਰੇ ਬੇਅੰਤ ਅਤੇ ਅਮੁੱਲਕ ਹਨ ਅਤੇ ਉਸ ਦੀ ਪੈਦਾ ਕੀਤੀ ਸਾਰੀ ਸ੍ਰਿਸ਼ਟੀ ਸੱਚੀ ਹੈ। ਪੌੜੀ 32। ਜੇ ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ ਅਤੇ ਮੈਂ ਇਹਨਾਂ ਜੀਵਾਂ ਨਾਲ ਲੱਖ ਵਾਰ ਜਗਦੀਸ਼ ਦਾ ਨਾਮ ਜਪਾਂ, ਪਰਮਾਤਮਾ ਰੂਪੀ ਪਤੀ ਨੂੰ ਮਿਲਣ ਦੀਆਂ ਇਹੀ ਪੌੜੀਆਂ ਹਨ, ਜਿਨ੍ਹਾਂ ਉੱਤੇ ਚੜ੍ਹਨ ਵਾਲਾ ਪਰਮਾਤਮਾ ਨਾਲ ਮਿਲ ਕੇ ਇੱਕ ਮਿੱਕ ਹੋ ਜਾਂਦਾ ਹੈ। ਭਗਤੀ ਦੇ ਬਲ ਦੇ ਅਰਸ਼ੀ ਮੰਡਲਾਂ ਵਿੱਚ ਪਹੁੰਚੇ ਹੋਏ ਲੋਕਾਂ ਸੰਬੰਧੀ ਗੱਲਾਂ ਸੁਣ ਕੇ ਤੁੱਛ ਜੀਵਾਂ ਨੇ ਵੀ ਅਰਸ਼ੀ ਗਮਨ ਲਈ ਰੀਸੋ ਰੀਸ ਯਤਨ ਕੀਤਾ ਹੈ। ਪਰ ਹੇ ਨਾਨਕ, ਪਰਮਾਤਮਾ ਦੀ ਪ੍ਰਾਪਤੀ ਉਸ ਦੀ ਕਿਰਪਾ ਨਾਲ ਹੁੰਦੀ ਹੈ। ਕੂੜਾ ਵਿਅਕਤੀ ਤਾਂ ਵਿਅਰਥ ਦੀਆਂ ਬੜਕਾਂ ਹੀ ਮਾਰਦਾ ਹੈ। ਪ੍ਰਭੂ ਦੀ ਪ੍ਰਾਪਤੀ ਉਸ ਦੇ ਨਾਮ ਸਿਮਰਨ ਨਾਲ ਹੁੰਦੀ ਹੈ ਅਤੇ ਅਜਿਹਾ ਸਿਮਰਨ ਕਰਨ ਲਈ ਪ੍ਰਭੂ ਕਿਰਪਾ ਦੀ ਬੜੀ ਲੋੜ ਹੈ। ਪੌੜੀ 33। ਜੀਵ ਪਾਸ ਨਾ ਕਹਿਣ ਲਈ ਸ਼ਕਤੀ ਹੈ, ਨਾ ਚੁੱਪ ਰਹਿਣ ਲਈ, ਨਾ ਹੀ ਮੰਗਣ ਲਈ ਸ਼ਕਤੀ ਹੈ ਅਤੇ ਨਾ ਹੀ ਦੇਣ ਵਿੱਚ। ਜੀਵ ਦੀ ਕੁਝ ਚਲਦੀ ਹੈ, ਨਾ ਜਿਉਂਦਾ ਰਹਿਣ ਦੀ ਸ਼ਕਤੀ ਹੈ ਅਤੇ ਨਾ ਹੀ ਮਰਨ ਦੀ। ਨਾ ਰਾਜ ਸੰਪਤੀ ਲਈ ਸ਼ਕਤੀ ਹੈ, ਨਾ ਹੀ ਮਨ ਦੇ ਸੰਕਲਪਾਂ ਲਈ। ਨਾ ਧਿਆਨ ਵਿੱਚ, ਨਾ ਹੀ ਗਿਆਨ ਵਿੱਚ ਅਤੇ ਨਾ ਹੀ ਵਿਚਾਰ ਕਰਨ ਵਿੱਚ ਜੀਵਨ ਦਾ ਜ਼ੋਰ ਹੈ ਅਤੇ ਨਾ ਹੀ ਸ਼ਕਤੀ
ਹੈ ਉਸ ਯੁਕਤੀ ਲਈ ਜਿਸ ਦੁਆਰਾ ਸੰਸਾਰ ਤੋਂ ਮੁਕਤੀ ਮਿਲੇ। ਜਿਸ ਦੇ ਹੱਥ ਵਿੱਚ ਜ਼ੋਰ ਹੈ ਉਹੀ ਪਰਮਾਤਮਾ ਸ੍ਰਿਸ਼ਟੀ ਦੀ ਰਚਨਾ ਕਰਕੇ ਇਸ ਨੂੰ ਵੇਖਦਾ ਹੈ, ਪ੍ਰਸੰਨ ਹੁੰਦਾ ਹੈ। ਹੇ ਨਾਨਕ, ਇਸ ਸੰਸਾਰ ਵਿੱਚ ਨਾ ਕੋਈ ਉੱਚਾ ਹੈ ਨਾ ਨੀਵਾਂ। ਆਪਣੇ ਕਰਮਾਂ ਕਰਕੇ ਜਾਂ ਪ੍ਰਭੂ ਭਗਤੀ ਦੀ ਮਾਤਰਾ ਦੁਆਰਾ ਹੀ ਜੀਵ ਉੱਚਾ ਜਾਂ ਨੀਵਾਂ ਹੁੰਦਾ ਹੈ। ਜੀਵ ਦੀ ਤੁੱਛੂ ਸ਼ਕਤੀ ਸੰਬੰਧੀ ਸੰਕੇਤ ਕਰਦਿਆਂ ਹੋਇਆ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਪ੍ਰਾਣੀ ਦਾ ਵੇਸ ਕੁਝ ਨਹੀਂ, ਸਭ ਕੁਝ ਕਰਤੇ ਕੀ ਸ਼ਕਤੀ ਹੈ ਅਤੇ ਉਸੇ ਦੀ ਜੋਤ ਸਾਰਿਆਂ ਵਿੱਚ ਮੌਜੂਦ ਹੈ। ਕੋਈ ਉੱਤਮ ਜਾਂ ਨੀਚ ਨਹੀਂ, ਸਭ ਬ੍ਰਹਮਾ ਤੋਂ ਹੀ ਉਪਜੇ ਅਤੇ ਉਸ ਵਿੱਚ ਹੀ ਸਮਾ ਜਾਣ ਵਾਲੇ ਹਨ। ਪੌੜੀ 34। ਪਰਮਾਤਮਾ ਨੇ ਰਾਤਾਂ, ਰੁੱਤਾਂ, ਖੇਤਾਂ, ਵਾਰਾਂ, ਪਵਨ, ਜਲ, ਅਗਨੀ, ਪਾਤਾਲ ਆਦਿ ਦੀ ਰਚਨਾ ਕਰਕੇ ਇਹਨਾਂ ਵਿਚਲੇ ਧਰਮ ਕਮਾਉਣ ਲਈ ਧਰਤੀ ਰੂਪੀ ਧਰਮਸਾਲ ਸਥਾਪਿਤ ਕੀਤੀ ਹੈ। ਉਸ ਧਰਤੀ ਵਿੱਚ ਅਨੇਕ ਪ੍ਰਕਾਰ ਦੇ ਜੀਵ ਦੀਆਂ ਕਿਸਮਾਂ ਤੇ ਜਾਤਾਂ ਪੈਦਾ ਕਰਕੇ ਉਹਨਾਂ ਦੇ ਰਹਿਣ ਸਹਿਣ ਦੀ ਰੀਤੀਆਂ ਨਿਸ਼ਚਿਤ ਕੀਤੀਆਂ ਹਨ। ਉਹਨਾਂ ਜੀਵਾਂ ਦੇ ਅਨੇਕ ਤੇ ਅਨੰਤ ਨਾਮ ਹਨ। ਸੰਸਾਰ ਦਾ ਇਹ ਚਾਲਨ ਕਰਮਾਂ ਦੇ ਆਧਾਰ ਤੇ ਚੱਲ ਰਿਹਾ ਹੈ ਅਤੇ ਉਹਨਾਂ ਦੇ ਕਰਮਾਂ ਅਨੁਸਾਰ ਹੀ ਵਿਚਾਰ ਹੋ ਰਿਹਾ ਹੈ। ਪਰਮਾਤਮਾ ਆਪ ਸੱਚਾ ਹੈ ਅਤੇ ਉਸ ਦਾ ਦਰਬਾਰ ਵੀ ਸੱਚਾ ਹੈ। ਉਸ ਦੇ ਦਰਬਾਰ ਵਿੱਚ ਪੰਜ ਹਨ। ਸ਼੍ਰੋਮਣੀ ਸੰਤ ਜਨ ਸੋਭਾ ਪਾਉਂਦੇ ਹਨ ਅਤੇ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਵਡਿਆਈ ਦਾ ਚਿੰਨ੍ਹ ਪ੍ਰਾਪਤ ਕਰਦੇ ਹਨ। ਜੀਵਨ ਦੀ ਕੱਚਾਈ ਪਕਾਈ ਦਾ ਨਿਰਣਾ ਉੱਥੇ ਹੀ ਹੋਵੇਗਾ। ਹੇ ਨਾਨਕ, ਉੱਤੇ ਪਹੁੰਚਣ ਤੇ ਵੀ ਸਭ ਕੁਝ ਪ੍ਰਤੀਤ ਹੋ ਜਾਵੇਗਾ। ਇਸ ਪੌੜੀ ਵਿੱਚ ਧਰਮ ਖੰਡ ਦੀ ਅਵਸਥਾ ਦਾ ਵਰਣਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਮਨੁੱਖ ਉਸ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਇਸ ਧਰਤੀ ਉੱਤੇ ਵਿਸ਼ੇਸ਼ ਫਰਜ਼ਾਂ ਦੀ ਪੂਰਤੀ ਲਈ ਆਇਆ ਹੈ। ਆਪਣੇ ਧਰਮ ਕਰਮ ਨਿਭਾਉਣ ਵਿੱਚ ਪ੍ਰਾਪਤ ਹੋਈ ਸਫਲਤਾ ਦੇ ਅਨੁਸਾਰ ਹੀ ਪ੍ਰਭੂ ਦੀ ਦਰਗਾਹ ਵਿੱਚ ਉਸ ਨੂੰ ਮਾਣ ਪ੍ਰਾਪਤ ਹੋਵੇਗਾ। ਇਸ ਕਰਤੱਵ ਮਾਰਗ ਨੂੰ ਧਰਮ ਖੰਡ ਦਾ ਨਾਂ ਦਿੱਤਾ ਗਿਆ ਹੈ। ਪੌੜੀ 35। ਇਸ ਤਰ੍ਹਾਂ ਧਰਮ ਖੰਡ ਦਾ ਇਹ ਉਪਰੋਕਤ ਧਰਮ ਹੈ। ਹੁਣ ਖੰਡ ਦੇ ਕਰਤੱਵਾਂ ਦਾ ਵਰਣਨ ਹੋਵੇਗਾ। ਧਰਮ ਖੰਡ ਵਿੱਚ ਵਿਚਰਨ ਪਿੱਛੋਂ ਮਨੁੱਖ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦਾ ਹੈ, ਅਰਥਾਤ ਵਿਦਿਆ ਦੁਆਰਾ ਉਸ ਦੀ ਸੂਝ ਵਿੱਚ ਵਾਧਾ ਹੁੰਦਾ ਹੈ। ਉਸ ਨੂੰ ਸਮਝ ਆਉਂਦਾ ਹੈ ਕਿ ਕਿਤਨੀਆਂ ਹੀ ਪਾਵਨਾਂ, ਕਿਤਨੇ ਹੀ ਪਾਣੀ, ਅਗਨੀਆਂ, ਕ੍ਰਿਸ਼ਨ ਅਤੇ ਮਹੇਸ਼ ਹਨ। ਕਿਤਨੇ ਹੀ ਬ੍ਰਹਮਾ ਹਨ ਜੋ ਅਜੋਕੇ ਪ੍ਰਕਾਰ ਦੀ ਰਚਨਾ ਕਰਦੇ ਹਨ ਅਤੇ ਕਈ ਪ੍ਰਕਾਰ ਦੇ ਰੂਪ ਰੰਗ ਪੈਦਾ ਕਰਦੇ ਹਨ। ਕਿਤਨੀਆਂ ਹੀ ਕਰਮ ਭੂਮੀਆਂ ਹਨ, ਕਿਤਨੇ ਸੁਮੇਰ ਪਰਬਤ ਹਨ ਅਤੇ ਕਿਤਨੇ ਹੀ ਪੂਰਨ ਭਗਤ ਹਨ ਜੋ ਗਿਆਨ ਉਪਦੇਸ਼ ਦਿੰਦੇ ਹਨ। ਕਿਤਨੇ ਹੀ ਇੰਦਰ ਹਨ, ਚੰਦਰਮਾ ਹਨ, ਸੂਰਜ ਹਨ, ਕਿਤਨੇ ਹੀ ਮੰਡਲ ਅਤੇ ਦੇਸ਼ ਹਨ, ਕਿਤਨੇ ਹੀ ਸਿੱਧ-ਬੁੱਧਨਾਥ, ਦੇਵੀ ਦੇਵਤੇ, ਦੈਤ, ਮੁਨੀ ਅਤੇ ਰਤਨਾਂ ਤੇ ਭਰੇ ਸਮੁੰਦਰ ਹਨ। ਇਸ ਗਿਆਨ ਖੰਡ ਦੀ ਸ੍ਰਿਸ਼ਟੀ ਦੀ ਕੋਈ ਸੀਮਾ ਨਹੀਂ ਹੈ, ਅਰਥਾਤ ਗਿਆਨ ਸ੍ਰਿਸ਼ਟੀ ਅਨੰਦ ਹੈ। ਇਸ ਪੌੜੀ ਵਿੱਚ ਗਿਆਨ ਖੰਡ ਅਤੇ ਗਿਆਨ ਵਿੱਚ ਆਈ ਸ੍ਰਿਸ਼ਟੀ ਦਾ ਅਨੰਤਤਾ ਦਾ ਉਲੇਖ ਕੀਤਾ ਗਿਆ ਹੈ। ਜਿਉਂ ਹੀ ਮਨੁੱਖ ਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਪ੍ਰਭੂ ਦੀ ਰਚਨਾ ਬੇਅੰਤ ਹੈ, ਅਥਾਹ ਅਤੇ ਅਸੀਮ ਹੈ, ਮਨੁੱਖ ਵਿਸਮਾਦ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜੋ ਆਤਮਾ ਮਾਰਗ ਦਾ ਇੱਕ ਪੜਾਅ ਹੈ। ਪੌੜੀ 36। ਗਿਆਨ ਖੰਡ ਵਿੱਚ ਗਿਆਨ ਦੀ ਪ੍ਰਚੰਡ ਹੁੰਦੀ ਹੈ। ਉੱਥੇ ਗਿਆਨ ਲੋਕ ਨਾਦ ਵਿਨੋਦ ਅਤੇ ਕੌਤਕ ਤੇ ਮੌਜ ਮੇਲੇ ਵਿੱਚ ਲੀਨ ਰਹਿੰਦੇ ਹਨ। ਧਰਮ ਖੰਡ ਦੀ ਬਾਨਕ ਰੂਪ ਸੁੰਦਰਤਾ ਹੈ, ਇਸ ਲਈ ਇੱਥੇ ਅਵਸਥਾ ਦੇ ਅਨੁਪਮ ਰਚਨਾ ਹੁੰਦੀ ਹੈ। ਉਸ ਅਵਸਥਾ ਦੀਆਂ ਗੱਲਾਂ ਬਾਰੇ ਚਰਚਾ ਨਹੀਂ ਕੀਤੀ ਜਾ ਸਕਦੀ। ਜੇ ਕੋਈ ਹਠ ਕਰਕੇ ਕਹਿ ਬਹਿੰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ। ਉੱਥੇ ਧਿਆਨ, ਮਤ, ਮਨ ਅਤੇ ਬੁੱਧੀ ਦੀ ਘਾੜਤ ਘੜੀ ਜਾਂਦੀ ਹੈ। ਉੱਥੇ ਦੇਵਤਿਆਂ, ਸਿੱਧਾਂ ਦੀ ਅਕਲ ਦੀ ਘਾੜਤ ਵੀ ਹੁੰਦੀ ਹੈ। ਇਸ ਪੌੜੀ ਵਿੱਚ ਧਰਮ ਖੰਡ ਦੀ ਚਰਚਾ ਹੋਈ ਹੈ।
ਇਸ ਪੜਾਅ 'ਤੇ ਪਹੁੰਚ ਕੇ ਮਨੁੱਖ ਜੀਵਨ ਦੀ ਕਮਾਈ ਵੱਲ ਵਧੇਰੇ ਧਿਆਨ ਦਿੰਦਾ ਹੈ। ਪਹਿਲਾਂ ਉਸਨੇ ਫਰਜ਼ ਪਛਾਣਿਆ ਸੀ, ਫਿਰ ਗਿਆਨ ਪ੍ਰਾਪਤ ਕੀਤਾ, ਪਿੱਛੋਂ ਸਮਾਂ ਆਇਆ ਕਾਲਣ ਦਾ, ਜਿਸ ਨੂੰ ਸਰਮ ਖੰਡ ਦਾ ਨਾਂ ਦਿੱਤਾ ਗਿਆ। ਇਸ ਖੰਡ ਵਿੱਚ ਮਨ ਤੇ ਬੁੱਧੀ ਦੀ ਕਾੜਤ ਕੜੀ ਜਾਂਦੀ ਹੈ। ਪੌੜੀ 37। ਕਰਮ ਖੰਡ ਅਰਥਾਤ ਬਖਸ਼ੀਸ਼ ਵਾਲੀ ਅਵਸਥਾ ਦੀ ਕਾੜਤ ਸ਼ਕਤੀ ਦੁਆਰਾ ਕੜੀ ਜਾਂਦੀ ਹੈ। ਇਸ ਸ਼ਕਤੀ ਦੀ ਹੋਂਦ ਉੱਥੇ ਕਿਸੇ ਹੋਰ ਵਸਤੂ ਨੂੰ ਪ੍ਰਵੇਸ਼ ਹੀ ਨਹੀਂ ਕਰਨ ਦਿੰਦੀ, ਅਰਥਾਤ ਉੱਥੇ ਵਿਸ਼ੇ ਵਿਕਾਰ ਨਹੀਂ ਆ ਸਕਦੇ। ਇਸ ਅਵਸਥਾ ਨੂੰ ਪ੍ਰਾਪਤ ਮਨੁੱਖ ਜੋਧੇ, ਮਹਾਬਲੀ ਤੇ ਸੂਰਮੇ ਬਣ ਜਾਂਦੇ ਹਨ ਅਤੇ ਉਹਨਾਂ ਦੇ ਰੋਮ ਰੋਮ ਵਿੱਚ ਉਸ ਪ੍ਰਭੂ ਦਾ ਨਿਵਾਸ ਹੁੰਦਾ ਹੈ। ਪ੍ਰਭੂ ਦੀ ਭਗਤੀ ਵਿੱਚ ਲੀਨ ਮਨੁੱਖਾਂ ਦੇ ਰੂਪ ਦਾ ਵਰਣਨ ਨਹੀਂ ਹੋ ਸਕਦਾ, ਜਿਨ੍ਹਾਂ ਦੇ ਮਨ ਵਿੱਚ ਰਾਮ ਦਾ ਨਿਵਾਸ ਹੋਵੇ। ਨਾ ਉਹ ਮਰਦੇ ਹਨ ਅਤੇ ਨਾ ਉਹ ਠੱਗੇ ਜਾ ਸਕਦੇ ਹਨ। ਉੱਥੇ ਕਈ ਲੋਕਾਂ ਦੇ ਭਗਤ ਵਸਦੇ ਹਨ, ਅਰਥਾਤ ਇਸ ਅਵਸਥਾ ਵਿੱਚ ਅਨੇਕ ਪ੍ਰਕਾਰ ਦੇ ਭਗਤ ਵਿਚਰਦੇ ਹਨ। ਉਹਨਾਂ ਭਗਤਾਂ ਦੇ ਮਨ ਵਿੱਚ ਸੱਚ ਪ੍ਰਭੂ ਨਿਵਾਸ ਕਰਦਾ ਹੈ ਅਤੇ ਉਹ ਆਨੰਦ ਮਗਨ ਰਹਿੰਦੇ ਹਨ। ਸੱਚਖੰਡ ਵਿੱਚ ਪਰਮਾਤਮਾ ਦਾ ਨਿਵਾਸ ਹੈ। ਉਹ ਭਗਤਾਂ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸਦਾ ਨਿਹਾਲ ਕਰਦਾ ਰਹਿੰਦਾ ਹੈ। ਉੱਥੇ ਸੱਚਖੰਡ ਵਿੱਚ ਅਨੰਤ ਖੰਡ ਮੰਡਲ ਅਤੇ ਬ੍ਰਹਿਮੰਡ ਹਨ। ਜੇ ਕੋਈ ਉਹਨਾਂ ਦਾ ਕਥਨ ਕਰੇ ਤਾਂ ਅੰਤ ਨਹੀਂ ਪਾ ਸਕਦਾ। ਉੱਤੇ ਕਿਤਨੇ ਹੀ ਲੋਕਾਂ ਦਾ ਆਕਾਰ ਵਿਦਮਾਨ ਹੈ, ਪਰ ਸਭ ਵਿੱਚ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਕੰਮਕਾਜ ਚੱਲ ਰਿਹਾ ਹੈ। ਇਸ ਅਵਸਥਾ ਨੂੰ ਭਗਤ ਲੋਕ ਵੇਖ ਕੇ ਅੰਧਨ ਹੁੰਦੇ ਹਨ ਅਤੇ ਵਿਚਾਰ ਕਰਦੇ ਹਨ, ਹੇ ਨਾਨਕ, ਪਰਮਾਤਮਾ ਦੀ ਇਸ ਅਨੰਤਤਾ ਦਾ ਵਰਣਨ ਕਰਨਾ ਉਤਨਾ ਹੀ ਔਖਾ ਹੈ ਜਿਤਨਾ ਸਖਤ ਲੋਹਾ ਪਕੜਨਾ। ਇਸ ਪੌੜੀ ਵਿੱਚ ਕਰਮ ਖੰਡ ਅਤੇ ਸੱਚਖੰਡ ਬਾਰੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਪ੍ਰਸਤੁਤ ਕੀਤੇ ਹਨ। ਪੌੜੀ 38। ਹੇ ਮਾਦਕ, ਇੰਦਰੀਆਂ ਦੇ ਦਮਨ ਅਰਥਾਤ ਜਾਤੂ ਧਾਰਨ ਕਰਨਾ ਪੱਠੀ ਹੋਵੇ, ਧੀਰਜ ਰੂਪੀ ਸੁਨਿਆਰ ਹੋਵੇ, ਬੁੱਧੀ ਦਾ ਐਰਣ ਅਤੇ ਗਿਆਨ ਦਾ ਹਥੌੜਾ ਹੋਵੇ, ਰੱਬ ਦੇ ਡਰ ਤੇ ਧੌਂਕਣਿਆਂ ਅਤੇ ਤਪੱਸਿਆ ਦੀ ਅਗਨ ਹੋਵੇ, ਪ੍ਰੇਮ ਦੀ ਕੁਠਾਲੀ ਹੋਵੇ ਅਤੇ ਉਸ ਵਿੱਚ ਅੰਮ੍ਰਿਤ ਢਲੀ ਹੋਈ ਤਾਤ ਹੋਵੇ, ਅਜਿਹੀ ਟਕਸਾਲ ਵਿੱਚ ਗੁਰੂ ਦੇ ਸ਼ਬਦ ਨੂੰ ਢਾਲਿਆ ਜਾਵੇ। ਅਜਿਹਾ ਕੰਮ ਕੇਵਲ ਉਹ ਲੋਕ ਹੀ ਕਰ ਸਕਦੇ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇ। ਪ੍ਰਭੂ ਦੀ ਬਖਸ਼ਿਸ਼ ਨਾਲ ਜਿਗਿਆਸੂ ਨਿਹਾਲ ਹੋ ਜਾਂਦਾ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨੇ ਟਕਸਾਲ ਦੇ ਰੂਪਕ ਰਾਹੀਂ ਬੜਾ ਸੁੰਦਰ ਭਾਵ ਪ੍ਰਗਟ ਕੀਤਾ ਹੈ। ਧੀਰਜ ਰੂਪੀ ਸੁਨਿਆਰਾ ਜਤ ਦੀ ਪੱਠੀ ਬਣਾਏ। ਪੱਠੀ ਵਿੱਚ ਅੱਗ ਹੁੰਦੀ ਹੈ। ਕਾਮ ਆਦਿ ਇੰਦਰੀਆਂ ਦੇ ਰੋਕਣ ਨਾਲ ਤੇਜ ਦੀ ਉਤਪੱਤੀ ਹੁੰਦੀ ਹੈ। ਇਸ ਤੇਜ ਦੀ ਅਗਨੀ ਹੈ। ਸੁਨਿਆਰੇ ਕੋਲ ਐਰਣ ਹੁੰਦੀ ਹੈ। ਉਸ ਉੱਪਰ ਰੱਖ ਕੇ ਉਹ ਧਾਤਾਂ ਨੂੰ ਕੁੱਟਦਾ ਹੈ। ਸਾਧਕ ਦੇ ਐਰਣ ਦ੍ਰਿੜ ਬੁੱਧੀ ਹੈ ਅਤੇ ਉਸ ਦੀ ਹਥੌੜੀ ਦੇ ਪਰਮਾਤਮਾ ਦੁਆਰਾ ਪ੍ਰਦਾਨ ਕੀਤਾ ਦੇਵੀ ਗਿਆਨ। ਸੁਨਿਆਰਾ ਫੂਕਣੀ ਨਾਲ ਅਗਨੀ ਨੂੰ ਤੇਜ ਕਰਦਾ ਹੈ ਅਤੇ ਸਾਧਕ ਦੀ ਧੌਂਕਣੀ ਪਰਮਾਤਮਾ ਦਾ ਡਰ ਹੈ। ਅਗਨੀ ਦੀ ਗਰਮੀ ਉਸ ਦੀ ਤਪੱਸਿਆ ਕੀਆ ਹੈ। ਸੁਨਿਆਰੇ ਪਾਸ ਤਾਤ ਦਾ ਢਾਲਣ ਲਈ ਕੁਠਾਲੀ ਹੁੰਦੀ ਹੈ। ਸਾਧਕ ਪਾਸ ਪ੍ਰਭੂ ਪ੍ਰੇਮ ਦਾ ਭਾਂਡਾ ਹੈ। ਜਿਵੇਂ ਸੁਨਿਆਰਾ ਕੁਠਾਲੀ ਵਿੱਚ ਕੋਈ ਤਾਤ ਪਾ ਕੇ ਗਾਲਤਾ ਹੈ, ਐਵੇਂ ਸਾਧਕ ਅੰਮ੍ਰਿਤ ਰੂਪ ਵਸਤੇ ਨੂੰ ਪ੍ਰੇਮ ਦੇ ਭਾਂਡੇ ਵਿੱਚ ਪਾ ਕੇ ਢਾਲਦਾ ਹੈ। ਇਸ ਪ੍ਰਕਾਰ ਦੀ ਬਣੀ ਹੋਈ ਸੱਚੀ ਟਕਸਾਲ ਵਿੱਚ ਸਾਧਕ ਸੱਚੀ ਬਾਣੀ ਦੇ ਸ਼ਬਦ ਨੂੰ ਕਰਦਾ ਹੈ, ਪਰ ਅਜਿਹੀ ਟਕਸਾਲ ਵਿੱਚ ਸ਼ਬਦ ਦਾ ਕਰਨ ਦਾ ਗੌਰਵ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਉੱਪਰ ਪਰਮਾਤਮਾ ਦੀ ਵਿਸ਼ੇਸ਼ ਦਇਆ ਹੁੰਦੀ ਹੈ। ਸਲੋਕ। ਪਵਨ ਵਾਯੂ ਗੁਰੂ ਤੁਲ ਹੈ, ਜਲ ਪਿਤਾ ਸਮਾਨ ਹੈ ਅਤੇ ਵੱਡਾ ਆਕਾਰੀ ਧਰਤੀ ਮਾਤਾ ਹੈ। ਦਿਨ ਤੇ ਰਾਤ ਦਾਈ ਤੇ ਦਾਏ ਦੇ ਸਾਹਮਣੇ ਖਿਡਾਵੇ ਹਨ। ਸਾਰਾ ਜਗਤ ਬਾਲਕ ਵਾਂਗ ਖੇਡ ਰਿਹਾ ਹੈ।
ਚੰਗੇ ਅਤੇ ਮਾੜੇ ਕਰਮ ਧਰਮਰਾਜ ਦੁਆਰਾ ਧਰਮਾਤਮਾ ਦੇ ਹਜ਼ੂਰ ਵਿੱਚ ਵਾਚੇ ਜਾਂਦੇ ਹਨ। ਸਾਰਿਆਂ ਨੂੰ ਕਰਮਾਂ ਅਨੁਸਾਰ ਹੀ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਿੱਟੇ ਵਜੋਂ ਕੋਈ ਜੀਵ ਪ੍ਰਭੂ ਦੇ ਨੇੜੇ ਹਨ ਅਤੇ ਕੋਈ ਦੂਰ ਹਨ। ਇਸ ਜਗਤ ਵਿੱਚ ਪਰਮਾਤਮਾ ਦੇ ਹੁਕਮ ਅਨੁਸਾਰ ਜਿਨ੍ਹਾਂ ਦਾ ਨਾਮ ਦੀ ਆਰਾਧਨਾ ਕੀਤੀ ਹੈ ਅਤੇ ਅਜੋਈਆਂ ਮੁਸ਼ਕਲਾਂ ਕਲਾ ਕੀਤੀਆਂ ਹਨ, ਹੇ ਨਾਨਕ ਉਹਨਾਂ ਦੇ ਪ੍ਰਭੂ ਦੀ ਦਰਗਾਹ ਵਿੱਚ ਮੁਖ ਉਜਲੇ ਹੁੰਦੇ ਹਨ ਅਤੇ ਉਹਨਾਂ ਕਿੰਨੀਆਂ ਹੋਰਾਂ ਨੂੰ ਆਪਣੇ ਪ੍ਰਭਾਵ ਅਤੇ ਛੋਹ ਨਾਲ ਇਸ ਸੰਸਾਰ ਤੋਂ ਮੁਕਤ ਕਰਾ ਲੈਂਦਾ ਹੈ। ਇਸੇ ਲੋਕ ਵਿੱਚ ਰੂਪ ਵਿਧਾਨ ਦੁਆਰਾ ਗੁਰੂ ਜੀ ਨੇ ਸੁੰਦਰ ਭਾਵਾਂ ਨੂੰ ਪ੍ਰਗਟਾਓ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਦੱਸੇ ਸਾਧਨ ਮਾਰਗ ਦੀ ਪਾਲਣਾ ਕਰਨ ਵਾਲਾ ਵਿਅਕਤੀ ਇਸ ਜਗਤ ਤੋਂ ਨਾ ਕੇਵਲ ਆਪ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ, ਸਗੋਂ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਵੀ ਇਸ ਪਾਵ ਮਾਰਗ ਨੂੰ ਪਾਰ ਲਗਾ ਜਾਂਦੇ ਹਨ।